ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਰਾਗ ਆਸਾ ਮਹੱਲਾ ਪਹਿਲਾ। ਚੌਪਦੇ ਘਰ ਦੂਜਾ। ਓੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰ ਦੀ ਪ੍ਰਸਾਦ ਕਿਰਪਾ ਦੁਆਰਾ ਜਿਹਦੀ ਪ੍ਰਾਪਤੀ ਹੈ। ਰਾਗ ਆਸਾ ਵਿੱਚ ਮਹਾਰਾਜ ਪਹਿਲੇ ਪਾਤਸ਼ਾਹ ਚੌਪਦੇ 4 ਪੌੜੀਆਂ ਵਾਲਾ ਸ਼ਬਦ ਦੂਸਰੇ ਘਰ ਸੁਰਤਾਲ 'ਚ ਬਖਸ਼ਿਸ਼ ਕਰਦੇ ਨੇ। ਸੋ ਮਹਾਂਪੁਰਖਾਂ ਨੇ ਕਿਸੇ ਨੇ ਬੇਨਤੀ ਕੀਤੀ, ਹੈ ਪ੍ਰਭੂ ਉਹ ਪਰਮਾਤਮਾ ਕਿੱਡਾ ਕੁ ਵੱਡਾ ਹੈ। ਮਹਾਰਾਜ ਦੱਸਦੇ ਨੇ, ਸੁਣ ਵੱਡਾ ਆਖੈ ਸਭ ਕੋਈ, ਕੇਵਡ ਵੱਡਾ ਡੀਠਾ ਹੋਈ। ਇੱਥੇ ਕੋਏ ਤੇ ਹੋਏ ਦੀ ਜਗ੍ਹਾ ਕੋਈ ਤੇ ਹੋਈ ਪਾਠ ਹੈ, ਕਿਉਂਕਿ ਦੁਬਾਰਾ ਲਿਖਿਆ ਤਾਂ ਬਦਲਤਾ। ਕਹਿੰਦੇ ਨੇ ਇੱਕ ਦੂਜੇ ਤੋਂ ਸੁਣ ਕੇ, ਸ਼ਾਸਤਰਾਂ ਦੁਆਰੇ ਸੁਣ ਕੇ ਸਭ ਕੋਈ ਪਰਮਾਤਮਾ ਨੂੰ ਵੱਡਾ ਕਰਕੇ ਕਹਿੰਦਾ। ਇਦੰ ਮਿਥ ਕਰਕੇ ਕਿੱਡਾ ਕੁ ਵੱਡਾ ਕੋਈ ਕਹੇ, ਕਿਸੇ ਦਾ ਦੇਖਿਆ ਹੋਇਆ ਹੋਵੇ ਤਾਂ ਕੋਈ ਪੂਰੀ ਤਰ੍ਹਾਂ ਕਹਿ ਸਕੇ ਕਿ ਉਹ ਪਰਮਾਤਮਾ ਐਡਾ ਕੁ ਵੱਡਾ ਹੈ। ਜੇ ਕਿਸੇ ਨੇ ਦੇਖਿਆ ਹੀ ਨਹੀਂ ਤਾਂ ਕੋਈ ਕਿੱਡਾ ਕੁ ਵੱਡਾ ਕਹੇ। 349 ਅੰਗ ਤੇ ਫਰਮਾਉਂਦੇ ਨੇ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਨਾ ਉਹਦੀ ਕੀਮਤ ਪਾਈ ਜਾ ਸਕਦੀ ਹੈ, ਨਾ ਹੀ ਉਹਦਾ ਸਮੱਗਰ ਜਸ ਕਿਹਾ ਜਾਂਦਾ। ਇਹ ਜਿਹੜਾ ਕਹਿਣੇ ਵਾਲੇ ਪਾਠ ਹੈ, ਇਹ ਕਈ ਜਾਣੇ ਬਸ ਜਿੰਨੀ ਮਰਜ਼ੀ ਸੰਥਿਆ ਹੋ ਜੇ ਕਹਿਣੇ ਵਾਲੇ ਕਹੀ ਜਾਂਦੇ ਨੇ। ਇੱਥੇ ਦੁਲਾਈਆਂ ਦਾ ਧਿਆਨ ਰੱਖਣਾ। ਕਹਿਣਾ ਅੱਗੇ ਕਿਉਂਕਿ ਲਾਂ ਹੋਣ ਕਰਕੇ ਭੁਲੇਖਾ ਲੱਗਦਾ, ਕਹਿਣੇ ਵਾਲੇ ਜ਼ਿਆਦਾ ਕਹਿੰਦੇ। ਇੱਥੇ ਕਹਿਣਾ ਕਹਿਣਾ ਵਾਲੇ ਤੇਰੇ ਰਹੇ ਸਮਾਏ। ਜਿਨ੍ਹਾਂ ਨੇ ਉਹਦੀ ਪ੍ਰਾਪਤੀ ਰੂਪ ਕੀਮਤ ਨੂੰ ਪਾਇਆ, ਉਹਨਾਂ ਸੰਤਾਂ ਪਾਸੋਂ ਵੀ ਉਹਦਾ ਸਮੱਗਰ ਜਸ ਕਥਨ ਨਹੀਂ ਕੀਤਾ ਜਾਂਦਾ। ਤੇਰੇ ਤੋਂ ਭਾਵ ਤੇ ਇਸ ਪਰਮਾਤਮਾ ਦੇ ਜਸ ਨੂੰ ਕਹਿਣ ਵਾਲੇ ਜਮ ਜਿਹੜੇ ਨੇ, ਉਹਦੇ ਵਿੱਚ ਹੀ ਇਹ ਭੇਦ ਹੋ ਰਹਿੰਦੇ ਨੇ। ਕਹਿੰਦੇ ਕਹਿੰਦੇ ਵਿੱਚ ਹੀ ਸਮਾ ਜਾਂਦੇ ਨੇ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ। ਇਹ ਮੇਰੇ ਸਾਹਿਬਾ ਤੂੰ ਸਾਰਿਆਂ ਤੋਂ ਵੱਡਾ ਗਹਿਰ ਡੂੰਘਾ ਹੈ। ਗੰਭੀਰਾ ਹੁੰਦਾ ਨਿਰਹੱਲ ਪਹਾੜ ਵਾਂਗੂ ਹੈ, ਡੂੰਘਾ ਸਮੁੰਦਰ ਵਾਂਗ। ਪ੍ਰਮਾਣ ਹੀ ਦਿੰਦੇ ਆ, ਉਹ ਤਾਂ ਸਮੁੰਦਰ ਤੇ ਪਹਾੜ ਕੁਛ ਵੀ ਨਹੀਂ। ਨਿਰਹੱਲ ਪਹਾੜ ਤਾਂ ਝੱਟ ਹੀ ਹਿੱਲ ਜਾਂਦੇ ਆ। ਅਤੇ ਸ਼ੁਭ ਗੁਣਾਂ ਦਾ ਗਹੀਰਾ ਹੁੰਦਾ ਸਮੁੰਦਰ ਹੈ। ਕੋਈ ਨਾ ਜਾਣੈ ਤੇਰਾ ਕੇਤਾ ਕੇਵੜ ਚੀਰਾ ਰਹਾਉ। ਇੱਥੇ ਕੋਈ ਪਾਠ ਨੂੰ ਠੀਕ ਨਾ ਕਰਨ ਲੱਗ ਜੇ। ਕੋਈ ਪਾਠ ਹੀ ਠੀਕ ਹੈ। ਇੱਥੇ ਕੋਈ ਨਾ ਜਾਣੈ ਰਹਿ ਰਾਸ ਚਾਹੁੰਦਾ। ਕੋਈ ਵੀ ਜਾਣਦਾ ਨਹੀਂ ਹੈ ਜੋ ਤੇਰਾ ਕਿੱਡਾ ਕੁ ਵੱਡਾ ਚੀਰਾ ਤੋਂ ਭਾਵ ਵਿਸਥਾਰ ਹੈ। ਚੀਰਾ ਕਹੀਏ ਦਫ਼ਤਰ ਨੂੰ, ਚੀਰਾ ਕਹੀਏ ਚਿੱਠੀ ਨੂੰ, ਸੋ ਚੀਰਾ ਕਹੀਏ ਹੱਦ ਨੂੰ। ਕੋਈ ਨਹੀਂ ਜਾਣ ਸਕਦਾ। ਵਿਸ਼ਰਾਮ ਦੇ ਕੇ ਕਹਿੰਦੇ ਆ, ਸਭ ਸੁਰਤੀ ਮਿਲ ਸੁਰਤੇ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਸਭ ਸੁਰਤੀ ਜਿਹੜੇ ਵੇਦ ਪਾਠੀਆਂ ਨੇ ਮਿਲ ਕੇ ਸੁਰਤ ਕਮਾਈ, ਬਿਰਤੀ ਲਗਾਈ ਹੈ। ਸੋ ਸਭ ਗਿਆਤ ਗਈਆਂ ਨੇ ਮਿਲ ਕੇ ਸੁਰਤ ਕਮਾਈ, ਗਿਆਤ ਲਗਾਈ ਹੈ। ਸਭ ਸ੍ਰੇਸ਼ਟ ਪ੍ਰੀਤੀ ਵਾਲਿਆਂ ਨੇ ਮਿਲ ਕੇ ਸੁਰਤ ਹੁੰਦੀ ਸ੍ਰੇਸ਼ਟ ਪ੍ਰੀਤੀ ਲਗਾਈ ਹੈ। ਪਰ ਕਮਾਈ ਜਿਹੜੀ ਹੈ ਨਾ, ਉਹ ਕਾਮੀ ਆਈ ਹੈ ਬਸ। ਸਭ ਕੀਮਤ ਜਿਹੜੀ ਹੈ ਜੋਤਸ਼ੀਆਂ ਨੇ, ਜਵਾਰੀਆਂ ਨੇ ਮਿਲ ਕੇ ਉਹਦੀ ਕੀਮਤ ਪਾਈ ਹੈ। ਪਰ ਕੀ ਮਰਿਆਦਾ ਪਾਈ ਹੈ? ਕੋਈ ਵੀ ਨਹੀਂ ਪਾਈ। ਉਹਨਾਂ ਨੂੰ ਕਿਹੜਾ ਪਤਾ ਲੱਗਦਾ ਵਿਚਾਰਿਆਂ ਨੂੰ, ਤਾਂ ਮਨੁੱਖ ਹੀ ਹੈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਗਿਆਨ ਦੀਆਂ ਗੱਲਾਂ ਕਰਨ ਵਾਲੇ ਜੋ ਗਿਆਨੀ ਹੈ, ਧਿਆਨ ਲਗਾਉਣ ਵਾਲੇ ਜੋ ਧਿਆਨੀ ਹੈ, ਗੁਰੂ ਅਤੇ ਗੁਰੂਆਂ ਦੇ ਜੋ ਵੱਡੇ ਗੁਰੂ ਦਾਦਾ ਗੁਰੂ ਹਨ, ਗੁਰੂ ਅਤੇ ਗੁਰੂਆਂ ਦੇ ਜੋ ਗੁਰਹਾਈ ਗੁਰ ਭਾਈ ਹਨ, ਭਾਵ ਜੋ ਚਾਚੇ ਗੁਰੂ ਹਨ, ਗੁਰੂ ਅਤੇ ਆਪਣੇ ਜੋ ਗੁਰਹਾਈ ਗੁਰ ਭਾਈ ਨੇ, ਗੁਰ ਵੱਡੇ ਜੋ ਪਰਬਤ ਹਨ, ਉਹਨਾਂ ਗੁਰ ਪਰਬਤਾਂ ਦੇ ਹਾਈ ਤੋਂ ਭਾਵ ਹੱਥ ਕਰਨ ਵਾਲਾ ਜੋ ਇੰਦਰ ਹੈ। ਸੋ ਗੁਰਨਾਮ ਬ੍ਰਹਸਪਤੀ ਦਾ ਹੈ। ਉਸ ਬ੍ਰਹਸਪਤੀ ਦਾ ਗੁਰੂ ਜੋ ਬ੍ਰਹਮਾ ਹੈ। ਇਹਨਾਂ ਸਾਰਿਆਂ ਪਾਸੋਂ ਇਹ ਵਾਹਿਗੁਰੂ ਤੇਰੀ ਤਿਲ ਜਿੰਨੀ ਕੀਮਤ ਜਿਹੜੀ ਵਡਿਆਈ ਵੀ ਕਥਨ ਨਹੀਂ ਕੀਤੀ ਜਾਂਦੀ। ਸੋ ਕਹਿੰਦੇ ਨੇ ਸਤੀਆਂ ਨੂੰ ਸਤ ਦੀ ਪ੍ਰਾਪਤੀ, ਤਪੀਆਂ ਨੂੰ ਤਪ ਦੀ ਪ੍ਰਾਪਤੀ, ਗੁਰਮੁਖਾਂ ਨੂੰ ਚੰਗਿਆਈਆਂ ਦੀ ਪ੍ਰਾਪਤੀ, ਸਿੱਧਾਂ ਨੂੰ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਆਪਣੇ ਆਪ ਹੁੰਦੀ ਹੈ ਕਿ ਜਾਂ ਉਹਦੀ ਕਿਰਪਾ ਨਾਲ ਹੁੰਦੀ ਹੈ। ਮਹਾਰਾਜ ਜਵਾਬ ਦਿੰਦੇ ਕਹਿੰਦੇ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾ ਪੁਰਖਾਂ ਕੀਆਂ ਵਡਿਆਈਆਂ। ਸਾਰੇ ਸਤਵਾਦੀਆਂ ਨੂੰ ਜੋ ਸਤ ਦੀ ਪ੍ਰਾਪਤੀ ਹੈ, ਸਭ ਤਪੀਆਂ ਨੂੰ ਜੋ ਤਪ ਦੀ ਪ੍ਰਾਪਤੀ ਹੈ, ਸਾਰੇ ਗੁਰਮੁਖਾਂ ਨੂੰ ਜੋ ਚੰਗਿਆਈਆਂ ਦੀ ਪ੍ਰਾਪਤੀ ਹੈ, ਸਿੱਧਾਂ ਨੂੰ ਜੋ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੈ, ਪੁਰਸ਼ਾਂ ਨੂੰ ਜੋ ਵਡਿਆਈਆਂ ਦੀ ਪ੍ਰਾਪਤੀ ਦੁਨੀਆ 'ਚ ਹੁੰਦੀ ਹੈ, ਇਹ ਸਭ ਪਰਮਾਤਮਾ ਦੀ ਕਿਰਪਾ ਕਰਕੇ ਮਿਲਦੀ ਹੈ। ਤੋਦ ਵਿਣ ਸਿੱਧੀ ਕਿਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਉਸ ਪਰਮੇਸ਼ਰ ਦੀ ਕਿਰਪਾ ਬਿਨਾਂ ਰਿੱਧੀ ਸਿੱਧੀ ਕਿਸੇ ਨੇ ਨਹੀਂ ਪਾਈ ਅੱਜ ਤੱਕ। ਉਸ ਪਰਮਾਤਮਾ ਦੀ ਕਰਮ ਹੁੰਦੀ ਕਿਰਪਾ ਨਾਲ ਜਿਹਨੂੰ ਰਿੱਧੀਆਂ ਸਿੱਧੀਆਂ ਮਿਲਦੀਆਂ ਹਨ, ਉਹ ਫਿਰ ਕਿਸੇ ਦੀਆਂ ਠਾਕ ਹੁੰਦਾ ਰੋਕੀਆਂ ਹੋਈਆਂ ਰੁਕਦੀਆਂ ਨਹੀਂ।
ਜੇ ਕੋਈ ਕਹੇ ਮੈਂ ਇਹਨੂੰ ਦਿੱਤੀ ਹੋਈ ਬਖਸ਼ਿਸ਼ ਰੋਕ ਲਵਾਂਗਾ, ਉਹਨੂੰ ਕੋਈ ਰੋਕ ਵੀ ਨਹੀਂ ਸਕਦਾ। ਕਹਿੰਦੇ ਜੇ ਪਰਮਾਤਮਾ ਦੀ ਕਿਰਪਾ ਨਾ ਮਿਲੇ ਤਾਂ ਮਿਲਦੀਆਂ ਹੋਈਆਂ ਵੀ ਰੁਕ ਜਾਂਦੀਆਂ ਨੇ। ਸੋ ਜਿਵੇਂ ਰਾਮ ਰਾਏ ਤੇ ਕਿਰਪਾ ਹੁੰਦੀ ਹੁੰਦੀ ਰੁਕ ਗਈ, ਤਾਂ ਰਾਮ ਰਾਏ ਲੈ ਨਾ ਸਕਿਆ। ਆਖਣ ਵਾਲਾ ਕਿਆ ਬੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਪਰਮਾਤਮਾ ਦੇ ਜਸ ਨੂੰ ਆਖਣ ਵਾਲਾ ਇਹ ਜੀਵ ਵਿਚਾਰਾ ਕੀ ਹੈ ਜੋ ਉਹਦੇ ਸਮੱਗਰ ਜਸ ਨੂੰ ਕਹਿ ਸਕੇ। ਤੇ ਇਸ ਸਿਫਤੀ ਤੋਂ ਭਾਵਨਾ ਪਰਮਾਤਮਾ, ਉਹ ਪਰਮਾਤਮਾ ਦੀ ਸਿਫਤ ਦੇ ਭੰਡਾਰੇ ਵੇਦ ਸ਼ਾਸਤਰ ਧਾਰਮਿਕ ਗ੍ਰੰਥ ਭਰੇ ਪਏ ਨੇ। ਮਹਾਤਮਾ ਦੇ ਜਿਹੜੇ ਅੰਤःਕਰਨ ਉਹ ਭਰੇ ਪਏ ਨੇ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨਹਾਰਾ। ਕਹਿਣ ਲੱਗੇ ਤੂੰ ਭਾਵ ਹੁੰਦਾ ਪੁਨਾ। ਸੋ ਪੁਨਾ ਜਿਸ ਪੁਰਸ਼ ਨੂੰ ਪ੍ਰਮਾਤਮਾ ਆਪਣਾ ਆਪ ਦਿੰਦਾ, ਆਪਣਾ ਆਸਰਾ ਦਿੰਦਾ, ਪਦਾਰਥ ਆਦਿਕ ਦਿੰਦਾ, ਤੇ ਇਸ ਦੇ ਨਾਲ ਹੋਰ ਕਿਸੇ ਦਾ ਕੀ ਜ਼ੋਰ ਚੱਲ ਸਕਦਾ। ਮਹਾਰਾਜ ਕਥਨ ਕਰਦੇ ਕਿ ਸੱਚਾ ਪ੍ਰਮਾਤਮਾ ਆਪ ਹੀ ਉਹਦੇ ਸਵਾਰਨ ਵਾਲਾ ਹੁੰਦਾ ਹੈ। ਕਹਿੰਦੇ ਪੁਨਾ ਜਿਸ ਨੂੰ ਪ੍ਰਮਾਤਮਾ ਆਪ ਦੇ ਦਿੰਦਾ ਹੈ, ਕਹਿੰਦੇ ਤਿਸ ਦਾ ਕੀ ਚਾਰਾ ਚਾਲ ਚੱਲਣਾ। ਤੋ ਭਾਵ ਸਭ ਤੋਂ ਵਧੀਆ ਉਹ ਸੱਚ ਦੇ ਸਵਾਰਨ ਵਾਲਾ ਹੁੰਦਾ। ਭਾਵ ਆਤਮਾ ਅਨਾਤਮਾ ਦੇ ਵਿਚਾਰ ਵਾਲਾ ਹੋ ਕੇ ਉਹ ਅਨਾਤਮ ਪਦਾਰਥਾਂ ਦਾ ਤਿਆਗ ਕਰਦਾ ਤੇ ਆਤਮ ਵਸਤੂ ਨੂੰ ਗ੍ਰਹਿਣ ਕਰਨ ਲੱਗ ਪੈਂਦਾ। ਉਹ ਤੇ ਕਿਰਪਾ ਹੋ ਜਾਂਦੀ ਹੈ। ਆਸਾ ਮਹੱਲਾ ਪਹਿਲਾ, ਆਖਾਂ ਜੀਵਾ ਵਿਸਰੈ ਮਰ ਜਾਓ। ਸੋ ਜਿਸ ਵੇਲੇ ਦੇਸ਼ਾਂ ਦੇ ਸੰਤਾਂ ਦਾ ਰਟਨ ਕਰਦੇ ਗੁਰੂ ਨਾਨਕ ਦੇਵ ਜੀ ਵਾਪਸ ਤਲਵੰਡੀ ਪਹੁੰਚੇ ਅਤੇ ਮਾਤਾ ਪਿਤਾ ਨੂੰ ਘਰ ਆ ਕੇ ਮਿਲੇ, ਉਸ ਵੇਲੇ ਮਾਤਾ ਜੀ ਬਹੁਤ ਖੁਸ਼ੀ ਵਿੱਚ ਬਾਰ-ਬਾਰ ਆਪਣੇ ਪੁੱਤਰ ਨੂੰ ਬੁਲਾਉਣ, ਪਰ ਗੁਰੂ ਜੀ ਬਹੁਤਾ ਨਾ ਬੋਲਣ, ਹਰ ਵੇਲੇ ਪ੍ਰਮਾਤਮਾ ਦਾ ਨਾਮ ਉਚਾਰਦੇ ਰਹਿਣ। ਤਾਂ ਮਾਤਾ ਜੀ ਨੇ ਕਿਹਾ, ਪੁੱਤਰ ਇਤਨਾ ਪਰਮੇਸ਼ਰ ਦਾ ਨਾਮ ਕਿਉਂ ਜਪਦੇ ਹੋ, ਸਾਡੇ ਨਾਲ ਬੋਲਦੇ ਵੀ ਨਹੀਂ। ਤਾਂ ਮਹਾਰਾਜ ਨੇ ਬਚਨ ਕੀਤਾ, ਆਸਾ ਰਾਗ ਪਹਿਲੇ ਪਾਤਸ਼ਾਹ ਨੇ, ਆਖਾਂ ਜੀਵਾ ਵਿਸਰੈ ਮਰ ਜਾਓ। ਇਹ ਮਾਤਾ ਜੀ ਮੈਂ ਪਰਮੇਸ਼ਰ ਦੇ ਨਾਮ ਨੂੰ ਉਚਾਰਦਾ ਰਹਾਂ, ਉਦੋਂ ਹੀ ਮੇਰਾ ਜਿਉਣਾ ਹੁੰਦਾ। ਜੇ ਮੈਂ ਵਾਹਿਗੁਰੂ ਵਾਹਿਗੁਰੂ ਕਰਦਾ ਰਹਾਂ, ਜੇ ਮੈਨੂੰ ਉਹਦਾ ਨਾਮ ਭੁੱਲ ਜਾਵੇ ਤਾਂ ਮੇਰਾ ਮਰ ਜਾਣਾ ਹੁੰਦਾ। ਮਾਤਾ ਜੀ ਨੇ ਕਿਹਾ ਜਿਵੇਂ ਹੋਰ ਲੋਕੀ ਨਾਮ ਜਪਦੇ ਨੇ ਅਤੇ ਆਪਣਾ ਵਿਹਾਰ ਵੀ ਕਰੀ ਜਾਂਦੇ ਨੇ, ਉਹ ਤੁਸੀਂ ਵੀ ਨਾਮ ਜਪ ਕੇ ਸਾਡੇ ਨਾਲ ਬੋਲੀ ਵੀ ਜਾਓ ਤੇ ਨਾਮ ਵੀ ਜਪੀ ਜਾਓ। ਅੱਗੇ ਮਹਾਰਾਜ ਕਹਿਣ ਲੱਗੇ, ਆਖਣ ਔਖਾ ਸਾਚਾ ਨਾਮ। ਇਹ ਮਾਤਾ ਜੀ ਇਕਾਗਰ ਮਨ ਹੋ ਕੇ ਜਿਹੜਾ ਸੱਚੇ ਨਾਮ ਦਾ ਆਖਣਾ, ਇਹ ਬਹੁਤ ਹੀ ਔਖਾ ਕਠਨ ਹੈ। ਇਕਾਗਰ ਹੋ ਕੇ ਨਹੀਂ ਕਿਹਾ ਜਾਂਦਾ ਕਿਸੇ ਤੋਂ। ਲੋਕ ਨਾਲੇ ਰਾਮ ਰਾਮ, ਨਾਲੇ ਗੋਬਿੰਦ ਗੋਬਿੰਦ, ਨਾਲੇ ਕੋਈ ਵਾਹਿਗੁਰੂ ਵਾਹਿਗੁਰੂ, ਨਾਲੇ ਗੱਲਾਂ ਕਰੀ ਜਾਂਦੇ ਆ। ਇਉਂ ਨਾਮ ਨਹੀਂ ਜਪੀਦਾ। ਇੱਕ ਮਨ ਹੋ ਕੇ ਨਾਮ ਜਪਿਆ ਜਾਂਦਾ ਹੁੰਦਾ, ਉਹ ਔਖਾ ਲੱਗਦਾ ਸਾਰਿਆਂ ਨੂੰ। ਮਨ ਬਾਣੀ ਸਰੀਰ ਕਰਕੇ ਜਪਣਾ। ਸਾਚੇ ਨਾਮ ਕੀ ਲਾਗੈ ਭੂਖ। ਸਾਨੂੰ ਹਰ ਵੇਲੇ ਸੱਚੇ ਨਾਮ ਜਪਣ ਦੀ ਜਿਹੜੀ ਭੂਖ ਹੁੰਦੀ, ਚਾਹ ਲੱਗੀ ਹੋਈ ਰਹਿੰਦੀ, ਇੱਛਾ ਲੱਗੀ ਹੋਈ ਰਹਿੰਦੀ ਹੈ। ਤਿਤ ਭੂਖੈ ਖਾਏ ਚੱਲੀਐ ਦੁਖ। ਰਹਿ ਰਾਸ ਵਿੱਚ ਉਤ ਭੂਖੈ ਪਾਠ ਆਉਂਦਾ, ਇੱਥੇ ਤਿਤ ਭੂਖੈ ਲਿਖਿਆ ਹੋਇਆ। ਸੋ ਇਸ ਕਰਕੇ ਇੱਥੇ ਤਿਤ ਭੂਖਾ ਹੀ ਠੀਕ ਹੈ। ਸੋ ਕਈ ਪੈਨ ਲੈ ਕੇ ਫਿਰ ਠੀਕ ਕਰਨ ਲੱਗ ਜਾਂਦੇ ਹੁੰਦੇ ਆ। ਇਸ ਭੁੱਖ ਦੇ ਖਾਣ ਨਾਲ, ਭਾਵ ਨਾਮ ਜਪਣ ਨਾਲ ਸਾਰੇ ਦੁੱਖ ਚਲੇ ਜਾਂਦੇ ਨੇ। ਦੁੱਖ ਭੁੱਖ ਨੇ ਵਿਆਪੀ ਜੇ ਸੁਖਦਾਤਾ ਮਨ ਹੋਵੇ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਇਹ ਮਾਤਾ ਜੀ ਉਹ ਪਰਮੇਸ਼ਰ ਦਾ ਨਾਮ ਮੈਨੂੰ ਕਿਵੇਂ ਭੁੱਲੇ, ਜੋ ਸਾਹਿਬ ਆਪ ਵੀ ਸੱਚਾ ਹੈ ਅਤੇ ਜਿਹਦਾ ਨਾਮ ਵੀ ਸੱਚਾ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਤੱਕੇ ਕੀਮਤ ਨਹੀਂ ਪਾਈ। ਇਹ ਮਾਤਾ ਜੀ ਸੱਚੇ ਪਰਮੇਸ਼ਰ ਦੇ ਨਾਮ ਦੀ ਵਡਿਆਈ ਨੂੰ ਸਾਰੇ ਲੋਕੀ ਆਖ ਆਖ ਕੇ ਥੱਕ ਗਏ, ਪਰ ਅੱਜ ਤੱਕ ਇੱਕ ਤਿਲ ਮਾਤਰ ਵੀ ਕਿਸੇ ਨੇ ਉਹਦੀ ਕੀਮਤ ਨਹੀਂ ਪਾਈ। ਫਿਰ ਮਾਤਾ ਜੀ ਨੇ ਬਚਨ ਕੀਤਾ, ਜੇ ਸਾਰੇ ਇਕੱਠੇ ਹੋ ਕੇ ਪੁੱਤ ਉਹਦੀ ਵਡਿਆਈ ਨੂੰ ਕਹਿਣ, ਫਿਰ ਤਾਂ ਉਹਦੀ ਕੀਮਤ ਪੈ ਜਾਂਦੀ ਹੋਵੇਗੀ ਇੰਨੀ ਦੁਨੀਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਸਭ ਮਿਲ ਕੇ ਆਖਣ ਪਾਏ। ਮਾਤਾ ਜੀ ਸਾਰੀ ਦੁਨੀਆ ਵੀ ਮਿਲ ਕੇ ਨਾ 84 ਲੱਖ ਦੇਵਤਿਆਂ ਸਣੇ ਸਾਰੀਆਂ ਜੂਨਾਂ ਵੀ ਮਿਲ ਕੇ ਕਹਿਣ ਉਹਦੀ ਵਡਿਆਈ ਨੂੰ, ਤਾਂ ਵੀ ਕੀਮਤ ਨਹੀਂ ਪਾ ਸਕਦੇ। ਸੋ ਜਿਵੇਂ ਸੰਸਾਰ ਵਿੱਚ ਕਿਸੇ ਦੀ ਵਡਿਆਈ ਨੂੰ ਕਰੀਏ ਤਾਂ ਫੁੱਲ ਕੇ ਵੱਡਾ ਹੋ ਜਾਂਦਾ, ਜੇ ਕਿਸੇ ਨਿੰਦਿਆ ਕਰੀਏ ਤਾਂ ਉਹਦਾ ਜਸ ਘਟ ਜਾਂਦਾ। ਕੀ ਪਰਮੇਸ਼ਰ ਨੂੰ ਵੀ ਐਂ ਫਰਕ ਪੈਂਦਾ? ਕੋਈ ਪਰਮੇਸ਼ਰ ਵੀ ਵੈਸਾ ਹੁੰਦਾ ਕਿ ਨਹੀਂ? ਤਾਂ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਕਹਿੰਦੇ ਮਾਤਾ ਜੀ ਉਸਤਤ ਕਰਨ ਨਾਲੋਂ ਪਰਮਾਤਮਾ ਵੱਡਾ ਨਹੀਂ ਹੁੰਦਾ ਤੇ ਨਿੰਦਾ ਦੇ ਕਰਨ ਨਾਲੋਂ ਘਟ ਨਹੀਂ ਜਾਂਦਾ। ਜ਼ਮੀਨ ਜ਼ਮਾਨ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਇਹ 10ਵੇਂ ਪਾਤਸ਼ਾਹ ਦਾ ਬਚਨ ਹੈ। ਸੋ 10ਵੇਂ ਗ੍ਰੰਥ ਵਿੱਚ 26 ਅੰਗ ਤੇ ਆਉਂਦਾ। ਫਿਰ ਮਾਤਾ ਜੀ ਨੇ ਕਿਹਾ, ਜੋ ਪ੍ਰੇਮ ਨਾਲ ਪਰਮਾਤਮਾ ਦਾ ਜਸ ਕਥਨ ਕਰਦੇ ਨੇ, ਸੋ ਉਹਨਾਂ ਨੂੰ ਕੀ ਫਲ ਮਿਲਦਾ? ਜੋ ਨਿੰਦਾ ਕਰਦੇ ਨੇ ਉਹਨਾਂ ਨੂੰ ਕੀ ਫਲ ਮਿਲਦਾ? ਕਹਿੰਦੇ ਵੱਡਾ ਨਾ ਹੋਵੇ ਘਾਟ ਨਾ ਜਾਏ। ਮਹਾਰਾਜ ਕਹਿੰਦੇ
कहने ਜਿਹੜੇ ਇਨਸਾਨ ਪ੍ਰੇਮ ਨਾਲ ਭਾਵ ਪਰਮਾਤਮਾ ਦੇ ਜਸ ਨੂੰ ਆਖਦੇ ਆ ਉਹ ਵੱਡਾ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਇਹ ਉਲਟ ਗੱਲ ਹੈ। ਉਹ ਵੱਡਾ ਨਹੀਂ ਹੁੰਦਾ? ਨਹੀਂ, ਜ਼ਰੂਰ ਹੁੰਦਾ। ਜੋ ਨਿੰਦਿਆ ਕਰਦਾ ਉਹਦਾ ਜਸ ਘਟ ਨਹੀਂ ਜਾਂਦਾ? ਕਹਿੰਦੇ ਨਹੀਂ, ਜ਼ਰੂਰ ਘਟ ਜਾਂਦਾ। ਉਹਦਾ ਜਸ ਘਟ ਜਾਂਦਾ। ਫਿਰ ਮਾਤਾ ਜੀ ਨੇ ਕਿਹਾ ਜਿਵੇਂ ਕਿਸੇ ਪੁਰਸ਼ ਦਾ ਮਰਨਾ ਨੇੜੇ ਆ ਜਾਵੇ ਤਾਂ ਉਹ ਆਪਣੇ ਮਰਨੇ ਨੂੰ ਸੁਣ ਕੇ ਸੋਗ ਪ੍ਰਗਟ ਕਰਦਾ, ਤਿਵੇਂ ਆਪਣਾ ਮਰਨਾ ਸੁਣ ਕੇ ਪਰਮਾਤਮਾ ਨੂੰ ਵੀ ਸੋਗ ਹੁੰਦਾ ਹੋਵੇਗਾ। ਕਹਿੰਦੇ ਉਹਦਾ ਵੀ ਤਾਂ ਇੱਕ ਦਿਨ ਅੰਤ ਹੁੰਦਾ ਹੋਵੇਗਾ। ਨਾ ਉਹ ਮਰੈ ਨਾ ਹੋਵੇ ਸੋਗ। ਮਾਤਾ ਜੀ ਨਾ ਉਹ ਪਰਮੇਸ਼ਰ ਮਰਦਾ, ਨਾ ਉਹਨੂੰ ਸੋਗ ਹੁੰਦਾ। ਫਿਰ ਮਾਤਾ ਜੀ ਨੇ ਕਿਹਾ ਜਿਵੇਂ ਕਿਸੇ ਦਾ ਪਿਤਾ ਚੜ੍ਹਾਈ ਕਰ ਜਾਂਦਾ, ਪੁੱਤਰ ਨੂੰ ਸੋਗ ਹੁੰਦਾ, ਤਿਵੇਂ ਪਰਮੇਸ਼ਰ ਦੇ ਮਰਨ ਕਰਕੇ ਭਗਤ ਜਨਾਂ ਨੂੰ ਸੋਗ ਹੁੰਦਾ ਹੋਵੇਗਾ। ਕਹਿੰਦੇ ਨਾ ਉਹ ਮਰੈ ਨਾ ਹੋਵੇ ਸੋਗ। ਨਾ ਉਹ ਪਰਮੇਸ਼ਰ ਚੜ੍ਹਾਈ ਕਰਦਾ, ਨਾ ਹੀ ਭਗਤ ਜਨਾਂ ਨੂੰ ਸੋਗ ਹੁੰਦਾ। ਫਿਰ ਮਾਤਾ ਜੀ ਨੇ ਬਚਨ ਕੀਤਾ ਜਿਵੇਂ ਮਨੁੱਖ ਪ੍ਰਸ਼ਾਦ ਬਣਦਾ ਕਈਆਂ ਨੂੰ ਦੇਣਾ ਭੁੱਲ ਜਾਂਦਾ, ਪਰਮਾਤਮਾ ਵੀ ਸਾਰਿਆਂ ਨੂੰ ਖੁਰਾਕ ਦਿੰਦਾ ਕਿ ਭੁੱਲ ਜਾਂਦਾ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ, ਭੋਲੀ ਮਾਤਾ ਜੀ, ਦੇਂਦਾ ਰਹਿ ਨਾ ਚੂਕੈ ਭੋਗ। ਉਹ ਪਰਮਾਤਮਾ ਸਾਰਿਆਂ ਨੂੰ ਖੁਰਾਕ ਦਿੰਦਾ, ਦੇਖ ਲਓ, ਛੱਡਦਾ ਨਹੀਂ ਕਿਸੇ ਨੂੰ। ਪਰ ਭੋਗ ਜਿਹੜਾ ਪਦਾਰਥ ਦਿੰਦਿਆਂ ਚੁੱਕਾ ਨਾ, ਭੁੱਲਦਾ ਨਹੀਂ ਕਿਸੇ ਨੂੰ। ਫਿਰ ਮਾਤਾ ਜੀ ਨੇ ਕਿਹਾ ਜਿਵੇਂ ਭੰਡਾਰੇ ਵਿੱਚੋਂ ਪਦਾਰਥ ਬਣਦਿਆਂ ਮੁੱਕ ਜਾਂਦੇ ਨੇ, ਉਵੇਂ ਸਾਰਿਆਂ ਨੂੰ ਪਦਾਰਥਾਂ ਦੀ ਦਾਤਾਂ ਦਿੰਦਿਆਂ ਪਰਮੇਸ਼ਰ ਦੇ ਭੰਡਾਰੇ ਵਿੱਚੋਂ ਪਦਾਰਥ ਮੁੱਕ ਜਾਂਦੇ ਹੋਣਗੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਦਿੰਦਾ ਰਹਿ ਨਾ ਚੁੱਕੈ ਭੋਗ। ਉਹ ਵਾਹਿਗੁਰੂ ਹਮੇਸ਼ਾ ਸਾਰਿਆਂ ਨੂੰ ਦਾਤਾਂ ਦਿੰਦਾ ਹੀ ਰਹਿੰਦਾ, ਪਰੰਤੂ ਉਹਦੇ ਖਜ਼ਾਨੇ ਚੋਂ ਕਦੇ ਭੋਗ ਪਦਾਰਥ ਮੁੱਕਦੇ ਨਹੀਂ। ਫਿਰ ਮਾਤਾ ਜੀ ਨੇ ਬਚਨ ਕੀਤਾ, ਇਹੋ ਜਿਹੇ ਗੁਣ ਕਿਸੇ ਹੋਰ ਵਿੱਚ ਵੀ ਹਨ ਜਾਂ ਨਹੀਂ? ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਇਹ ਮਾਤਾ ਜੀ ਇਹੋ ਜਿਹਾ ਗੁਣ ਹੋਰ ਕਿਸੇ 'ਚ ਨਹੀਂ। ਪਰਮੇਸ਼ਰ ਜਿਹਾ ਨਾ ਕੋਈ ਪਿੱਛੇ ਸੀ, ਨਾ ਕੋਈ ਅੱਗੇ ਹੋਵੇਗਾ। ਸੋ ਇਸ ਕਰਕੇ ਉਹ ਸਭ ਤੋਂ ਵੱਡਾ ਹੈ। ਜੇ ਵੜ ਆਪੇ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਹੁਣ ਜਿੱਡਾ ਵੱਡਾ ਉਹ ਪਰਮਾਤਮਾ ਆਪ ਹੈ, ਉਨੀਆਂ ਹੀ ਵੱਡੀਆਂ ਉਹਦੀਆਂ ਦਾਤਾਂ ਨੇ। ਕਿਹੜੀਆਂ ਦਾਤਾਂ? ਜਿਸ ਪਰਮੇਸ਼ਰ ਨੇ ਕਾਰ ਵਿਹਾਰ ਲਈ ਦਿਨ ਬਣਾ ਕੇ ਫਿਰ ਜੀਵਾਂ ਦੇ ਆਰਾਮ ਕਰਨ ਲਈ ਰਾਤ ਬਣਾਈ ਹੈ। ਜੇ ਕੇਵਲ ਦਿਨ ਹੀ ਰਹਿੰਦਾ ਤਾਂ ਲੋਕਾਂ ਦੇ ਧੰਦਿਆਂ ਵਿੱਚ ਹੀ ਮਰ ਜਾਣਾ ਸੀ। ਜੇ ਰਾਤ ਹੀ ਰਹਿੰਦੀ ਤਾਂ ਅੰਧ ਧੁੰਦ ਵਿੱਚ ਹੀ ਵਿਆਕੁਲ ਹੋ ਜਾਣਾ ਸੀ। ਪਰ ਇੱਕ ਗੱਲ ਹੈ ਕਿ ਆਪਾਂ ਨੂੰ ਮਾਲਕ ਨੂੰ ਭੁਲਾਉਣਾ ਨਹੀਂ ਚਾਹੀਦਾ। ਖਸਮ ਵਿਸਾਰ ਹੈ ਤੇ ਕਮਜਾਤ, ਨਾਨਕ ਨਾਵੈ ਬਾਝ ਸਨਾਤ। ਮਾਤਾ ਜੀ ਜਿਹੜੇ ਐਸੇ ਖਸਮ ਤੋਂ ਭਾਵ ਪਰਮਾਤਮਾ ਮਾਲਕ ਨੂੰ ਜਿਹੜੇ ਬੰਦੇ ਭੁਲਾ ਦਿੰਦੇ ਨੇ, ਉਹ ਨੀਵੀਂ ਜਾਤੀ ਵਾਲੇ ਵੀ ਨੇ। ਸੋ ਉਹ ਨੀਵੀਂ ਜਾਤੀ ਵਾਲੇ ਨੇ। ਮਹਾਰਾਜ ਕਥਨ ਕਰਦੇ ਨੇ ਕਿ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਇਹ ਜੀਵ ਜਿਹੜਾ ਹੈ ਸਨਾਤ, ਸੋ ਸਨਾਤ ਕਹੀਏ ਭੂਤਨਾ ਹੋ ਰਿਹਾ, ਬੇਤਾਲਾ ਹੋ ਰਿਹਾ। ਜਿਹੜੇ ਖਸਮ ਨੂੰ ਵਿਸਾਰਦੇ ਨੇ ਉਹ ਨੀਵੀਆਂ ਜਾਤਾਂ ਭਾਵ ਕਈ ਲੋਕ ਕਹਿੰਦੇ ਫਲਾਨਾ ਨੀਵੀਂ ਜਾਤ ਵਾਲਾ, ਉਹ ਨਹੀਂ ਨੀਵੀਂ ਜਾਤ ਵਾਲਾ। ਨੀਵੀਂ ਜਾਤ ਕਿਹਦੀ ਹੈ? ਜਿਹੜਾ ਉੱਚੀ ਜਾਤ ਵਾਲਾ ਹੋ ਕੇ ਐਵੇਂ ਐਸ਼ੋ ਪ੍ਰਸਤੀ ਕਰਦਾ, ਖਾਣੇ ਪੀਣੇ ਮਾੜੇ ਕਰਦਾ, ਪੁੱਠੇ ਕੰਮ ਕਰਦਾ, ਉਹ ਨੀਵੀਂ ਜਾਤ ਹੈ। ਜੇ ਨੀਵੀਂ ਜਾਤ ਹੋ ਗਏ, ਉਹ ਆਤੇ ਉੱਤਮ ਗਨੋ ਚੰਡਾਲਾ, ਨਾਨਕ ਜੇ ਮਨ ਬਸਾ ਗੋਪਾਲਾ। ਜਿਹੜਾ ਨੀਵੀਂ ਜਾਤ ਵਾਲਾ ਨਾਮ ਜਪਦਾ ਉਹਦੀ ਜਾਤ ਵੱਡੀ ਹੁੰਦੀ ਹੈ। ਜਿਹੜਾ ਵੱਡੀ ਜਾਤ ਵਾਲਾ ਕਮਜਾਤੀਆਂ ਕਰਦਾ, ਪੁੱਠੇ ਕੰਮ ਕਰਦਾ, ਉਹ ਨੀਵਾਂ ਹੈ। ਉਹ ਕੋਈ ਨਹੀਂ ਕਹਿੰਦਾ ਹੈ ਕਿ ਫਲਾਨੀ ਜਾਤ ਦਾ। ਲੋਕ ਕਹਿੰਦੇ ਆ ਸ਼ਰਾਬੀ ਡਿੱਗਿਆ ਪਿਆ। ਆਸਾ ਮਹੱਲਾ ਪਹਿਲਾ। ਸੋ ਗੁਰਸਿੱਖਾਂ ਨੇ ਬੇਨਤੀ ਕੀਤੀ, हे ਪ੍ਰਭੂ, ਜੇ ਕੁਝ ਮੰਗਣਾ ਹੋਵੇ ਸਤਿਗੁਰੂ ਮਹਾਰਾਜ ਤਾਂ ਕਿਸ ਪਾਸੋਂ ਮੰਗਣਾ ਕਰੀਏ? ਤਾਂ ਗੁਰੂ ਮਹਾਰਾਜ ਨੇ ਬਚਨ ਕੀਤਾ, ਪਹਿਲੇ ਤਾਂ ਕਿਸੇ ਕੋਲੋਂ ਮੰਗਣਾ ਹੀ ਨਹੀਂ ਚਾਹੀਦਾ। ਜੇ ਮੰਗਣ ਦੀ ਆਦਤ ਹੋਵੇ ਤਾਂ ਪਰਮੇਸ਼ਰ ਕੋਲੇ ਮੰਗਣਾ ਕਰੇ। ਜੇ ਦਰ ਮੰਗਤ ਕੂਕ ਕਰੇ, ਮਹਿਲੀ ਖਸਮ ਸੁਣੇ, ਭਾਵੈ ਧੀਰਕ ਭਾਵੈ ਧੱਕੇ, ਏਕ ਵਡਾਈ ਦੇ। ਕਹਿੰਦੇ ਜਿਹੜਾ ਕੋਈ ਪੁਰਸ਼ ਕਿਸੇ ਦਰਵਾਜ਼ੇ ਤੇ ਜਾ ਕੇ ਕੂਕ ਕਰੇ ਹੁੰਦਾ, ਉੱਚੀਆਂ ਫਰਿਆਦਾਂ ਕਰਕੇ ਮੰਗਣਾ ਕਰਦਾ ਹੈ, ਤੇ ਮਹਿਲੀ ਹੁੰਦਾ ਮੰਦਰਾਂ ਵਾਲਾ ਮਾਲਕ, ਉਹਨਾਂ ਫਰਿਆਦਾਂ ਨੂੰ ਸੁਣਦਾ। ਹੁਣ ਇਹ ਉਹਦੀ ਮਰਜ਼ੀ ਹੈ ਕਿ ਭਾਵੇਂ ਉਹ ਧੀਰਜ ਦੇਵੇ, ਧੀਰਕ ਹੁੰਦਾ ਧੀਰਜ ਦੇਵੇ, ਭਾਵੇਂ ਉਹ ਧੱਕੇ ਦੇਵੇ। ਹੁਣ ਜੇ ਤਾਂ ਉਹ ਭਲਾ ਲੋਕ ਹੋਵੇਗਾ ਤਾਂ ਧੀਰਜ ਦੇਵੇਗਾ ਕਿ ਠਹਿਰ ਜਾ ਭਾਈ, ਲੈ ਕੇ ਜਾਈ, ਤੈਨੂੰ ਦਿੰਦਾ। ਜੇ ਲੜਾਕਾ ਜਿਹਾ ਹੋਵੇਗਾ ਧੱਕੇ ਮਾਰ ਕੇ ਬਾਹਰ ਕੱਢ ਦਿੰਦਾ ਹੋਵੇਗਾ। ਸੋ ਇਸ ਪ੍ਰਕਾਰ ਜੇਕਰ ਪਰਮੇਸ਼ਰ ਪਾਸੋਂ ਮੰਗੇਗਾ ਤਾਂ ਉਹ ਇੱਕ ਵਡਿਆਈ ਦੇਵੇਗਾ। ਇਸੇ ਤੇ ਕਿਹਾ ਕਿ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ। ਕਰਮਾਂ ਅਨੁਸਾਰ ਭਾਵੇਂ ਧੀਰਕ ਸੁਖ ਦੇਵੇ, ਭਾਵੇਂ ਧੱਕੇ ਦੁੱਖ ਦੇਵੇ, ਸੋ ਇੱਕ ਵਡਿਆਈ ਤਾਂ ਜ਼ਰੂਰ ਹੀ ਦੇਵੇਗਾ। ਪਰਮੇਸ਼ਰ ਚਾਹੇ ਦੁੱਖ ਵੀ ਦੇਵੇ ਤਾਂ ਵੀ ਸਾਨੂੰ ਵਡਿਆਈ ਹੋਈ ਪ੍ਰਤੀਤ ਹੁੰਦੀ। ਯਾਦ ਤਾਂ ਹੈ ਨਾ, ਦੁੱਖ ਤਾਂ ਦੇ ਰਿਹਾ ਕਿ ਅਸੀਂ ਉਹਨੂੰ ਯਾਦ ਤਾਂ ਹੈਗੇ ਨਾ। ਰੱਬ ਦੇ ਪਿਆਰੇ ਉਲਟ ਗੱਲ ਬਣਾ ਲੈਣ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ।
ਉਹ ਕਹਿੰਦੇ ਬਸ ਠੀਕ ਆ, ਦੁੱਖ ਦੇ ਰਿਹਾ ਤਾਂ ਮਲ ਹੈਗਾ ਤੂੰ, ਸੁੱਖ ਦੇ ਰਿਹਾ ਤਾਂ ਵੀ ਮੈਂ ਮੰਨਦਾ ਤੇਰੀ ਨਿਗਾਹ ਮੇਰੇ ਤੇ, ਜੇ ਦੁੱਖ ਦੇ ਰਿਹਾ ਤਾਂ ਵੀ ਤੇਰੀ ਨਿਗਾਹ ਮੇਰੇ ਤੇ। ਬਸ ਰੱਬ ਦੇ ਪਿਆਰੇ ਉਹ ਭਾਣੇ ਵਿੱਚ ਰਜਾ ਵਿੱਚ ਰਾਜੀ ਰਹਿੰਦੇ ਨੇ। ਜਾਣਹੁ ਜੋਤ ਨਾ ਪੁੱਛੋ ਜਾਤੀ, ਆਗੈ ਜਾਤ ਨਾ ਹੈ ਰਹਾਉ। ਐਸੇ ਜੋਤੀ ਪਰਮੇਸ਼ਰ ਨੂੰ ਗੁਰਾਂ ਦੁਆਰਾ ਜਾਣਨਾ ਕਰੇ ਭਾਈ, ਕਿਉਂਕਿ ਗੁਰਾਂ ਦੀ ਜਿਹੜੀ ਜਾਤੀ ਕੁਜਾਤੀ ਨਾ ਪੁੱਛਣਾ ਕਰੇ, ਕਿਉਂਕਿ ਅੱਗੇ ਪਰਲੋਕ ਜਾਤੀ ਨੇ ਨਾਲ ਨਹੀਂ ਜਾਣਾ। ਅੱਗੇ ਜਾਤੀ ਦਾ ਹੈ ਤੋਂ ਭਾਵਨਾ ਤਿਆਗ ਹੈ, ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਨੇ। ਆਪ ਕਰਾਏ ਆਪ ਕਰੇ, ਆਪ ਉਲਾਮੇ ਚਿੱਤ ਧਰੇ। ਕਿਸੇ ਵੇਲੇ ਆਪ ਉਤਪੰਨ ਕਰਦਾ, ਕਿਸੇ ਵੇਲੇ ਬ੍ਰਹਮਾ ਪਾਸੋਂ ਆਪ ਉਤਪੰਨ ਕਰਾਉਂਦਾ ਹੈ। ਆਪ ਹੀ ਜੀਵਾਂ ਪਾਸੋਂ ਕਰਮ ਕਰਾਉਂਦਾ। ਬ੍ਰਹਮਾ ਦੇ ਵਿੱਚ ਕਿਹੜਾ ਹੋਰ ਕੋਈ ਜੋਤ ਆ? ਬ੍ਰਹਮਾ ਵਿੱਚ ਤਾਂ ਆਪ ਬੈਠਾ। ਉਹੀ ਉਹਲਾ ਜਿਹਾ ਪਾਇਆ ਹੋਇਆ ਸਾਨੂੰ ਕਿ ਬ੍ਰਹਮਾ ਪੈਦਾ ਕਰਦਾ। ਬ੍ਰਹਮਾ ਵਿੱਚ ਵੀ ਤਾਂ ਆਪ ਹੀ ਤੁਹਾਡੀ ਹੋਈ ਜੋਤ ਹੈ। ਵਿਸ਼ਨੂੰ ਵਿੱਚ ਵੀ ਤਾਂ ਤੁਸੀਂ ਬਹਿ ਕੇ ਸਾਰਿਆਂ ਨੂੰ ਜੀਆਂ ਨੂੰ ਵੰਡਦੇ ਹੋ ਸਭ ਕੁਝ, ਰੋਜੀ ਰੋਟੀ। ਸ਼ਿਵ ਜੀ ਵਿੱਚ ਬਹਿ ਕੇ ਵੀ ਤਾਂ ਤੁਸੀਂ ਇਸ ਸੰਸਾਰ ਦੀ ਲੈਤਾ ਕਰਦੇ ਹੋ। ਉਹ ਤਾਂ ਇੱਕ ਸਾਨੂੰ ਭੁਲੇਖਾ ਪਾਉਂਦੇ ਹੋ, ਇਹਨਾਂ ਦੇ ਪਿੱਛੇ ਕੌਣ ਆ, ਉਹ ਵੇਖਾ ਉਹਨਾਂ ਨਜ਼ਰ ਨਾ ਆਵੇ, ਬਹੁਤਾ ਆਇਓ ਵਡਾਣ। ਸੋ ਆਪ ਹੀ ਜੀਵਾਂ ਪਾਸੋਂ ਕਰਮ ਕਰਾਉਂਦਾ, ਆਪ ਹੀ ਉਹਨਾਂ ਕਰਮਾਂ ਦਾ ਫਲ ਦੇਣਾ ਕਰਦਾ। ਆਪ ਉਲਾਂਭੇ ਚਿੱਤ ਧਰੇ, ਆਪ ਹੀ ਗੁਰੂ ਰੂਪ ਹੋ ਕੇ ਜਗਿਆਸੂਆਂ ਦੇ ਉਲਾਂਭੇ ਚਿੱਤ ਵਿੱਚ ਧਾਰਦਾ। ਜਾਂ ਤੂੰ ਕਰਨਹਾਰ ਕਰਤਾਰ, ਕਿਆ ਮੁਹਤਾਜੀ ਕਿਆ ਸੰਸਾਰ। ਇਹ ਕਰਤਾਰ ਜਾਂ ਤੂੰ ਹੀ ਸਭ ਕੁਝ ਕਰਨੇ ਵਾਲਾ ਹੈ, ਤਾਂ ਕਿਸੇ ਦੀ ਮੁਹਤਾਜੀ ਕਿਵੇਂ ਹੋ ਸਕਦੀ ਹੈ? ਅਤੇ ਸੰਸਾਰ ਕੀ ਹੈ? ਆਪ ਪਾਏ ਆਪੇ ਦੇ, ਆਪੇ ਦੁਰਮਤ ਮਨਹਿ ਕਰੇ। ਆਪ ਹੀ ਜੀਵਾਂ ਦੀ ਉਤਪਤੀ ਕਰਦਾ, ਫਿਰ ਆਪ ਹੀ ਖਾਣ ਪਾਣ ਦਿੰਦਾ, ਆਪ ਹੀ ਦੁਰਮਤ ਖੋਟੀ ਬੁੱਧੀ ਨੂੰ ਹਟਾਉਣਾ ਕਰਦਾ। ਸੋ ਇਹ ਹੁਣ ਮੇਰੇ ਸਾਹਮਣੇ ਅੱਖਰ ਆਇਆ, ਆਪੇ ਦੁਰਮਤ ਮਨਹਿ ਕਰੇ। ਇਹ ਜੇ 3 ਅੱਖਰ ਨੇ, ਆਪੇ ਮਾਇਆ ਮਨਹਿ ਕਰੇ। ਸੋ ਇਸ ਪ੍ਰਕਾਰ ਇਹ ਤੀਜੇ ਪਾਤਸ਼ਾਹ ਨੇ ਲਿਖਿਆ। ਇੱਥੇ ਮਹਾਰਾਜ ਪਹਿਲੇ ਪਾਤਸ਼ਾਹ ਕਹਿੰਦੇ ਆਪੇ ਦੁਰਮਤ ਮਨਹਿ ਕਰੇ। ਸੋ ਆਪ ਹੀ ਵਾਹਿਗੁਰੂ ਦੁਰਮਤ ਨੂੰ ਮਨਾ ਕਰਦਾ, ਕਹਿੰਦਾ ਹੁਣ ਨਾ ਜਾਈ ਇਹਦੇ ਕੋਲੇ। ਬਸ ਉਹੀ ਦੁਰਮਤ ਨੂੰ ਹੀ ਹਟਾਉਂਦਾ। ਮਾਇਆ ਨੂੰ ਵੀ ਉਹ ਹੁਕਮ ਕਰਦਾ ਹੁਣ ਇੱਧਰ ਨਾ ਜਾਈ। ਵਿਕਾਰਾਂ ਨੂੰ ਵੀ ਕਹਿ ਦਿੰਦੇ ਨੇ ਹੁਣ ਬਸ ਇਹਨੂੰ ਤੰਗ ਨਹੀਂ ਕਰਨਾ, ਅਸੀਂ ਪਰਖ ਲਿਆ ਇਹਨੂੰ ਬਹੁਤ। ਸੋ ਇਸ ਕਰਕੇ ਕਹਿੰਦੇ ਗੁਰਪ੍ਰਸਾਦ ਵਸੈ ਮਨ ਆਏ, ਦੁੱਖ ਹਨੇਰਾ ਵਿੱਚੋਂ ਜਾਏ। ਉਹ ਗੁਰਾਂ ਦੀ ਕਿਰਪਾ ਨਾਲ ਮਨ ਵਿੱਚ ਆ ਕੇ ਵਸਦਾ। ਗੁਰਾਂ ਦੀ ਕਿਰਪਾ ਨਾਲ ਹੀ ਦੁੱਖ ਦਾ ਇਹ ਗਿਆਨ ਰੂਪੀ ਹਨੇਰਾ ਹਿਰਦੇ ਚੋਂ ਚਲਿਆ ਜਾਂਦਾ। ਸਾਚ ਪਿਆਰਾ ਆਪ ਕਰੇ, ਅਵਰੀ ਕਉ ਸਾਚ ਨਾ ਦੇ। ਪਰਮੇਸ਼ਰ ਨੇ ਆਪ ਹੀ ਸੱਚਾ ਨਾਮ ਪਿਆਰਾ ਭਾਵ ਮਹਿੰਗਾ ਕੀਤਾ ਹੋਇਆ ਜਾਣ ਕੇ। ਜਿਵੇਂ ਦਲਾਲ ਵੀ ਜਦ ਕੋਈ ਚੀਜ਼ ਮਹਿੰਗੀ ਹੋ ਜਾਵੇ ਤਾਂ ਆਖਦੇ ਅੱਜ ਕੱਲ੍ਹ ਚੀਜ਼ ਪਿਆਰੀ ਹੋ ਗਈ, ਭਾਵ ਮਹਿੰਗੀ ਹੋ ਗਈ ਹੈ। ਰੱਬ ਨੇ ਜਾਣ ਕੇ ਨਾਮ ਮਹਿੰਗਾ ਰੱਖਿਆ ਕਹਿੰਦੇ। ਸੋ ਇਸ ਕਰਕੇ ਅਵਰੀ ਹੁੰਦਾ ਝੱਲਿਆਂ ਪੁਰਸ਼ਾਂ ਨੂੰ ਆਪਣਾ ਸੱਚ ਨਾਮ ਜਪਣਾ ਨਹੀਂ ਦਿੰਦਾ। ਕਹਿੰਦੇ ਇਹਨੂੰ ਨਹੀਂ ਦੇਣਾ ਨਾਮ, ਇਹਨੂੰ ਨਹੀਂ ਜਪਾਉਣਾ ਆਪਾਂ ਨੇ। ਤਰਲੋਚਨ ਬ੍ਰਾਹਮਣ ਨੂੰ ਦਿੱਤਾ, ਧੰਨੇ ਨੂੰ ਬਖਸ਼ਿਸ਼ ਕਰ ਦਿੱਤੀ। ਜੇ ਕਿਸੈ ਦੇ ਵਖਾਣੈ, ਨਾਨਕ ਆਗੈ ਪੂਛ ਨਾ ਲੇ। ਵਖਾਣੈ ਨਾਨਕ ਤੋਂ ਭਾਵ ਗੁਰੂ ਸਾਹਿਬ ਜੀ ਕਥਨ ਕਰਦੇ ਨੇ। ਕਥਨ ਇਸ ਪ੍ਰਕਾਰ ਕਰਦੇ ਵੀ ਜੇ ਪ੍ਰਮਾਤਮਾ ਕਿਸੇ ਨੂੰ ਨਾਮ ਜਪਣਾ ਦਿੰਦਾ ਨਾ ਤਾਂ ਬਸ ਸਮਝ ਲਓ ਗੱਲ ਬਣ ਗਈ ਉਹਦੀ। ਤਾਂ ਉਸ ਪਾਸੋਂ ਫਿਰ ਆਗੈ ਪਰਲੋਕ 'ਚ ਹਿਸਾਬ ਨਹੀਂ ਪੁੱਛਦਾ, ਇਹੀ ਬਖਸ਼ਿਸ਼ ਕਰਦਾ ਵੱਡੀ। ਆਸਾ ਮਹੱਲਾ ਪਹਿਲਾ। ਸੋ ਕਿਸੇ ਸਮੇਂ ਰਾਸ ਪਈ ਤਾਂ ਲੋਕਾਂ ਨੇ ਆ ਕੇ ਕਿਹਾ ਆਪ ਰਾਸ ਦੇਖੋ। ਤਾਂ ਗੁਰੂ ਸਾਹਿਬ ਜੀ ਨੇ ਕਿਹਾ ਪ੍ਰਤੱਖ ਰਾਸਾਂ ਕੀ ਦੇਖਣੀਆਂ, ਸਾਰਾ ਸੰਸਾਰ ਹੀ ਰਾਸ ਰੂਪ ਹੈ। ਹੁਣ ਰਾਸ ਦਾ ਰੂਪ ਅਲੰਕਾਰ ਸੁਣੋ, ਰੂਪੰਗ ਅਲੰਕਾਰ ਦੱਸਦੇ ਨੇ। ਤਾਲ ਮਦੀਰੇ ਘਟ ਕੇ ਘਾਟ, ਦੋਲਕ ਦੁਨੀਆ ਵਾਜਹਿ ਵਾਜ। ਘਟ ਕੇ ਘਾਟ ਦਾ ਮਤਲਬ ਹਿਰਦੇ ਰੂਪੀ ਸਥਾਨ ਵਿੱਚ ਆਸਾ ਤ੍ਰਿਸ਼ਨਾ ਰੂਪੀ ਤਾਲ ਹੁੰਦਾ, ਕੈਂਸੀਆਂ ਵੱਜ ਰਹੀਆਂ ਨੇ। ਅਤੇ ਸੰਕਲਪਾਂ ਵਿਕਲਪਾਂ ਰੂਪੀ ਰਾਗ ਦਵੈਸ਼ ਰੂਪੀ ਮਦੀਰੇ ਹੁੰਦੇ, ਛੈਣੇ ਖੜਕ ਰਹੇ ਨੇ। ਸੋ ਇਸ ਪ੍ਰਕਾਰ ਦੁਨੀਆ ਰੂਪੀ ਜਿਹੜਾ ਹੈ ਨਾ, ਹੋਰ ਕੀ ਵੱਜ ਰਿਹਾ? ਦੋਲਕ ਹੁੰਦਾ, ਢੋਲਕ ਦਾ ਬਾਜਾ ਵੱਜ ਰਿਹਾ। ਸੋ ਇਸੇ ਪ੍ਰਕਾਰ ਜਿਹੜਾ ਹੈ ਸੰਸਾਰ ਦੇ ਅੰਦਰ ਦੁਨੀਆ ਵਿੱਚ ਦਵੈਤ ਰੂਪੀ ਢੋਲ ਦਾ ਬਾਜਾ ਵੱਜ ਰਿਹਾ। ਤਾਂ ਫਿਰ ਇਸੇ ਤਰ੍ਹਾਂ ਹੀ ਕਹਿੰਦੇ ਨੇ ਨਾਰਦ ਨਾਚੈ ਕਲ ਕਾ ਭਾਉ, ਜਤੀ ਸਤੀ ਕਹਿ ਰਾਖੈ ਪਾਉ। ਕਲਯੁਗ ਦਾ ਜਿਹੜਾ ਭਾਉ ਹੈ, ਪ੍ਰਕਾਰ ਹੈ, ਇਸ ਪ੍ਰਕਾਰ ਹੈ ਕਲਯੁਗ। ਇਹੀ ਨਾਰਦ ਮੁਨੀ ਨੱਚ ਰਿਹਾ ਮਨ ਨੂੰ। ਕਲਯੁਗ ਦੇ ਭਾਉ ਪ੍ਰਕਾਰ ਵਿੱਚ ਜਿਹੜਾ ਮਨ ਨੱਚ ਰਿਹਾ, ਇਹੀ ਨਾਰਦ ਮੁਨੀ ਨੱਚ ਰਿਹਾ। ਐਸੀ ਰਾਸ ਵਿੱਚ ਜਤੀ ਤੇ ਸਤਵਾਦੀ ਪੁਰਸ਼ ਆਪਣੇ ਮਨ ਬੁੱਧੀ ਰੂਪੀ ਪੈਰਾਂ ਨੂੰ ਕਿੱਥੇ ਰੱਖ ਸਕਦੇ ਹਨ? ਨਾਨਕ ਨਾਮ ਵਿਟੋ ਕੁਰਬਾਨ, ਅੰਧੀ ਦੁਨੀਆ ਸਾਹਿਬ ਜਾਣ ਰਹਾਉ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਅਸੀਂ ਨਾਮ ਤੋਂ ਬਲਿਹਾਰ ਜਾਈਏ, ਨਾਮ ਮਿਟੋਂ ਕੁਰਬਾਨ। ਨਾਮ ਜਪਣ ਵਾਲਿਆਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਇਹ ਦੁਨੀਆ ਤਾਂ ਸਾਹਿਬ ਦੇ ਜਾਣਨ ਵੱਲੋਂ ਕਹਿੰਦੇ ਅੰਨੀ ਹੋ ਰਹੀ, ਅੰਧੀ ਦੁਨੀਆ ਸਾਹਿਬ ਜਾਣ।
साहिब दे जानन वालों। कहने ये अन्नी दुनिया तू साहिब नूं जानना कर भाई। फिर बेनती की है कि आप जी ने कहा कि नारद नाचा कल का भाव, इसे आप कलयुग का प्रकार दसो। सो ये गल सुन के महाराज सच्चे पातशाह कलयुग का प्रकार दसदे हन। गुरु पासों फिर चेला खाए, ताम प्रीत वसै मन वसै कर आए। महाराज सच्चे पातशाह कहने देखो कलयुग का प्रकार रीति यदि कहा जा कलयुग है किस प्रकार का है। कहने फिर गुरां पासों चंगे चंगे पदार्थ चेला खावे। ताम फिर कहने फिर ताम हुंदा भोजन की प्रीति करके चेला गुरां दे घर विच आके बसदा। जेकर खाण पीण नूं कोई ना मिले तो चेला गुरु दे नेड़े ही नहीं आउंदा। कलयुग की रीति है नाम नूं तां घट ही मंनदे, लंगरां ते ज्यादा ढेर लग्या हुंदा। रहाओ विश्राम दे के कहने 350 अंग ते पंक्ति अगली। जे 100 वरियां जीवन खाण, खसम पछाणै सो दिन परवान। कहने जे चेला गुरां पास रह के सैकड़े वाले पदार्थ खांदा ते जिउंदा रहे तां उहदा सब बेअर्थी एवें ही खाई जाना खाई जाना खाई जाना। अज बस महापुरखों कोल मठियाई आई है, अज गुरुद्वारे च आह चीज़ बनी है, इहदे नाल की हो जू। गुरुद्वारे मठियाइयां खाण आउणा आपां घरे नहीं खरीद के खा सकते। तां होर थावां दे उत्ते महाराज कहने चेले दे लई ओह दिन प्रमाणिक है जिस दिन गुरां नूं खसम रूप करके पछाणूंगा भी मेरा मालक है, अकाल पुरख है, मेरा सतगुरु ग्रंथ साहिब महाराज गुरां द्वारे जिहड़ा खसम परमात्मा नूं पछाणे। हुण कलयुगी गुरां दे लक्षण कथन करदे। कलयुग च गुरु कहे जे दर्शन देखिया दया न होए, लए दिते बिन रहै न कोए। जद चेला साल जां 2 साल पिछों गुरां दे दर्शन नूं आउंदा अते खाली हत्थीं आके मत्था टेकदा तां केवल दर्शन करन नाल ही गुरां दे मन विच दया नहीं आउंदी। कहण तो भाव कि चेले नूं खाली हत्थीं आया समझ के गुरु उहनूं प्रेम भाव नाल बुलाउंदे ही नहीं, कहते लैके तां कुछ आया ही नहीं नाल, ना ही जल पानी पुछदे ने। कलयुग का समय ही ऐसा चाहे गुरु होवे चाहे सिख आपस विच लए दिते बगैर कोई नहीं रहिंदा। लिया भी की लिआया फिर वो कहते तुसीं लंगर च की बनाया, जे तां मूंगी दी दाल ते रोटी है फिर तो $1 पा के मुड़ जाते हैं। कहने लंगर च बनाए कुछ नहीं। जे वधिया खाण पीण दे भोजन है कहने लंगर वालों का भी खर्चा खासा $10 पाओ या 100 रुपया पाओ। इस प्रकार एक दूजे नाल व्यापार ही करते सारे जाने। हुण कलयुगी राजा की दशा दसदे कहंदे ने राजा न्याओ करे हथ होए, कह खुदाए न मानै कोए। राजा हक विच तां न्याय करदा जेकर वो हथ विच कोई रुपया रखो, रिश्वत दिओ, कहंदे वड्डी दिओ पहला। जेकर कोई कहे मैं तां गरीब हाँ जी मेरे पास माया नहीं इसलिए तुसीं खुदा दे निमित्त न्याय कर दिओ तां खुदा दा नाम कहण नाल कोई नहीं मनदा। अजकल वो नहीं सुनदा, अगला कहंदा रब रब घरे जाके कर, इधर पैसे दे पहला फिर काम होऊगा। मानस मूरत नानक नाम, करनी कुत्ता दर फुरमान। महाराज कथन करदे कलयुगी जीव नाम मात्र मनुख मूर्ति है, क्योंकि इन्हां जीवां दी करनी कुत्तियां वांग है। जिस वेले ब्रह्मा ने सृष्टि रची तां मनुखां दी खल अते कुत्तियां दा मसाला वध गया। उस वेले उस मसाले नूं व्यर्थ ना गवाया ते मनुख दी खोपड़ी विच भर दिता, जिस तो मनमुख हो गए। ये परमेश्वर दे दर दा फरमान तो भाव हुक्म है। गुर प्रसाद जाणै मेहमान, तां किछ दरगह पावै मान। गुरां दी किरपा नाल अपने आप नूं दुनिया च प्राहुणा जाण के रहे कि भी थोड़े चंद दिन ही रहना दुनिया च, किहड़ा बहुता जिउणा है। दर फरमान परमेश्वर दे दर दा हुक्म मन्ने तां ही फिर परमात्मा की दरगाह विच कुछ मान आदर प्राप्त करदा है। ये नहीं कि इत्थे पक्के महल उसार के बह गया एक दूजे ने पुछ तू पक्का हो गया तू पक्का हो गया। पक्के तो उदों मन्नांगे जद इत्थे पक्के सदा लई रहांगे। धरती नहीं पक्की, आसमान च तारे नहीं पक्के, ये तो परलों आ जानी सब खत्म हो जाना। कित्थे पक्का कोई, पक्का वाहिगुरू है, पक्के नाल ही जुड़िए। नानक कचड़ियां स्यों तोड़, ढूंढ सज्जन संत पक्कियां, वो जीवन दे विछड़ा वो मोया ना जाही छोड़। सो इस प्रकार महाराज ने बख्शिश की है। सो 350 अंग तक यह चौथा शब्द आपां आसा राग के प्रारंभ तो लैके श्रवण किया। फिर सतगुरु कृपा करनगे शब्द श्रवण करांगे। धन गुरु नानक देव जी आप कृपा कर रहे, सच्चे पातशाह सिर ते मेहर भरिया हाथ रख रहे ने। इसे प्रकार सतगुरु हाथ रखण सिर ते चढ़दी कला विच कथा कराउण। वाहेगुरु 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 वाहेगुरु
ਦੇ ਵਿੱਚ 351 ਅੰਗ ਦੇ ਉੱਪਰੋਂ ਹੀ ਪਹਿਲਾ ਸ਼ਬਦ। ਸੋ ਇਸ ਰਾਗ ਦਾ ਇਹ ਪਾਵਨ 8ਵਾਂ ਸ਼ਬਦ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਆਸਾ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਮਹਾਰਾਜ ਆਸਾ ਰਾਗ ਦੀ ਪਾਵਨ ਬਖਸ਼ਿਸ਼ ਕਰਦੇ ਹਨ। ਸੋ ਇਹ ਆਸਾ ਰਾਗ ਜੋ ਹੈ, ਇਸ ਰਾਗ ਨੂੰ ਅੰਮ੍ਰਿਤ ਵੇਲੇ ਗਾਇਨ ਕੀਤਾ ਜਾਂਦਾ ਹੈ। ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਆਸਾ ਦੀ ਵਾਰ ਜਿਵੇਂ ਆਪਾਂ ਸ਼ਰਵਣ ਕਰਦੇ ਹਾਂ, ਇਸੇ ਰਾਗ ਵਿੱਚੋਂ ਹੈ। ਮਹਾਰਾਜ ਜੀ ਫਰਮਾਉਂਦੇ ਹਨ ਕਿ ਰਾਮ ਨਾਮ ਫਲ ਹੋਊਗਾ। ਰਾਮ ਨਾਮ ਜਪਣਾ ਜਿਹੜਾ ਹੈ, ਇਹ ਉਸ ਵੇਲੇ ਤੋਂ ਫਲ ਪ੍ਰਾਪਤ ਹੋਇਆ ਹੈ। ਕਦੋਂ? ਕਰਮ ਕਰਤੂਤ ਬੇਲ ਵਿਸਤਾਰੀ। ਜਿਹੜਾ ਨਿਸ਼ਕਾਮ ਕਰਮਾਂ ਦੀ ਜੋ ਕਰਤੂਤ ਕਰਤੱਵਤਾ ਕਰਨੀ ਹੈ ਨਾ, ਨਿਸ਼ਕਾਮ ਕਰਮ ਉਹ ਹੁੰਦੇ ਨੇ ਜਿਵੇਂ ਨਿਹਕਾਮ, ਕਾਮਨਾ ਤੋਂ ਰਹਿਤ ਹੋ ਕੇ ਸੇਵਾ ਕਰਨੀ। ਇੱਕ ਸੇਵਾ ਹੁੰਦੀ ਹੈ ਜਿਹ 'ਚ ਆਪਣੀ ਕੋਈ ਇੱਛਾ ਹੁੰਦੀ ਆ, ਕਾਮਨਾ ਕਰਦੇ ਆ ਆਪਾਂ। ਪਰ ਸਤਿਗੁਰੂ ਮਹਾਰਾਜ ਕਹਿੰਦੇ ਜਾਂ ਬੰਦਗੀ ਕਰਨੀ ਹੈ, ਇਹਦੇ ਵਿੱਚ ਭਾਈ ਨਿਸ਼ਕਾਮ ਹੋ ਕੇ ਚੱਲੇ। ਕੋਈ ਸੇਵਾ ਵੀ ਕਰਨੀ ਹੈ ਤਾਂ ਵੀ ਨਿਸ਼ਕਾਮ ਹੋ ਕੇ ਕਰੇ। ਸੋ ਜਿਵੇਂ ਨਿਸ਼ਕਾਮ ਕਰਮਾਂ ਦੀ ਜੋ ਕਰਤੂਤ ਭਾਵ ਕਰਤੱਵਤਾ ਹੈ, ਇਹ ਉੱਤਮ ਵੇਲ ਵਿਸਥਾਰੀ ਤੋਂ ਭਾਵ ਹੈ, ਫੈਲੀ ਹੋਈ ਹੈ। ਨਿਸ਼ਕਾਮ ਕਰਮ ਪਹਿਲਾਂ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕਾ ਹੋਤ ਪ੍ਰਾਪਤ ਸੁਆਮੀ। ਫੇਰ ਕਹਿੰਦੇ ਨੇ ਰਾਮ ਨਾਮ ਫਲ ਹੋਊਗਾ। ਰਾਮ ਨਾਮ ਵਾਹਿਗੁਰੂ ਵਾਹਿਗੁਰੂ ਜਿਹੜਾ ਜਪਣਾ ਹੈ, ਇਹ ਉਸ ਵੇਲੇ ਤੋਂ ਫਲ ਪ੍ਰਾਪਤ ਹੋਇਆ ਹੈ। ਤਿਸ ਰੂਪ ਨਾ ਰੇਖ ਅਨਾਹਦ ਵਾਜੈ, ਸ਼ਬਦ ਨਿਰੰਜਨ ਕੀਆ। ਸੋ ਜਿਸ ਨੇ ਅਨਾਹਦ ਹੁੰਦਾ ਇੱਕ ਰਸ ਗੁਰ ਸ਼ਬਦ ਨੂੰ, ਵਾਜਾ ਦਾ ਮਤਲਬ ਹੁੰਦਾ ਉਚਾਰਿਆ। ਜਿਨ੍ਹਾਂ ਨੇ ਇੱਕ ਰਸ ਗੁਰ ਸ਼ਬਦ ਨੂੰ ਉਚਾਰਿਆ, ਇੱਕ ਰਸ ਲਗਾਤਾਰ ਪਾਠ ਕਰਦੇ ਨੇ, ਅਭਿਆਸ ਕਰਦੇ ਨੇ, ਸਿਮਰਨ ਕਰਦੇ ਨੇ, ਮਨ ਬਾਣੀ ਸਰੀਰ ਕਰਕੇ ਬਿਰਤੀ ਇੱਕ ਹੋ ਜਾਂਦੀ ਹੈ। ਜਿਸ ਨਿਰੰਜਨ ਪਰਮਾਤਮਾ ਦੀ ਕੋਈ ਰੂਪ ਰੇਖ ਨਹੀਂ ਹੈ, ਸੋ ਤਿਸ ਰੂਪ ਨਾ ਰੇਖ, ਉਹ ਪਰਮਾਤਮਾ ਉਸ ਜਗਿਆਸੂ ਨੂੰ ਪ੍ਰਾਪਤ ਹੋਇਆ ਜਿਹਨੇ ਇੱਕ ਰਸ ਸ਼ਬਦ ਨੂੰ ਉਚਾਰਨ ਕੀਤਾ। ਦੂਜੀ ਇਸ ਪ੍ਰਕਾਰ ਹੈ ਕਿ ਨਿਸ਼ਕਾਮ ਕਰਮਾਂ ਦੀ ਜੋ ਕਰਤੱਵਤਾ ਹੈ, ਇਹ ਉੱਤਮ ਵੇਲ ਵਿਸਥਾਰੀ ਹੈ। ਰਾਮ ਨਾਮ ਜਪਣਾ ਇਹਨੂੰ ਫੁੱਲ ਲੱਗਿਆ, ਬ੍ਰਹਮ ਗਿਆਨ ਰੂਪ ਫਲ ਪ੍ਰਾਪਤ ਹੋਇਆ ਹੈ। ਸੋ ਜਿਸ ਨਿਰੰਜਨ ਦਾ ਕੋਈ ਰੂਪ ਰੇਖਾ ਨਹੀਂ ਪਰਮਾਤਮਾ ਦਾ, ਸੋ ਹੱਦ ਤੋਂ ਰਹਿਤ ਹੈ, ਜੋ ਅਨਾਹਦ ਤੋਂ ਭਾਵ ਹੱਦ ਤੋਂ ਰਹਿਤ ਹੈ। ਐਸਾ ਜੋ ਸ਼ਬਦ ਤੋਂ ਭਾਵ ਹੈ ਬ੍ਰਹਮ ਹੈ। ਵਾਜਾ ਹੁੰਦਾ ਪ੍ਰਗਟ ਕੀਤਾ, ਇੱਕ ਵਾਜਾ ਹੁੰਦਾ ਉਚਾਰਨਾ, ਇੱਕ ਵਾਜਾ ਹੁੰਦਾ ਪ੍ਰਗਟ ਕਰਨਾ। ਇਹਦੇ ਦੋ ਭਾਵ ਅਰਥ ਹੋਏ ਨੇ ਕਿ ਇਹ ਉਸ ਫਲ ਦਾ ਰਸ ਪ੍ਰਾਪਤ ਹੋਇਆ ਜਿਹੜਾ ਅੰਦਰ ਵਾਜੇ ਵੱਜ ਪਏ ਨੇ। ਸਿਮਰਨ ਜਿਹੜਾ ਅੰਦਰ ਸ਼ੁਰੂ ਹੋ ਜਾਂਦਾ ਆਪਣੇ ਆਪ ਹੀ। ਅਸਲ ਵਿੱਚ ਇੱਥੇ ਤੱਕ ਹੀ ਆਪਾਂ ਬੋਲ ਕੇ ਸੁਣਾ ਸਕਦੇ ਹਾਂ। ਹੁਣ ਇਸ ਤੋਂ ਅੱਗੇ ਅਵਸਥਾ ਦਾ ਕੋਈ ਅਨੁਭਵ ਕਰੇ ਤਾਂ ਉਹਨੂੰ ਪਤਾ ਹੁੰਦਾ। ਇਹਦੀ ਵਿਆਖਿਆ ਨਹੀਂ ਹੋ ਸਕਦੀ ਹੈ ਕਿ ਉਹ ਕਿਸ ਪ੍ਰਕਾਰ ਅੰਦਰ ਹੁੰਦਾ। ਕਰੇ ਵਖਿਆਣ ਜਾਣੈ ਜੇ ਕੋਈ, ਅੰਮ੍ਰਿਤ ਪੀਵੈ ਸੋਈ ਰਹਾਉ। ਜਿਹੜਾ ਕੋਈ ਹੁਣ ਗੁਰਮੁਖ ਰਾਮ ਨਾਮ ਨੂੰ ਕਥਨ ਕਰਦਾ, ਪਰਮਾਤਮਾ ਦਾ ਨਾਮ ਜਪਦਾ ਭਾਈ, ਉਹੀ ਬ੍ਰਹਮਾਨੰਦ ਰੂਪੀ ਅੰਮ੍ਰਿਤ ਪੀਂਦਾ ਹੈ। ਵਿਸ਼ਰਾਮ ਦੇ ਕੇ ਕਹਿੰਦੇ ਮਹਾਰਾਜ ਹੁਣ ਇਸ ਗੱਲ ਨੂੰ ਦੱਸਦੇ ਨੇ ਆਪਾਂ ਨੂੰ ਕਿ ਬ੍ਰਹਮਾਨੰਦ ਰੂਪ ਅੰਮ੍ਰਿਤ ਪੀਣ ਵਾਲੇ ਨੂੰ ਇਹ ਕਥਾ ਦੀ ਸਮਝ ਲੱਗਦੀ ਹੈ। ਹੁਣ ਜਿਹੜੇ ਲੋਕ ਸਿਰਫ ਗੁਰਬਾਣੀ ਦੇ ਅਰਥ ਹੀ ਕਰਦੇ ਨੇ, ਨਾ ਕੋਈ ਸਿਮਰਨ, ਨਾ ਬੰਦਗੀ, ਨਾ ਕੋਈ ਨਿਤਨੇਮ, ਨਾ ਕੋਈ ਰਹਿਤ ਬਹਿਤ, ਉਹ ਅਸਲ 'ਚ ਗੁਰਬਾਣੀ ਦੀ ਵਿਆਖਿਆ ਨੂੰ ਸਹੀ ਢੰਗ ਨਾਲ ਕਰ ਨਹੀਂ ਸਕਦੇ। ਸੋ ਜਿਵੇਂ ਇੱਕ ਕਾਰੀਗਰ ਹੈ, ਇੱਕ ਕੋਈ ਅੱਛਾ ਚਿੱਤਰਕਾਰ ਚੀਜ਼ ਦੇ ਵਿੱਚ ਜਾਨ ਪਾ ਦਿੰਦਾ। ਬਹੁਤ ਇਹ ਚਿੱਤਰਕਾਰ ਕਿਸੇ ਦੀ ਤਾਂ ਤਸਵੀਰ 100 ਰੁਪਏ ਦੀ ਵਿਕਦੀ ਹੈ, ਕਿਸੇ ਦੀ ਬਣਾਈ ਹੋਈ ਲੱਖ ਰੁਪਏ ਦੀ ਵਿਕਦੀ ਹੈ। ਉਹ 'ਚ ਕੋਈ ਗੱਲ ਹੁੰਦੀ ਹੈ, ਕਿਉਂਕਿ ਉਹਦੇ ਮਨ ਦੀ ਸੂਖਮਤਾ ਜਿੰਨੀ ਹੁੰਦੀ ਹੈ, ਅਨੁਭਵ ਹੁੰਦਾ ਹੈ, ਉਹ ਕਲਾਕਾਰ ਦੇ ਅੰਦਰ ਚੀਜ਼ ਹੁੰਦੀ ਹੈ। ਇਸੇ ਪ੍ਰਕਾਰ ਜਿਨ੍ਹਾਂ ਨੇ ਅੰਦਰੋਂ ਸਿਮਰਨ ਕੀਤਾ, ਅੰਦਰ ਅਵਸਥਾ ਪ੍ਰਾਪਤ ਹੋਈ ਹੈ, ਉਹ ਗੁਰਬਾਣੀ ਦੇ ਅਸਲ ਭਾਵ ਅਰਥ ਨੂੰ ਸਮਝਦੇ ਹੁੰਦੇ ਨੇ ਕਿ ਇਹ ਕੀ ਲਿਖਿਆ। ਜਿਹੜੇ ਸਿਰਫ ਪੈਸੇ ਕਮਾਉਣ ਲਈ ਉਤਾਰਾ ਮਾਰਦੇ ਨੇ, ਉਹ ਸਹੀ ਢੰਗ ਨਾਲ ਇਹਦੇ ਅਰਥ ਵਿਆਖਿਆ ਕਰ ਨਹੀਂ ਸਕਦੇ। ਜਿਨ ਪੀਆ ਸੇ ਮਸਤ ਪਏ ਹੈ, ਟੂਟੇ ਬੰਧਨ ਫਾਹੇ। ਜਿਹਨੇ ਉਹ ਬ੍ਰਹਮਾਨੰਦ ਰੂਪੀ ਅੰਮ੍ਰਿਤ ਪੀਤਾ, ਹੁਣ ਉਹੀ ਮਸਤ ਹੋਵੇਗਾ, ਆਨੰਦ ਉਹਨੂੰ ਆਵੇਗਾ। ਉਹੀ ਇਹਦੀ ਵਿਆਖਿਆ ਕਰ ਸਕਦਾ ਹੈ ਕਿ ਇਸ ਪ੍ਰਕਾਰ ਕਿਰਪਾ ਹੁੰਦੀ ਆ। ਫਿਰ ਉਹਨਾਂ ਦੇ ਜਿਹੜੇ ਫਾਹੇ ਰੂਪ ਦੁਨਿਆਵੀ ਬੰਧਨ ਹੈ, ਉਹ ਸਾਰੇ ਹੀ ਟੁੱਟ ਗਏ, ਖਤਮ ਹੋ ਗਏ। ਮਹਾਰਾਜ ਦੀ
ਕਿਰਪਾ ਹੋ ਗਈ। ਜੋਤੀ ਜੋਤ ਸਮਾਣੀ ਭੀਤਰ, ਤਾਂ ਛੋਡੇ ਮਾਇਆ ਕੇ ਲਾਹੇ। ਜਿਹੜੇ ਹੁਣ ਮਾਇਆਵੀ ਲਾਭ ਸਾਰੇ ਲੋਕ ਲੈਂਦੇ ਫਿਰਦੇ ਨੇ, ਇਹ ਜਿਨ੍ਹਾਂ ਦੀ ਜੋਤੀ ਜਿਹੜੀ ਹੈ ਪਰਮਾਤਮਾ ਹੈ, ਜੋਤੀ ਤੋਂ ਭਾਵ ਪਰਮਾਤਮਾ। ਸੋ ਪਰਮਾਤਮਾ ਦੇ ਭੀਤਰ ਹੁੰਦਾ ਅੰਦਰ, ਇਹਦੀ ਜਿਹੜੀ ਜੋਤ ਹੈ ਜਾਂ ਭੇਦ ਹੋਈ ਜਿਸ ਇਨਸਾਨ ਦੀ, ਉਹ ਮਾਇਆ ਦੇ ਲਾਹੇ ਲੈਣੇ ਛੱਡ ਦਿੰਦਾ। ਉਹ ਫਿਰ ਨਾਮ ਦਾ ਹੀ ਲਾਹਾ ਖੜਦਾ। ਉਹਦੇ ਭਾਵੇਂ ਸਭ ਕੁਝ ਰੁੜ ਜੇ, ਉਹਨੂੰ ਕੋਈ ਮਤਲਬ ਨਹੀਂ। ਉਹਨੂੰ ਪਤਾ ਇਹ ਬੇਅਰਥੀ ਹੈ। ਇਸ ਕਰਕੇ ਫਿਰ ਉਹ ਜਿਨ੍ਹਾਂ ਦੇ ਅੰਦਰ ਸੁਰਤੀ ਬਿਰਤੀ ਕਾਇਮ ਹੋ ਕੇ ਪ੍ਰਕਾਸ਼ਤਾ ਹੋ ਜਾਂਦੀ ਹੈ, ਨਾਲੇ ਉਹਨਾਂ ਦੇ ਤਾਂ ਲక్ష్ਮੀ ਉਹੀ ਚਰਨਾਂ 'ਚ ਆ ਕੇ ਬੇਨਤੀਆਂ ਕਰੀ ਜਾਂਦੀਆਂ, ਸੇਵਾ ਲੈ ਲਓ, ਕੋਈ ਸੇਵਾ ਲੈ ਲਓ। ਦੇਵਤੇ ਕਹੀ ਜਾਂਦੇ ਕੋਈ ਹੁਕਮ ਕਰੋ। ਸ਼ਕਤੀਆਂ ਕੋਲ ਐਵੇਂ ਖੜੀਆਂ ਰਹਿੰਦੀਆਂ, ਮੈਨੂੰ ਹੁਕਮ ਕਰੋ। ਉਹ ਕਹਿੰਦੇ ਕੋਈ ਲੋੜ ਨਹੀਂ, ਜਾਓ ਤੁਸੀਂ ਇੱਥੋਂ, ਮੈਨੂੰ ਬੰਦਗੀ ਕਰਨ ਦਿਓ, ਰਸ ਲੈਣ ਦਿਓ। ਉਹਦੇ ਤਾਂ ਵੈਸੇ ਹੀ ਸਾਰੇ ਦਾਸ ਹੀ ਬਣ ਜਾਂਦੇ ਹਨ। ਸਰਬ ਜੋਤ ਰੂਪ ਤੇਰਾ ਦੇਖਿਆ, ਸਗਲ ਭਵਨ ਤੇਰੀ ਮਾਇਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਹੁਤ ਉੱਚਾ ਉਪਦੇਸ਼ ਕਰਦੇ। ਜੇ ਕਿਸੇ ਦੀ ਕਿਸਮਤ ਹੋਵੇ, ਲੈਣ ਵਾਲਾ ਭਾਂਡਾ ਮੂਹਰੋਂ ਤਕੜਾ ਹੋਵੇ, ਸਭ ਕੁਝ ਲੈ ਜਾ ਸਕਦਾ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਸਭ ਜੋਤੀਆਂ ਵਿੱਚ ਤੇਰੇ ਹੀ ਰੂਪ ਨੂੰ ਦੇਖਿਆ ਸੀ, ਅਤੇ ਸਾਰੇ 14 ਭਵਨਾਂ ਵਿੱਚ ਤੇਰੀ ਜਿਹੜੀ ਮਾਇਆ ਤੋਂ ਭਾਵ ਹੈ, ਸਗਲ ਭਵਨ ਤੇਰੀ ਮਾਇਆ। ਇੱਥੇ ਮਾਇਆ ਦਾ ਅਰਥ ਦਇਆ ਵੀ ਲਾ ਲੈਣਾ, ਮਾਇਆ ਦਾ ਅਰਥ, ਕਿਉਂਕਿ ਹੁਣ ਤੇਰੇ ਰੂਪ ਨੂੰ ਦੇਖਿਆ ਤਾਂ ਤੇਰੀ ਮਾਇਆ ਤੋਂ ਭਾਵ ਮਾਇਆ। ਸਭ ਜੋਤੀਆਂ ਵਿੱਚ ਤੇ ਸਾਰਿਆਂ ਰੂਪਾਂ ਵਿੱਚ ਤੈਨੂੰ ਦੇਖਿਆ। ਸਾਰੇ ਭਵਨ ਤੇਰੀ ਮਾਇਆ ਹੀ ਰਚਤ ਨੇ, ਤੇਰੀ ਮਾਇਆ ਤੋਂ ਰਚੇ ਹੋਏ ਨੇ। ਸਾਰਿਆਂ ਭਵਨਾਂ ਵਿੱਚ ਨਾਮ ਰੂਪ ਕਰਕੇ ਤੇਰੀ ਮਾਇਆ ਜਿਹੜੀ ਆ ਉਹ ਵਿਆਪਕ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਰਬ ਜੋਤ ਰੂਪ ਤੇਰਾ ਦੇਖਿਆ। ਮੈਂ ਤਾਂ ਸਾਰੀਆਂ ਜੋਤਾਂ 'ਚ ਤੇਰੇ ਹੀ ਰੂਪ ਦੇਖਦਾ ਹਾਂ, ਤੈਨੂੰ ਹੀ ਦੇਖਿਆ, ਤੂੰ ਹੀ ਹੈ। ਨਾਮਦੇਵ ਜੀ ਨੇ ਦੇਖ ਲਓ ਕੂਕਰ 'ਚ ਭਗਵਾਨ ਨੂੰ, ਸੱਪ 'ਚ, ਸ਼ੇਰ 'ਚ, ਹੋਰ ਬਹੁਤ ਸਾਰੀਆਂ ਚੀਜ਼ਾਂ ਵਿੱਚ ਦੇਖਿਆ। ਕੋਈ ਦੈਂਤ ਆ ਗਿਆ ਉਹ 'ਚ, ਬੰਦੇ 'ਚ। ਮਹਾਰਾਜ ਦਸਵੇਂ ਪਾਤਸ਼ਾਹ ਨੇ ਜਦ ਕਿਹਾ, ਉਗਰਦੰਤੀ ਬਾਣੀ ਹੈ ਮਹਾਰਾਜ ਦੀ, ਉਹ ਦਸਮ ਗ੍ਰੰਥ ਤੋਂ ਬਾਹਰ ਹੈ। ਕਈ ਬਾਣੀਆਂ ਦਸਮ ਗ੍ਰੰਥ ਤੋਂ ਬਾਹਰ ਤਾਂ ਰਹਿ ਗਈਆਂ। ਮਹਾਰਾਜ ਨੇ ਵਚਨ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਜਾਣਾ, ਨਾ ਉੱਪਰ ਕਰਨੀ। ਦਸਮ ਗ੍ਰੰਥ 1428 ਅੰਗ ਤੇ ਹੀ ਸਮਾਪਤੀ ਕਰਤੀ। ਭਗਉਤੀ ਸਤੋਤਰ ਹੈ, ਬ੍ਰਹਮ ਕਵਚ ਹੈ, ਅਤੇ ਇਸੇ ਪ੍ਰਕਾਰ ਇਹ ਜਿਹੜੀਆਂ ਉਗਰਦੰਤੀ ਆਦਿਕ ਬਾਣੀਆਂ ਇਹ ਬਾਹਰ ਰਹਿ ਗਈਆਂ। ਫਿਰ ਜਿਹਦੀ ਬੁੱਧੀ ਉੱਚੀ ਹੁੰਦੀ ਹੈ, ਜਿਹਦੇ ਅੰਦਰ ਓਨਾ ਗਿਆਨ ਹੁੰਦਾ, ਉਹਨੂੰ ਤਾਂ ਪਤਾ ਹੈ ਕਿ ਕੀ ਲਿਖਿਆ ਹੋਇਆ। ਆਮ ਜਿਹੜੇ ਆ ਸਧਾਰਨ ਜੇ ਮਨੁੱਖ ਨੇ, ਰੌਲੇ ਕੇ ਸਿੱਖ, ਇਹਨਾਂ ਤੋਂ ਵਿਚਾਰਿਆਂ ਨੂੰ ਗਿਆਨ ਹੀ ਹੈ। ਨਾਲੇ ਮੈਨੂੰ ਇਹਨਾਂ ਤੇ ਤਰਸ ਆਉਂਦਾ ਵੀ ਜਿਹੜੀ ਤੁਹਾਡੀ ਹਾਲਤ ਹੋਣੀ ਪਰਲੋਕ ਵਿੱਚ, ਬਹਿ ਜਾ ਕਰਾ ਦੇਣੀ ਤੁਹਾਡੀ ਇੱਕ ਵਾਰ ਮਹਾਰਾਜ ਨੇ। ਬਹੁਤ ਕੁਟਾਪਾ ਪੈਂਦਾ। ਫਿਰ ਇੱਥੇ ਤਾਂ ਰੌਲਾ ਪਾ ਲਓ ਜਿਹੜਾ ਪਾਉਣਾ, ਪਰ ਅੱਗੇ ਤੁਹਾਨੂੰ ਬਹੁਤ ਜ਼ਿਆਦਾ ਔਖੇ ਹੋਣਾ ਪੈਣਾ। ਸਾਰਿਆਂ ਨੂੰ ਸੁਧਾਰ ਲਓ ਆਪਣਾ ਆਪ, ਜੇ ਸੁਧਾਰਿਆ ਜਾਂਦਾ ਤੁਹਾਡੇ ਕੋਲੋਂ। ਤਾਂ ਦਸਵੇਂ ਪਾਤਸ਼ਾਹ ਨੇ ਕਿਹਾ ਨਾ, ਪਹਿਲੇ ਦਸਵੇਂ 'ਚ ਕੋਈ ਫਰਕ ਨਹੀਂ। ਪਹਿਲੇ ਪਾਤਸ਼ਾਹ ਕਹਿੰਦੇ ਸਰਬ ਜੋਤ ਰੂਪ ਤੇਰਾ ਦੇਖਿਆ। ਹੁਣ ਤੇਰਾ ਹੀ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਤੂੰ ਹੀ ਹੈ, ਸਭ ਕੁਝ ਤੂੰ ਹੀ ਹੈ, ਤੂੰ ਹੀ ਹੈ। ਤੁਸੀਂ ਕਿਹਨੂੰ ਦੇਖਦੇ ਹੋ? ਆਪਾਂ ਬਾਹਰਲੇ ਆਕਾਰ ਨੂੰ ਦੇਖਦੇ ਹਾਂ। ਮਹਾਰਾਜ ਕਹਿੰਦੇ ਤੁਸੀਂ ਬਾਹਰਲੇ ਆਕਾਰ ਨੂੰ ਦੇਖਦੇ ਹੋ। ਜਿਵੇਂ ਭਗਤ ਰਵਿਦਾਸ ਜੀ ਲੋਕਾਂ ਨੂੰ ਕਹਿੰਦੇ ਉਹ ਤੁਸੀਂ ਤਾਂ ਚਮਿਆਰ ਹੋ, ਚੰਮ ਦੇਖਦੇ ਹੋ, ਕਿਹਦਾ ਗੋਰਾ ਕਿਹਦਾ ਕਾਲਾ, ਕਿਹਦੀ ਕਿਹੜੀ ਜਾਤੀ ਹੈ, ਤੁਸੀਂ ਤਾਂ ਇੱਥੇ ਹੀ ਫਸੇ ਹੋਏ ਹੋ। ਕਹਿੰਦੇ ਮੈਂ ਦੇਖਦਾ ਸਾਰਿਆਂ ਵਿੱਚ ਪਰਮਾਤਮਾ ਨੂੰ। ਕਲਗੀਧਰ ਪਿਤਾ ਜੀ ਤਾਂ ਦਵੈਤ ਏਕ ਰੂਪ ਹਵੈ ਗਏ, ਉਹ ਦੇਖ ਕੇ ਉਹ ਤਾਂ ਹਰੇਕ 'ਚ ਤੇਰੀ ਜੋਤ ਹੀ ਦੇਖਦੇ ਆ, ਤੂੰ ਹੀ ਆ। ਉਹ ਕਹਿੰਦੇ ਇਹ ਵੀ ਤੂੰ ਹੀ ਆ। ਕਿਸੇ ਅਵਤਾਰ ਦਾ ਨਾਮ ਲੈਂਦੇ ਕਹਿੰਦੇ ਇਹ ਵੀ ਤੂੰ ਹੀ ਹੈ। ਬੜੀ ਉੱਚੀ ਬਿਰਤੀ ਆ। ਆਮ ਲੋਕ ਕਹਿੰਦੇ ਨੇ ਇਹ ਜਿਹੜੇ ਅਵਤਾਰ ਨੇ ਜੀ, ਪੀਰ ਨੇ, ਹੋਰ ਨੇ, ਬੜੀ ਨਿੰਦਾ ਕਰਦੇ। ਸਾਰਿਆਂ ਦੀ ਨਿੰਦਿਆ, ਲੋਕਾਂ ਦੀ ਨਿੰਦਿਆ। ਕਿਸੇ ਨੂੰ ਨੇੜੇ ਲਾਓਗੇ ਵੀ ਤੇ ਸਾਰਿਆਂ ਨੂੰ ਨਿੰਦ ਕੇ ਭਜਾ ਦਿਓਗੇ। ਫਿਰ ਇਸ ਕਰਕੇ ਇਹ ਗੁਰਬਾਣੀ ਦੀ ਅਸਲੀਅਤ ਨੂੰ ਸਮਝਣਾ ਪੈਣਾ ਕਿ ਹਲਿਆ ਕਰਨ ਨਾਲ ਸਿੱਖੀ ਨਹੀਂ ਮਿਲ ਜਾਂਦੀ। ਰਾਰੈ ਰੂਪ ਨਿਰਾਲਮ ਬੈਠਾ, ਨਦਰ ਕਰੇ ਵਿੱਚ ਛਾਇਆ। ਹੁਣ ਰਾਰੇ ਦੁਆਰਾ ਕਥਨ ਕਰਦੇ ਨੇ, ਕਹਿੰਦੇ ਲੇਕਿਨ ਅੱਗੇ ਅੱਖਰਾਂ ਦਾ ਕੋਈ ਪ੍ਰਕਰਨ ਨਹੀਂ ਚੱਲਦਾ। ਇਸ ਲਈ ਇਹ ਅਰਥ ਇਸ ਪ੍ਰਕਾਰ ਹੈ, ਉਸ ਗਿਆਨਵਾਨ ਦਾ ਰੂਪ ਦੁਨਿਆਵੀ ਰਾਰਾ ਹੁੰਦਾ ਝਗੜਿਆਂ ਤੋਂ। ਰਾਰ ਹੁੰਦੀ ਝਗੜਾ ਅਸਲ ਵਿੱਚ। ਰਾਰਾ ਇਹ ਅੱਖਰ ਪਿੰਗਲ ਦੀ ਮਾਤਰਾ ਅਨੁਸਾਰ ਵੀ ਵਧਾ ਕੇ ਲਾਇਆ ਹੋਣਾ। ਝਗੜਿਆਂ ਤੋਂ ਨਿਰਾਲਮ ਹੁੰਦਾ, ਅਸੰਗ ਹੋ ਕੇ ਬੈਠਾ। ਆਪ ਦੇਖੋ ਲੜਦੇ ਲੋਕ, ਲੜਦੀ ਦੁਨੀਆ, ਸਭ ਜੰਗਾਂ ਹੁੰਦੀ, ਆਪ ਨਿਰਾਲਮ ਬੈਠਾ ਦੇਖਦਾ, ਬੈਠਾ ਵੇਖੈ ਵੱਖ ਅਕੇਲਾ।
ਹੁਣ ਜਿਸ ਤੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਹਨ, ਉਹ ਹਿਰਦੇ 'ਚ ਪਰਮੇਸ਼ਰ ਨੂੰ ਛਾਇਆ ਹੋਇਆ ਭਾਵ ਨਿਸ਼ਚੈ ਕਰਦਾ। ਕਹਿੰਦੇ ਵੀ ਫਲਾਨਾ ਤਾਂ ਛਾ ਗਿਆ, ਸਾਰੇ ਛਾ ਗਿਆ, ਪਰਮੇਸ਼ਰ ਹੀ ਛਾਇਆ ਹੋਇਆ ਸਾਰੇ ਕਿਤੇ, ਤੇ ਸਾਡੇ ਹਿਰਦਿਆਂ ਵਿੱਚ ਵੀ ਉਹੀ ਛਾਇਆ ਹੋਇਆ। ਸੋ ਜਿਵੇਂ ਅਸਮਾਨ ਵਿੱਚ ਸਾਰੇ ਬੱਦਲ ਛਾ ਜਾਂਦਾ, ਇਸੇ ਤਰ੍ਹਾਂ ਦਸਮ ਦੁਆਰ ਚੇਤਨਾ ਆਕਾਸ਼ ਵਿੱਚ ਹਿਰਦੇ ਵਿੱਚ ਉਹ ਛਾਇਆ ਹੋਇਆ ਸਭਨਾਂ ਦੇ। ਬੀਣਾ ਸ਼ਬਦ ਵਜਾਵੈ ਜੋਗੀ, ਦਰਸ਼ਨ ਰੂਪ ਅਪਾਰਾ, ਸ਼ਬਦ ਅਨਾਹਦ ਸੋ ਸਹੁਰਾਤਾ, ਨਾਨਕ ਕਹੈ ਵਿਚਾਰਾ। ਜੋ ਜਿਹੜੇ ਜੋਗੀ ਸਾਧੂ ਹੈ ਉਹ ਬੀਣਾ ਸ਼ਬਦ ਵਜਾਵੇ, ਸੁੰਦਰ ਗੁਰਾਂ ਦੇ ਉਪਦੇਸ਼ ਨੂੰ ਉਚਾਰਦਾ ਹੈ, ਸੋ ਉਹਨੂੰ ਅਪਾਰ ਸਰੂਪ ਪਰਮੇਸ਼ਰ ਦਾ ਦਰਸ਼ਨ ਹੁੰਦਾ। ਬੀਣਾ ਸ਼ਬਦ ਹੁੰਦਾ ਭਾਵ ਸੁੰਦਰ ਗੁਰਾਂ ਦੇ ਉਪਦੇਸ਼ ਨੂੰ ਉਚਾਰਨਾ, ਅਤੇ ਹੱਦ ਤੋਂ ਰਹਿਤ ਜੋ ਸ਼ਬਦ ਦਾ ਭਾਵ ਹੈ ਬ੍ਰਹਮ ਹੈ ਨਾ, ਹੱਦ ਤੋਂ ਰਹਿਤ ਸ਼ਬਦ ਅਨਾਹਦ ਸੋ ਸਹੁਰਾਤਾ, ਨਾਨਕ ਕਹੈ ਵਿਚਾਰਾ। ਉਸ ਸਹੁ ਵਿਖੇ ਕਹਿੰਦੇ ਉਹ ਰੱਤਾ ਰਹਿੰਦਾ, ਰੱਬ ਦਾ ਪਿਆਰਾ। ਗੁਰੂ ਜੀ ਕਹਿੰਦੇ ਨੇ ਕਿ ਅਸਾਂ ਨੇ ਵਿਚਾਰ ਕੇ ਇੱਕ ਬਚਨ ਕਿਹਾ, ਸਮੁੱਚੇ ਰੂਪ ਨਾਨਕ ਸਾਹਿਬ ਕਰ ਰਹੇ ਨੇ। ਆਸਾ ਮਹੱਲਾ ਪਹਿਲਾ, ਮੈਂ ਗੁਣ ਗੱਲਾਂ ਕੇ ਸਿਰ ਭਾਰ, ਗੱਲੀ ਗੱਲਾਂ ਸਿਰਜਣਹਾਰ। ਹੁਣ ਜਗਿਆਸੂ ਮਹਾਤਮਾ ਦੇ ਆਪਸੀ ਸੰਵਾਦ ਦੁਆਰਾ ਕਥਨ ਕਰਦੇ ਨੇ। ਇੱਕ ਪ੍ਰਾਪਤੀ ਦਾ ਇੱਛਕ ਜਗਿਆਸੂ ਹੈ, ਇੱਕ ਮਹਾਤਮਾ ਬ੍ਰਹਮ ਗਿਆਨੀ। ਦੋਨਾਂ ਦੇ ਆਪਸ ਵਿੱਚ ਜਿਵੇਂ ਬਚਨ ਹੁੰਦੇ ਨੇ ਉਹਨਾਂ ਬਾਰੇ ਜ਼ਿਕਰ ਕਰਦੇ ਹਨ। ਜਗਿਆਸੂ ਨੇ ਆ ਕੇ ਮਹਾਤਮਾ ਪਾਸ ਬੇਨਤੀ ਕੀਤੀ ਹੈ ਕਿ ਸੰਸਾਰ ਤੋਂ ਤਰਨਾ ਕਿਵੇਂ ਹੁੰਦਾ। ਮਹਾਤਮਾ ਨੇ ਕਿਹਾ ਸ਼ੁਭ ਗੁਣਾ ਕਰਕੇ ਤਰਨਾ ਹੁੰਦਾ, ਪਰ ਇਹ ਦੱਸ ਕਿ ਤੇਰੇ ਵਿੱਚ ਕੋਈ ਗੁਣ ਹੈ ਜਾਂ ਨਹੀਂ। ਜਗਿਆਸੂ ਕਹਿੰਦਾ ਮੈਂ ਗੁਣ ਗੱਲਾਂ ਕੇ ਸਿਰ ਭਾਰ, ਗੱਲੀ ਗੱਲਾਂ ਸਿਰਜਣਹਾਰ। ਕਹਿੰਦਾ ਮੇਰੇ ਵਿੱਚ ਇਹੋ ਗੁਣ ਹੈ ਜੋ ਗੱਲਾਂ ਕਰਨ ਦੇ ਭਾਰ ਨੂੰ ਸਿਰ ਤੇ ਚੁੱਕਿਆ। ਅੱਜ ਦੀ ਦੁਨੀਆ ਜਿਵੇਂ ਗੱਲਾਂ ਬਹੁਤ ਕਰਦੇ, ਹੇ ਵਾਹਿਗੁਰੂ ਇਹਨਾਂ ਤੋਂ ਬਚਾਈ, ਬਸ ਗੱਲਾਂ ਹੀ ਕਰਦੇ ਆ, ਹੋਰ ਕੁਝ ਕਰਦੇ ਨਹੀਂ, ਪਾਠ ਨਹੀਂ ਕਰਦੇ, ਗੱਲਾਂ ਕਰਦੇ। ਸੰਸਾਰਕ ਗੱਲਾਂ ਹੀ ਗੱਲਾਂ ਦੇ ਸਿਰਜਣ ਵਾਲਾ ਹੋ ਰਿਹਾ ਜਗਿਆਸੂ ਅੱਜ ਕੱਲ੍ਹ। ਸੋ ਕਹਿੰਦੇ ਨੇ ਇੱਥੇ ਗਲੀ ਭਾਵ ਗਲੀਆਂ ਦਾ ਵਾਚਕ ਵੀ ਆ ਜਾਂਦਾ, ਗਲੀਆਂ ਵਿੱਚ ਜਾਂਦਾ ਹੋਇਆ ਗੱਲਾਂ ਦੇ ਸਿਰਜਣ ਵਾਲਾ ਹੋ ਰਿਹਾ। ਜੇ ਗਲੀ ਤੁਰਿਆ ਤਾਂ ਵੀ ਗੱਲਾਂ, ਸੋ ਗਾਲਣ ਵਾਲੀਆਂ ਗੱਲਾਂ ਦੇ ਸਿਰਜਣ ਵਾਲਾ ਹੋ ਰਿਹਾ। ਇਹ ਸੁਣ ਕੇ ਮਹਾਤਮਾ ਨੇ ਕਿਹਾ ਜੇ ਤਰਨ ਦੀ ਇੱਛਾ ਨਾ ਤਾਂ ਗੱਲਾਂ ਵਿੱਚੋਂ ਸਿਰਜਣਹਾਰ ਦੀਆਂ ਭਜਨ ਸਿਮਰਨ ਦੀਆਂ ਗੱਲਾਂ ਬਚਨ ਵਿਲਾਸ ਕਰਿਆ ਕਰੋ। ਗੱਲੀ ਗੱਲਾਂ ਸਿਰਜਣਹਾਰ, ਗੱਲਾਂ ਵਿੱਚੋਂ ਅਸਲੀ ਗੱਲਾਂ ਹੁੰਦੀਆਂ ਸਿਰਜਣਹਾਰ ਦੀਆਂ, ਉਹ ਕਰਨੀਆਂ ਚਾਹੀਦੀਆਂ ਆਪਾਂ ਨੂੰ। ਜੇ ਇਹ ਕਥਾ ਸਾਰੀ ਕਿਤੇ ਪਾਠੀ ਵੀ ਸੁਣ ਲੈਣਗੇ, ਸਾਰੇ ਸਿੱਖ ਪੰਥ ਵਿੱਚ ਰਾਗੀ ਵੀ ਸੁਣ ਲੈਣਗੇ, ਬਈ ਇੰਨਾ ਆਨੰਦ ਆਊ ਤੁਹਾਨੂੰ ਕੀਰਤਨ ਕਰਦਿਆਂ, ਪਾਠ ਕਰਦਿਆਂ, ਕਿਉਂ ਅਰਥਾਂ ਦਾ ਪਤਾ ਹੋਊਗਾ। ਹੁਣ ਤਾਂ ਉਹੀ ਤਾਰਾ ਮਾਰੀ ਜਾਂਦੇ ਨੇ, ਇੰਨੇ ਪੱਤਰੇ ਕਰਤੇ, ਇੰਨੇ ਕਰਤੇ, ਫਿਰ ਵਿੱਚ ਮਨ ਖੁੱਭਦਾ ਵੀ, ਆਨੰਦ ਵੀ ਆਉਂਦਾ ਜਦੋਂ ਪਾਠੀ ਨੂੰ ਅਰਥ ਹੀ ਨਹੀਂ ਪਤਾ। ਉਹ ਬਸ ਲਿਖੇ ਹੋਏ ਅੱਖਰ ਨੂੰ ਪੜ੍ਹਦਾ ਬਸ, ਪਰ ਉਹਦੇ ਵਿੱਚ ਉਹ ਰਸ ਨਹੀਂ ਲੈ ਸਕਦਾ। ਖਾਣਾ ਪੀਣਾ ਹੱਸਣਾ ਬਾਦ, ਜਬ ਲਗ ਹਿਰਦੈ ਨ ਆਵਹਿ ਯਾਦ। ਔਰ ਅਨਵੈ ਅਰਥ ਕਰਨਾ ਇਸ ਪ੍ਰਕਾਰ। ਅਨਵੈ ਅਰਥ ਹੁੰਦਾ ਜਿਵੇਂ ਜਦ ਤੱਕ ਹਿਰਦੇ ਵਿੱਚ ਉਹ ਪ੍ਰਭੂ ਚੇਤੇ ਨਹੀਂ ਆਉਂਦਾ, ਜਬ ਲਗ ਹਿਰਦੈ ਨ ਆਵਹਿ ਯਾਦ। ਕਈ ਵਾਰ ਪਿਛਲੀ ਪੰਕਤੀ ਪਹਿਲਾਂ ਲੈਣੀ ਪੈਂਦੀ ਆ, ਤਾਂ ਫਿਰ ਕਹਿੰਦੇ ਜਦ ਤੱਕ ਯਾਦ ਨਹੀਂ ਆਉਂਦਾ ਉਦੋਂ ਤੱਕ ਪਦਾਰਥਾਂ ਦਾ ਖਾਣਾ ਪੀਣਾ ਹੱਸਣਾ ਖੇਡਣਾ। ਖਾਣਾ ਪੀਣਾ ਹੱਸਣਾ ਕੀ ਆ? ਬਾਦ, ਬੇਅਰਥ ਹੀ ਆ। ਜਿੰਨਾ ਮਰਜ਼ੀ ਖਾਈ ਪੀ ਜਾਓ, ਜਦ ਤੱਕ ਵਾਹਿਗੁਰੂ ਯਾਦ ਨਹੀਂ ਆਉਂਦਾ। ਜਿਹ ਪ੍ਰਸਾਦ ਛੱਤੇ ਹੀ ਅੰਮ੍ਰਿਤ ਖਾਹਿ, ਤਿਸ ਠਾਕੁਰ ਕਉ ਰਖ ਮਨ ਮਾਹਿ। ਤਾਉ ਪ੍ਰਵਾਹ ਕੇ ਹੀ ਕਿਆ ਕੀਜੈ, ਜਨਮ ਜਨਮ ਕਿਛ ਲੀਜੀ ਲੀਜੈ ਰਹਾਉ। ਜਨਮਾਂ ਜਨਮਾਂਤਰਾਂ ਵਿੱਚ ਲੈਣੇ ਯੋਗ ਪਰਮਾਤਮਾ ਦੇ ਨਾਮ ਨੂੰ ਕੁਝ ਸਮਾਂ ਤਾਂ ਲਿਆ ਕਰੋ, ਥੋੜ੍ਹਾ ਜਿਹਾ ਤਾਂ ਜਪਿਆ ਕਰੋ। ਇਹ ਥੋੜ੍ਹੀ ਬਿਲਕੁਲ ਹੀ 24 ਘੰਟੇ ਖਾਣ ਪੀਣ ਹੱਸਣ ਹੇ ਕਰਨ ਵਿੱਚ ਹੀ ਲਾਉਣਾ। ਕਦੇ ਤਾਂ ਵਾਹਿਗੁਰੂ ਕਿਹਾ ਕਰੋ। ਥੋੜ੍ਹਾ ਜਿਹਾ ਸਮਾਂ 2.5 ਘੰਟੇ ਦਸਵੰਧ ਬਣਦਾ 24 ਘੰਟਿਆਂ 'ਚੋਂ, ਸੋ ਮਹਾਰਾਜ ਦਾ ਹੁਕਮ ਹੈ, ਕਰਿਆ ਕਰੋ ਸਿਮਰਨ। ਜਿਸ ਦੀ ਸਾਰੇ ਜੈਕਾਰ ਹੋ ਰਹੀ ਹੈ ਤੇ ਇਸ ਨਾਲ ਕਹਿੰਦੇ ਲੀ ਹੁੰਦੀ, ਲਿਵ ਲਗਾ ਕੇ ਨਾਮ ਲੈਣਾ ਕਰੋ, ਤਾਂ ਫਿਰ ਕਿਸੇ ਦੀ ਕੀ ਪ੍ਰਵਾਹ ਅਤੇ ਕੀ ਯਤਨ ਕਰਨਾ, ਸਭ ਉਹਦੀ ਕਿਰਪਾ ਨਾਲ ਹੋਈ ਜਾਂਦਾ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ। ਹੁਣ ਜੇ ਸਾਰਾ ਟੱਬਰ ਹੈ, ਸਾਰਾ ਟੱਬਰ ਬਾਹਲਾ ਨਹੀਂ ਕਰਦਾ, ਜੇ 1.25 ਲੱਖ ਮੂਲ ਮੰਤਰ ਇੱਕ ਜਾਣੇ ਨੇ ਕਰਨਾ ਔਖਾ, 2 ਜਾਣਿਆਂ ਨੂੰ ਹੋਰ ਸੌਖਾ, 3 ਨੂੰ ਹੋਰ ਸੌਖਾ, 4 ਨੂੰ ਹੋਰ ਸੌਖਾ। ਹੁਣ ਕਿਸੇ
ਟੱਬਰ ਦੇ 8 ਜੀ ਨੇ 4-4 ਮਾਲਾ ਕਰਨ, 32 ਮਾਲਾ ਰੋਜ਼ ਹੋਏ, 1.25 ਲੱਖ ਪਾਠ ਮਹੀਨੇ 'ਚ 40 ਦਿਨ 'ਚ ਹੋ ਜਾਂਦਾ। ਕਿਸੇ ਟੱਬਰ ਦੇ 10 ਜੀ ਨੇ, ਉਹਨਾਂ ਨੂੰ ਹੋਰ ਘੱਟ ਮਾਲਾ ਕਰਨ, 3-3 'ਚ ਹੀ ਸਰ ਜਾਂਦਾ। ਜਿੱਥੇ 4 ਜੀ ਨੇ ਉਹ 8-8 ਮਾਲਾ ਕਰਨ। ਕਿਉਂ ਰੋਜ਼ ਭਾਈ ਸਾਰਿਆਂ ਪਰਿਵਾਰਾਂ ਵਿੱਚ ਜੇ ਇੰਨਾ ਨਾ ਸਿਮਰਨ ਹੋਈ ਜਾਵੇ, ਮਹਾਰਾਜ ਕਹਿੰਦੇ ਫਿਰ ਤੁਹਾਨੂੰ ਕਿਤੇ ਕੋਈ ਕਰਨ ਦੀ ਲੋੜ ਨਹੀਂ, ਮੰਗਣ ਦੀ ਲੋੜ ਨਹੀਂ, ਪਰਮੇਸ਼ਰ ਦੇ ਸਿਮਰਨ ਵਿੱਚ ਲੱਗੋ। ਮਨ ਕੀ ਮਤ ਮਤਾਗਲ ਮੱਤਾ, ਜੋ ਕਿਛ ਬੋਲੀਐ ਸਭ ਖਤੋ ਖਤਾ। ਮਨ ਦੀ ਜੋ ਖੋਟੀ ਮੱਤੀ ਹੈ ਨਾ, ਇਹੋ ਹੀ ਇੱਕ ਮਸਤਿਆ ਹੋਇਆ ਮਤਾਗਲ ਤੋਂ ਭਾਵ ਹਾਥੀ ਹੈ। ਜਿਹੜੀ ਖੋਟੀ ਮੱਤ ਹੈ ਮਨ ਦੀ, ਇਹ ਮਸਤੇ ਹਾਥੀ ਵਰਗੀ ਹੈ। ਜੋ ਕੁਝ ਉਹ ਬੋਲਦਾ ਹੈ ਸਭ ਗੁਨਾਹ ਹੀ ਗੁਨਾਹ ਬੋਲਦਾ ਹੈ। ਜੋ ਕੁਝ ਵੀ ਉਹ ਬੋਲਦਾ ਹੈ ਸਭ ਗੁਨਾਹ ਦੇ ਬਚਨ ਹੀ ਬੋਲਦਾ ਹੈ। ਇਸ ਕਰਕੇ ਉਹ ਖਤਾ ਜਿਹੜੀ ਨਾ ਟੋਏ ਵਿੱਚ ਭਾਵ ਨਰਕਾਂ ਵਿੱਚ ਹੀ ਪੈਂਦਾ, ਖਤੋ ਖਤਾ ਭੁੱਲ ਹੀ ਭੁੱਲ ਕਰੀ ਜਾਂਦਾ। ਸੋ ਖਾਤਿਆਂ 'ਚ ਹੀ ਪੈਂਦਾ ਭਾਵ ਟੋਇਆਂ ਦੇ ਵਿੱਚ ਹੀ ਪੈਂਦਾ। ਇਸ ਤਰ੍ਹਾਂ ਕਿਆ ਮੋਹ ਲੈ ਕੀਚੈ ਅਰਦਾਸ, ਪਾਪ ਪੁੰਨ ਦੋਏ ਸਾਖੀ ਪਾਸ। ਕਹਿੰਦੇ ਭਾਈ ਤੂੰ ਕੀ ਮੂੰਹ ਲੈ ਕੇ ਬੇਨਤੀ ਕਰੇਂਗਾ, ਕਿਉਂਕਿ ਤੇਰੇ ਕੀਤੇ ਹੋ ਜੋ ਪਾਪ ਹੈ ਤੇ ਪੁੰਨ ਕਰਮ ਹੈ ਉਹ ਤੇਰੇ ਤਾਂ ਕੋਲੇ ਸਾਖੀ ਰੂਪ ਖੜੇ ਨੇ, ਭਾਵ ਗਵਾਹੀ ਦੇਣ ਵਾਸਤੇ ਖੜੇ ਹੋਏ। ਤੂੰ ਕੀ ਅਰਦਾਸ ਕਰੇਂਗਾ ਹੁਣ ਦੱਸ। ਸਾਖੀ ਚੇਤਨ ਜੋ ਪਰਮੇਸ਼ਰ ਨੇ ਪਾਪ ਅਤੇ ਪੁੰਨ ਦੋਨੋਂ ਤੇਰੇ ਪਾਸ ਕੀਤੇ ਹੋਏ ਨੇ, ਉਹਨਾਂ ਅਨੁਸਾਰ ਤੈਨੂੰ ਫਲ ਮਿਲਣਾ। ਜੇ ਤੂੰ ਬਚਣਾ ਚਾਹੁੰਦਾ ਤਾਂ ਆਪਣੇ ਕੀਤੇ ਹੋਏ ਸਾਰੇ ਪੁੰਨ ਬੇਨਤੀ ਸਹਿਤ ਸਾਖੀ ਪਰਮੇਸ਼ਰ ਜੋ ਹੈ ਉਹਨੂੰ ਕਹਿ ਦੇ, ਇਹ ਵਾਹਿਗੁਰੂ ਮੈਥੋਂ ਗਲਤੀ ਹੋ ਗਈ, ਮੈਨੂੰ ਮਾਫ ਕਰ ਦਿਓ। ਮਾਫੀਆਂ ਮੰਗੀ ਜਾ। ਲੇਖਾ ਕਤਹਿ ਨ ਝੂਟੀਆ, ਖਿਨ ਖਿਨ ਭੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਜੈਸਾ ਤੂੰ ਕਰਹਿ ਤੈਸਾ ਕੋਇ, ਤੁਝ ਬਿਨ ਦੂਜਾ ਨਾਹੀ ਕੋਇ। ਇਹ ਵਾਹਿਗੁਰੂ ਤੂੰ ਜਿਸ ਤਰ੍ਹਾਂ ਦਾ ਕਿਸੇ ਨੂੰ ਕਰਦਾ ਹੈ ਉਸੇ ਤਰ੍ਹਾਂ ਦਾ ਕੋਈ ਹੋ ਜਾਂਦਾ, ਉਹਦੇ ਵੱਸ ਨਹੀਂ ਹੁੰਦਾ। ਆਪ ਜੀ ਤੋਂ ਬਿਨਾਂ ਹੋਰ ਕੋਈ ਦੂਜਾ ਕੁਝ ਕਰਨ ਜੋਗਾ ਨਹੀਂ ਹੈ। ਇਸ ਕਰਕੇ ਇੱਕ ਤੁਹਾਡੇ ਪਾਸ ਹੀ ਬੇਨਤੀ ਹੈ ਸਾਡੀ ਗਰੀਬਾਂ ਦੀ, ਹੋਰ ਕਿਸੇ ਨੂੰ ਕਹਿ ਕੇ ਫਾਇਦਾ ਵੀ ਕੀ ਹੋਣਾ, ਤੁਸੀਂ ਹੀ ਕਿਰਪਾ ਕਰਨੀ ਹੈ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਜਿਹੀ ਜੀ ਮੱਤ ਦਿੰਦੇ ਹੋ, ਜਿਹੀ ਤੂੰ ਮੱਤ ਦੇਹ ਤੇਹੀ ਕੋ ਪਾਵੈ, ਤੁਧ ਆਪੇ ਪਾਵੈ ਤਿਵੈ ਚਲਾਵੈ। ਹੁਣ ਜਿਹੋ ਜੀ ਤੂੰ ਅਕਲ ਦਿੰਦਾ ਕਿਸੇ ਨੂੰ, ਉਹੋ ਹੀ ਕੋਈ ਅਕਲ ਪ੍ਰਾਪਤ ਕਰ ਲੈਂਦਾ। ਜਿਵੇਂ ਤੈਨੂੰ ਆਪ ਨੂੰ ਭਾਉਂਦਾ ਤਿਵੇਂ ਤੂੰ ਜੀਵਨ ਚਲਾਉਂਦਾ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਭਾਣਾ। ਆਪਣੇ ਆਪ ਕੋਈ ਸਿਆਣਾ ਨਹੀਂ, ਆਪਣੇ ਆਪ ਕੋਈ ਮੂਰਖ ਨਹੀਂ। ਉਹ ਤਾਂ ਜਿੰਨੀ ਜਿੰਨੀ ਬੁੱਧੀ ਕਿਸੇ ਨੇ ਦਿੱਤੀ ਹੈ, ਅੰਦਰ ਜੋਤੀ ਜਿਹੜੀ ਹੈ ਪਰਮਾਤਮਾ ਦੀ ਜੋਤ ਹੈ, ਉਹਦੇ ਅਨੁਸਾਰ ਹੀ ਹੈ ਕਿ ਜੇ ਤਾਂ ਜੋਤ ਦੇ ਨੇੜੇ ਬੁੱਧੀ ਹੈ ਤਾਂ ਬੁੱਧੀ ਜਿਹੜੀ ਆ ਚੰਗੀ ਬਣ ਜਾਂਦੀ ਹੈ। ਜੇ ਬੁੱਧੀ ਮਨ ਦੇ ਲਾਗੇ ਜੇ ਹੋ ਜਾਂਦੀ ਤਾਂ ਵਿਗੜ ਜਾਂਦੀ ਹੈ। ਇਸ ਕਰਕੇ ਤੁਹਾਡੀ ਕਿਰਪਾ ਨਾਲ ਬੁੱਧੀ ਵਿਵੇਕ ਵਾਲੀ ਹੁੰਦੀ ਹੈ। ਰਾਗ ਰਤਨ ਪਰੀਆਂ ਪਰਵਾਰ, ਇਸ ਵਿੱਚ ਉਪਜੈ ਅੰਮ੍ਰਿਤਸਾਰ। ਰਤਨ ਰੂਪ ਜੋ ਰਾਗ ਹੈ, ਪਰੀਆਂ ਤੋਂ ਭਾਵ ਰਾਗਾਂ ਦੀਆਂ ਜਿਹੜੀਆਂ ਇਸਤਰੀਆਂ ਨੇ, ਪਰਿਵਾਰ ਹੁੰਦਾ ਰਾਗਾਂ ਦੇ ਪੁੱਤਰ ਨੇ। ਤੇ ਇਸ ਰਾਗ ਵਿੱਚ ਜੋ ਪੁਰਸ਼ ਇਨਸਾਨ ਕੋਈ ਪ੍ਰੇਮਾ ਭਗਤੀ ਕਰਦੇ ਆ ਨਾ, ਉਹਨੂੰ ਸਾਰ ਸ੍ਰੇਸ਼ਟ ਅੰਮ੍ਰਿਤ ਪੈਦਾ ਹੁੰਦਾ। ਰਾਗ ਏਕ ਸੰਗ ਪੰਚ ਬਰੰਗਨ, ਸੰਗ ਅਲਪ ਹੈ ਆਠੋ ਨੰਦਨ। ਪ੍ਰਥਮ ਰਾਗ ਭੈਰੋਂ ਵੈ ਕਰਹੀ, ਪੰਚ ਰਾਗਨੀ ਸੰਗ ਉਚਰਹੀ। ਇਹ ਉਹ ਤਾਂ ਰਾਗਮਾਲਾ ਵਿੱਚ ਸਾਰਾ ਦੱਸਿਆ ਹੋਇਆ ਹੈ। ਰਾਗ ਦਾ ਮਤਲਬ ਹੁੰਦਾ ਪ੍ਰੇਮ, ਰਤਨ ਦਾ ਮਤਲਬ ਭਾਵ ਹੈ ਵੈਰਾਗ, ਤੇ ਪਰੀਆਂ ਹੁੰਦੀਆਂ ਕਰੁਣਾ, ਮੈਤਰੀ, ਮੁਕਤਾ, ਅਪੇਖਿਆ। ਪਰਿਵਾਰ ਹੈ ਜਿਹੜਾ ਆਪਣਾ ਉਹ ਹੈ ਸਤ, ਸੰਤੋਖ ਆਦਿਕ ਸ਼ੁਭ ਗੁਣ। ਹੁਣ ਜਿਸ ਇਨਸਾਨ ਦੇ ਹਿਰਦੇ ਵਿੱਚ ਹਨ ਇਹ ਸਾਰੀਆਂ ਚੀਜ਼ਾਂ, ਉਸ ਪੁਰਸ਼ ਦੇ ਮਨ ਵਿੱਚ ਸ੍ਰੇਸ਼ਟ ਬ੍ਰਹਮਾਨੰਦ ਰੂਪੀ ਜਿਹੜਾ ਅੰਮ੍ਰਿਤ ਪੈਦਾ ਹੁੰਦਾ। ਨਾਨਕ ਕਰਤੇ ਕਾ ਇਹੋ ਧਨ ਮਾਲ, ਜੇ ਕੋ ਬੂਝੈ ਇਹੋ ਵਿਚਾਰ। ਮਹਾਰਾਜ ਕਥਨ ਕਰਦੇ ਨੇ ਕਿ ਕਰਤੇ ਪੁਰਖ ਦੀ ਪ੍ਰਾਪਤੀ ਦਾ ਇਹੀ ਧਨ ਮਾਲ ਹੈ, ਜਿਹੜਾ ਨਾਮ ਜਪਣਾ। ਧਨ ਤਾਂ ਯੋਗ ਮਾਲ ਹੈ। ਜਿਹੜਾ ਕੋਈ ਇਸ ਵਿਚਾਰ ਨੂੰ ਸਮਝਦਾ ਉਹ ਸੰਸਾਰ ਤੋਂ ਤਰ ਜਾਂਦਾ। ਆਸਾ ਮਹੱਲਾ ਪਹਿਲਾ, ਕਾਰ ਕਿਰਪਾ ਆਪਣਾ ਘਰ ਆਇਆ, ਤਾਂ ਮਿਲ ਸਕੀਆਂ ਕਾਜ ਰਚਾਇਆ। ਜਿਸ ਵੇਲੇ ਪਰਮੇਸ਼ਰ ਨੇ ਕਿਰਪਾ ਕੀਤੀ ਤਾਂ ਆਪਣੇ ਸਤਸੰਗ ਰੂਪੀ ਘਰ ਵਿੱਚ ਆਇਆ, ਜਾਂ ਸਤਸੰਗ ਰੂਪੀ ਘਰ ਵਿੱਚ ਆਇਆ ਤਾਂ ਮਹਾਤਮਾ ਰੂਪ ਸਖੀਆਂ ਨਾਲ ਮਿਲ ਕੇ ਭਜਨ ਸਿਮਰਨ ਰੂਪੀ ਜਿਹੜਾ ਇਹ ਕਾਜ ਇਹਨੇ ਰਚਾਇਆ ਹੈ।
ਤਾਂ ਸੰਤਾਂ ਨੇ ਕਿਰਪਾ ਫਿਰ ਕੀਤੀ, ਜਾਂ ਸੰਤਾਂ ਨੇ ਕਿਰਪਾ ਕੀਤੀ ਤਾਂ ਆਪਣੇ ਅੰਤਰਮੁਖਤਾ ਰੂਪੀ ਘਰ ਦੇ ਵਿੱਚ ਆ ਗਿਆ, ਅੰਦਰ ਨੂੰ ਮਨ ਆ ਗਿਆ ਟਿਕਾਓ 'ਚ। ਜਦੋਂ ਅੰਤਰਮੁਖਤਾ ਰੂਪੀ ਘਰ ਵਿੱਚ ਆਇਆ ਤਾਂ ਜਿਹੜੀਆਂ ਸਖੀਆਂ ਹੁੰਦੀਆਂ ਕੌਣ ਇੰਦਰੀਆਂ, ਤਾਂ ਉਹ 10 ਇੰਦਰੀਆਂ ਨੇ ਮਿਲ ਕੇ ਕਾਜ ਰਚਾਇਆ। ਸਾਰੀਆਂ ਇੰਦਰੀਆਂ ਪਰਮੇਸ਼ਰ ਦੇ ਆਸਰੇ ਹੋ ਗਈਆਂ, ਜਾਂ ਇੰਦਰੀਆਂ ਪਰਮੇਸ਼ਰ ਪ੍ਰੈਣ ਹੋ ਗਈਆਂ ਤਾਂ ਕਿਰਪਾ ਕਰਨ ਵਾਲਾ ਜੋ ਪਰਮੇਸ਼ਰ ਹੈ ਉਹਦੇ ਆਪਣੇ ਸਰੂਪ ਘਰ ਵਿੱਚ ਆਇਆ। ਸੋ ਸਰੂਪ ਰੂਪੀ ਘਰ ਦੇ ਵਿੱਚ ਆ ਗਿਆ ਜਦੋਂ, ਜਾਂ ਸਰੂਪ ਘਰ ਵਿੱਚ ਆਇਆ ਤਾਂ ਫਿਰ ਹੋਰ ਨਾ ਸਖੀਆਂ ਦਾ ਪਰਮੇਸ਼ਰ ਨਾਲ ਮਿਲਾਉਣ ਲਈ ਕਾਜ ਰਚਾਇਆ ਤੇ ਨਿਸ਼ਚੈ ਕਰ ਲਿਆ ਕਿ ਕਿਰਪਾ ਕਰਨ ਵਾਲਾ ਪਰਮੇਸ਼ਰ ਆਪਣੇ ਸੰਸਾਰ ਰੂਪੀ ਘਰ ਵਿੱਚ ਆਇਆ ਹੋਇਆ। ਫਿਰ ਇਉਂ ਸਾਰੀ ਇਹ ਤਰਤੀਬ ਬਣਦੀ ਹੈ। ਉਹਦੀ ਕਿਰਪਾ ਨਾਲ ਪਹਿਲਾਂ ਸਤ ਸੰਗਤ ਮਿਲਦੀ ਆ, ਮਹਾਤਮਾ ਮਿਲਦੇ ਨੇ, ਫਿਰ ਇਹ ਲੜੀ ਤੁਰ ਪੈਂਦੀ ਅੱਗੇ ਅੱਗੇ। ਹਿਰਦੇ 'ਚ ਆ ਜਾਣਾ, ਅੰਦਰ ਦੇਖ ਲੈਣਾ, ਅੰਦਰ ਦੇਖ ਲਿਆ ਤਾਂ ਬਾਹਰ ਵੀ ਦੇਖ ਲਿਆ। ਖੇਲ ਦੇਖ ਮਾਨੇ ਆਨੰਦ ਪਿਆ, ਸਹੁ ਵੀਆਹਣ ਆਇਆ। ਜਗਿਆਸੂ ਰੂਪੀ ਇਸਤਰੀ ਦੇ ਭਜਨ ਸਿਮਰਨ ਰੂਪੀ ਖੇਲ ਨੂੰ ਦੇਖ ਕੇ ਜਦ ਪਰਮੇਸ਼ਰ ਦੇ ਮਨ ਵਿੱਚ ਆਨੰਦ ਹੋਇਆ ਤਦੋਂ ਪਤੀ ਪਰਮੇਸ਼ਰ ਆਪ ਇਹਦੇ ਵਿਆਹੁਣੇ ਨੂੰ ਆਇਆ, ਭਾਵ ਕਹਿਣ ਤੋਂ ਕਿ ਅਭੇਦ ਕਰਨ ਲਈ ਤਿਆਰ ਹੋ ਗਿਆ। ਵਾਵੇ ਨੂੰ ਸਿਹਾਰੀ ਆ ਜਾਂ ਬਿਹਾਰੀ ਦੇਖ ਲੈਣਾ ਚਾਹੀਦਾ। ਇੱਕ ਸਿਹਾਰੀ ਆ ਤਾਂ ਉੱਥੇ ਵਿਆਹਣ ਆਇਆ, ਇੱਥੇ ਬਿਹਾਰੀ ਹੋਣ ਕਰਕੇ ਵੀ ਹੈ, ਵਿਆਹਣ ਆਇਆ। ਗਾਵਹੁ ਗਾਵਹੁ ਕਾਮਣੀ ਵਿਵੇਕ ਵਿਚਾਰ। ਕਹਿੰਦੇ ਸ਼ਰਧਾਵਾਨ ਜਗਿਆਸੂ ਰੂਪ ਇਸਤਰੀਓ, ਭਾਈ ਤੁਸੀਂ ਉਸ ਪਤੀ ਪਰਮੇਸ਼ਰ ਦੇ ਜਸ ਨੂੰ ਸਾਰੀਆਂ ਮਿਲ ਕੇ ਗਾਓ। ਭਾਈ ਗਾਵਣੇ ਯੋਗ ਦੇ ਜਸ ਨੂੰ ਸਾਰੇ ਗਾਓ, ਕੀਰਤਨ ਰਾਹੀਂ ਗਾਓ, ਕਥਾ ਰਾਹੀਂ ਗਾਓ, ਬਾਣੀ ਰਾਹੀਂ ਗਾਓ, ਮਨ ਕਰਕੇ ਗਾਓ, ਬਾਣੀ ਦੁਆਰਾ ਗਾਓ। ਕਿਉਂਕਿ ਬਿਬ ਏਕ, ਬਿਬ ਹੁੰਦਾ 2 ਤੇ ਏਕ ਹੁੰਦਾ 1। 2 ਤੋਂ 1 ਹੋਣ ਦਾ ਵਿਚਾਰ ਫਿਰ ਪ੍ਰਾਪਤ ਹੋਵੇਗਾ। ਤੁਹਾਨੂੰ ਇਹ ਪ੍ਰਾਪਤ ਹੋਵੇਗਾ ਕਿ ਵੀ ਆਪਾਂ ਨੇ ਇਹ ਜਿਹੜਾ ਜੀਵ ਤੇ ਈਸ਼ਵਰ ਹੈ ਇਹਨੂੰ ਇੱਕ ਕਰਨਾ, ਇਹ ਵਿਚਾਰ ਮਿਲ ਜਾਏਗਾ। ਹਾਲੇ ਤਾਂ ਆਪਾਂ ਦਵੈਤ ਭਾਵਨਾ 'ਚ ਹੀ ਫਿਰਦੇ ਹਾਂ ਸਾਰੇ ਜਾਣੇ। ਸੋ ਮਹਾਰਾਜ ਦੀ ਕਿਰਪਾ ਹੁੰਦੀ ਹੈ। ਹਮਰਾ ਘਰ ਆਇਆ ਜਗ ਜੀਵਨ ਪਤਾਰ ਰਹਾਓ। ਇਸ ਤਰ੍ਹਾਂ ਸਾਡੇ ਹਿਰਦੇ ਰੂਪੀ ਘਰ ਵਿੱਚ ਜੋ ਜਗ ਜੀਵਨ ਪਰਮਾਤਮਾ ਰੂਪੀ ਪਤੀ ਆ ਕੇ ਪ੍ਰਗਟ ਹੋਇਆ, ਉਹਦੀ ਕਿਰਪਾ ਹੋ ਗਈ। ਵਿਸ਼ਰਾਮ ਦੇ ਕੇ ਕਹਿੰਦੇ ਨੇ ਰਹਾਓ, ਗੁਰੂ ਦੁਆਰੈ ਹਮਰਾ ਵੀਆ ਹੋਆ, ਜਾਂ ਸਹੁ ਮਿਲਿਆ ਤਾਂ ਜਾਣਿਆ। ਫਿਰ ਮਹਾਤਮਾ ਨੇ ਕਿਹਾ ਸਾਡਾ ਜੋ ਪਰਮੇਸ਼ਰ ਨਾਲ ਵਿਆਹ ਹੋਇਆ ਤਾਂ ਗੁਰਾਂ ਦੁਆਰਾ ਹੀ ਹੋਇਆ। ਗੁਰੂ ਸਾਹਿਬ ਦੀ ਕਿਰਪਾ, ਗੁਰੂ ਦੁਆਰਾ। ਇਹ ਅੱਖਰ ਕੀ ਆ ਕਿ ਗੁਰੂ ਦੇ ਦੁਆਰਾ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਈ ਹੈ। ਅਸੀਂ ਕਿੱਥੇ ਜਾਂਦੇ ਹਾਂ? ਗੁਰੂ ਦੇ ਦੁਆਰ ਤੇ। ਉੱਥੇ ਗੁਰੂ ਦੁਆਰਾ ਹੀ ਕਿਰਪਾ ਹੁੰਦੀ ਹੈ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਜਾਂ ਪਰਮੇਸ਼ਰ ਪਤੀ ਮਿਲਿਆ ਤਾਂ ਹੀ ਉਹਦੇ ਆਨੰਦ ਨੂੰ ਜਾਣਿਆ। ਤੇ ਉਹ ਲੋਕਾਂ ਮਹਿ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ। ਜਿਸ ਵੇਲੇ ਗੁਰਾਂ ਨਾਲ ਮਨ ਮੰਨ ਗਿਆ, ਪਹਿਲਾਂ ਤਾਂ ਮਨ ਹੀ ਨਹੀਂ ਮੰਨਦਾ ਗੁਰੂ ਗ੍ਰੰਥ ਸਾਹਿਬ ਤੇ, ਜਦੋਂ ਮਨ ਮੰਨ ਗਿਆ ਚੰਗੀ ਤਰ੍ਹਾਂ, ਉਹ ਆਪ ਹੀ ਕਿਰਪਾ ਕਰਦੇ ਤਾਂ ਹੀ ਮਨ ਮੰਨਦਾ, ਨਹੀਂ ਕਾਹਨੂੰ ਮੰਨਦਾ। ਮਨ ਕਦੋਂ ਮੰਨਿਆ ਜੀ? ਕਹਿੰਦੇ ਗੁਰਾਂ ਦੇ ਜਿਹੜਾ ਮਨ ਤੋਂ ਭਾਵ ਮੰਤਰ ਨੂੰ ਮੰਨਿਆ। ਪਹਿਲਾਂ ਮਨ ਦੇ ਨੰਨੇ ਨੂੰ ਔਂਕੜ ਮੰਤਰ ਨੂੰ ਮੰਨਿਆ ਤਾਂ ਆਪ ਉਹ ਪੱਪੇ ਨੂੰ ਔਂਕੜ ਹੈ। ਆਪ ਹੁੰਦਾ ਆਪਾ ਭਾਵ ਹੰਕਾਰ ਚਲਿਆ ਗਿਆ। ਜਾਂ ਹੰਕਾਰ ਚਲਿਆ ਗਿਆ ਤਾਂ ਤਿੰਨਾਂ ਲੋਕਾਂ ਵਿੱਚ ਸ਼ਬਦ ਦੇ ਦੱਦੇ ਨੂੰ ਔਂਕੜ ਸ਼ਬਦ ਬ੍ਰਹਮ ਨੂੰ ਰਵਿਆ ਹੋਇਆ ਨਿਸ਼ਚੈ ਕੀਤਾ। ਇਉਂ ਔਂਕੜਾਂ ਤੋਂ ਦਿਸ਼ਹਾਰੀਆਂ ਬਿਹਾਰੀਆਂ ਤੋਂ ਅਰਥ ਦੀ ਸਪਸ਼ਟਤਾ ਹੋਣੀ ਸ਼ੁਰੂ ਹੋ ਜਾਂਦੀ ਹੈ। ਥੋੜ੍ਹਾ ਥੋੜ੍ਹਾ ਤਾਂ ਇੱਧਰ ਧਿਆਨ ਦੇਣ ਲੱਗੋ। ਆਪਣਾ ਕਾਰਜ ਆਪ ਸਵਾਰੇ, ਹੋਰ ਨ ਕਾਰਜ ਨਾ ਹੋਈ। ਹੁਣ ਜਗਤ ਦੀ ਉਤਪਤੀ ਕਰਨੀ ਹੈ, ਪੈਦਾ ਕਰਨਾ, ਫਿਰ ਇਹਨਾਂ ਰੋਟੀ ਪਾਣੀ ਦੇਣਾ, ਫਿਰ ਸਮਾਪਤੀ ਵੀ ਕਰਨੀ ਹੈ ਦੁਨੀਆ ਦੀ। ਇਹ ਜਿਹੜੇ ਕੰਮ ਨੇ ਪਰਮਾਤਮਾ ਦੇ ਨੇ। ਆਪਣੇ ਕਾਰਜਾਂ ਨੂੰ ਪਰਮੇਸ਼ਰ ਆਪ ਹੀ ਸਵਾਰਦਾ। ਉਹਦੇ ਤੋਂ ਬਿਨਾਂ ਹੋਰ ਕਿਸੇ ਕੋਲੋਂ ਵੀ ਇਹ ਉਤਪਤੀ ਪਾਲਣਾ ਲੈਤਾ ਰੂਪ ਕਾਰਜ ਨਹੀਂ ਹੁੰਦਾ। ਜਗਿਆਸੂ ਜਨ ਜਿਹੜੇ ਨੇ ਉਹ ਆਪਣੇ ਸਰੂਪ ਦੀ ਪ੍ਰਾਪਤੀ ਦੇ ਕਾਰਜ ਨੂੰ ਆਪ ਹੀ ਗੁਰਾਂ ਦੁਆਰੇ ਸਵਾਰਦੇ ਆ। ਗੁਰਾਂ ਤੋਂ ਬਿਨਾਂ ਹੋਰ ਕਿਸੇ ਪਾਸੋਂ ਵੀ ਸਰੂਪ ਦੀ ਪ੍ਰਾਪਤੀ ਰੂਪੀ ਕਾਰਜ ਜਿਹੜਾ ਉਹ ਨਹੀਂ ਸਮਰਦਾ। ਨਾਮ ਜਪੇ ਰੂਪ ਕਾਰਜ ਨੂੰ ਆਪ ਸਵਾਰਦਾ। ਗੁਰਾਂ ਤੋਂ ਬਿਨਾਂ ਹੋਰ ਕਿਸੇ ਪਾਸੋਂ ਇਹ ਕਾਰਜ ਨਹੀਂ ਹੋ ਸਕਦਾ। ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ, ਗੁਰਮੁਖ ਬੂਝੈ ਕੋਈ। ਜਿਸ ਨਾਮ ਜਪਣੇ ਰੂਪ ਕਾਰਜ ਵਿਖੇ ਸਤ ਸੰਤੋਖ ਦਇਆ ਧਰਮ ਆਦਿ ਸ਼ੁਭ ਗੁਣਾਂ ਦੀ ਪ੍ਰਾਪਤੀ ਹੈ, ਉਸ ਪਰਮਾਤਮਾ
ਦਾ ਜਿਹੜਾ ਨਾਮ ਹੈ ਉਹ ਨਾਮ ਜਪਣੇ ਰੂਪੀ ਕਾਰਜ ਨੂੰ ਕੋਈ ਵਿਰਲਾ ਗੁਰਮੁਖੀ ਬੁੱਝਣਾ ਕਰਦਾ, ਸਮਝਣਾ ਕਰਦਾ। ਭਣਤ ਨਾਨਕ ਸਭਨਾ ਕਾ ਪਿਰ ਏਕੋ ਸੋਏ, ਜਿਸਨੂੰ ਨਦਰ ਕਰੇ ਸਾ ਸੁਹਾਗਣ ਹੋਏ। ਮਹਾਰਾਜ ਜੀ ਕਥਨ ਕਰਦੇ ਨੇ ਕਿ ਸਾਰਿਆਂ ਦਾ ਪਤੀ ਉਹ ਇੱਕ ਪਰਮਾਤਮਾ ਹੀ ਹੈ। ਸੋ ਜਿਸ ਉੱਪਰ ਉਹ ਕਿਰਪਾ ਦ੍ਰਿਸ਼ਟੀ ਕਰਦਾ ਉਹ ਜੀਵ ਰੂਪੀ ਇਸਤਰੀ ਸੁਹਾਗਣ ਹੋ ਜਾਂਦੀ ਹੈ। ਆਸਾ ਮਹੱਲਾ ਪਹਿਲਾ। ਗ੍ਰਹਿ ਬਾਨ ਸਮਸਰ ਸਹਿਜ ਸੁਭਾਏ, ਦੁਰਮਤ ਗਾਤ ਭਈ ਕੀਰਤ ਠਾਏ। ਜਿਹਦੇ ਹਿਰਦੇ ਅੰਦਰ ਵਾਹਿਗੁਰੂ ਦੀ ਕੀਰਤੀ ਨੇ ਠਾਏ ਹੁੰਦੀ ਥਾਂ, ਭਾਵ ਟਿਕਾਣਾ ਬਣਾ ਲਿਆ ਕੀਰਤੀ ਨੇ, ਉਹਦੇ ਅੰਦਰੋਂ ਦੁਰਮਤ ਗਾਤੋ ਭਈ। ਤੱਤੇ ਨੂੰ ਔਂਕੜਾ ਗੱਗਾ ਤੱਤਾ ਗਾਤੋ। ਗਾਤ ਹੁੰਦਾ ਨਾਸ ਹੋਣਾ, ਤੱਤੇ ਨੂੰ ਔਂਕੜ ਵਾਲੀ। ਤੱਤੇ ਸਿਹਾਰੀ ਹੋਵੇ ਤਾਂ ਗਤ ਹੁੰਦਾ ਅਵਸਥਾ, ਮਰਿਆਦਾ, ਚਾਲ। ਇਸ ਕਰਕੇ ਜੇ ਗੱਗਾ ਤੱਤਾ ਗਤ ਹੈ ਤਾਂ ਜੋੜੀ ਦੀ ਗਤ ਵੀ ਹੁੰਦੀ ਹੈ। ਤਾਂ ਇਸ ਤਰੀਕੇ ਨਾਲ ਦੁਰਮਤ ਗਤ ਭਈ। ਤਾਂ ਜੈ ਹਰ ਸਿਮਰਨ ਭਇਆ ਤਹਿ ਉਪਾਧ ਗਤ ਕੀਨੀ। ਉੱਥੇ ਉਪਾਧੀਆਂ ਦੀ ਗਤ ਹੁੰਦਾ ਨਾਸ ਹੋ ਗਈ, ਖੋਟੀ ਬੁੱਧੀ ਨਾਸ ਹੋ ਗਈ। ਉਹਦੀ ਦ੍ਰਿਸ਼ਟੀ ਵਿੱਚ ਘਰ ਅਤੇ ਬਨ, ਜੰਗਲ ਸਹਿਜ ਸੁਭਾਵਿਕ ਇੱਕ ਸਮਾਨ ਪ੍ਰਤੀਤ ਹੁੰਦੇ ਨੇ। ਗ੍ਰਹਿ ਬਨ ਸਮਸਰ ਸਹਿਜ ਸੁਭਾਏ। ਉਹਦੇ ਹਿਰਦੇ ਰੂਪੀ ਘਰ ਵਿੱਚ ਸਮਸਰ ਹੁੰਦੀ ਸਮਦ੍ਰਿਸ਼ਟੀ ਅਤੇ ਸਹਿਜ ਹੁੰਦੀ ਸ਼ਾਂਤੀ। ਸ਼ਾਂਤੀ ਆਦਿ ਕਿਹੜੇ ਸ਼ੁਭ ਗੁਣ ਸੁਭਾਵਿਕ ਹੀ ਆ ਬਣੇ ਨੇ। ਸੱਚ ਪੌੜੀ ਸਾਚਾ ਮੁਖ ਨਾਮ। ਮੂੰਹ ਨਾਲ ਜਿਹੜਾ ਸੱਚਾ ਨਾਮ ਜਪਣਾ ਹੈ, ਇਹੀ ਸੱਚ ਦੀ ਪ੍ਰਾਪਤੀ ਦੀਆਂ ਪੌੜੀਆਂ ਨੇ। ਮੂੰਹ ਤੋਂ ਹੀ ਕੰਮ ਸ਼ੁਰੂ ਹੁੰਦਾ। ਇੱਕ ਦੂਜੀ ਬਹੁ ਲੱਖ ਹੋਏ, ਲੱਖ ਹੋਵੇ, ਲੱਖ 20, ਲੱਖ ਲੱਖ ਗੇੜਾ ਆਖੀਆ ਹੈ, ਏਕ ਨਾਮ ਜਗਦੀਸ਼। ਸੋ ਗੁਰਾਂ ਨੇ ਬਾਣੀ ਅੰਦਰ ਕਿਹਾ ਤਾਂ ਹੈ, ਰਸਨਾ ਗੁਣ ਗੋਪਾਲ ਨਿਧ ਗਾਇਣ। ਰਸਨਾ ਤੋਂ ਸ਼ੁਰੂ ਹੋਣਾ ਕੰਮ ਸਾਰਾ। ਜਦ ਤੱਕ ਮੂੰਹ ਨਾਲ ਨਹੀਂ ਜਪਦੇ ਉਦੋਂ ਤੱਕ ਗਾਹਾਂ ਤਰੱਕੀਆਂ ਨਹੀਂ ਹੁੰਦੀਆਂ। ਇਸ ਕਰਕੇ ਪਹਿਲਾਂ ਤਾਂ ਬੈਖਰੀ ਬਾਣੀ ਤੋਂ ਹੀ ਕੰਮ ਆਪਣਾ ਸਾਰਿਆਂ ਦਾ ਸ਼ੁਰੂ ਹੋਣਾ ਹੈ। ਸੋ ਮਹਾਰਾਜ ਨੇ ਜਿਵੇਂ ਬਚਨ ਕੀਤਾ, ਫਿਰ ਅੱਗੇ ਵੀ ਇਸ ਰਸਤੇ ਉੱਤੇ ਚੱਲਿਆ ਹੀ 21 ਹੁੰਦਾ, ਇੱਕ ਮਿਕ ਹੋ ਸਕੀਦਾ। 352 ਅੰਗ ਤੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ। ਸਤਿਗੁਰ ਸੇਵ ਪਾਏ ਨਿਜ ਥਾਉ। ਪੂਰਨ ਸਤਿਗੁਰਾਂ ਦੀ ਸੇਵਾ ਕਰੇ ਨਾ ਤਾਂ ਨਿਜ ਥਾਉ ਹੁੰਦਾ, ਸਰੂਪ ਹਿਰਦੇ ਚ ਅੰਦਰ ਪ੍ਰਾਪਤ ਕਰ ਲੈਂਦਾ। ਮੇਰੇ ਅੰਦਰ ਮੇਰਾ ਸਰੂਪ ਕੀ ਆ? ਅਸਲ ਵਿੱਚ ਸ਼ੀਸ਼ੇ ਮੂਹਰੇ ਖੜ ਕੇ ਤਾਂ ਬਾਹਰਲਾ ਰੂਪ ਹੀ ਦਿੰਦਾ। ਇਹ ਬਾਹਰਲਾ ਰੂਪ ਤਾਂ ਕਈ ਪ੍ਰਕਾਰ ਦਾ ਹੈ, ਪਰ ਅੰਦਰਲਾ ਸਰੂਪ ਆਤਮਾ, ਜਿਹੜਾ ਅੰਦਰ ਆਤਮੇ ਇੱਕੋ ਹੀ ਨਜ਼ਰ ਆਉਂਦਾ ਸਾਰਾ। ਮਨ ਚੂਰੇ ਖਟ ਦਰਸ਼ਨ ਜਾਣ, ਸਰਬ ਜੋਤ ਪੂਰਨ ਭਗਵਾਨ ਰਹਾਓ। ਖਟ ਦਰਸ਼ਨ ਦਾ 6 ਭੇਖਾਂ ਦੇ ਜਾਂ 6 ਸ਼ਾਸਤਰਾਂ ਦੇ ਸਿਧਾਂਤ ਨੂੰ ਜਾਣੇ ਤਾਂ ਇਹ ਮਨ ਚੂਰੇ ਹੁੰਦਾ, ਗਦਗਦ ਹੁੰਦਾ। ਚੂਰੇ ਹੁੰਦਾ ਚੂਰਨ ਭਾਵ ਵਸੀਕਾਰ ਹੁੰਦਾ। ਸਭ ਜੋਤੀਆਂ 'ਚ ਪਰਮੇਸ਼ਰ ਨੂੰ ਪੂਰਨ ਜਾਣਦਾ, ਸਾਰਿਆਂ ਵਿੱਚ ਵਾਹਿਗੁਰੂ ਦੀ ਜੋਤ ਨੂੰ ਨਿਸ਼ਚੇ ਕਰਦਾ। ਸੋ ਅਸਲ ਵਿੱਚ ਮਹਾਰਾਜ ਕਹਿੰਦੇ ਸਾਰੇ ਧਰਮ ਗ੍ਰੰਥਾਂ ਦਾ ਉਦੇਸ਼ ਹੈ ਨਾਮ ਜਪਾਉਣਾ। ਬਸ ਜਿਹੜਾ ਇਹਨੂੰ ਗੱਲ ਨੂੰ ਸਮਝ ਲੈਂਦਾ, ਨਾਮ ਜਪਣਾ ਹੀ ਉਦੇਸ਼ ਹੈ ਸਾਡਾ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਅਧਿਕ ਇਤਿਹਾਸ ਭੇਖ ਬਹੁ ਕਰੈ, ਦੁੱਖ ਵਿਖਿਆ ਸੁਖ ਤਨ ਪਰ ਹਰੈ। ਇਹ ਜੀਵ ਪਦਾਰਥਾਂ ਦੀ ਜਿਹੜੀ ਅਧਿਕ ਪਿਆਸ ਹੁੰਦੀ, ਬਹੁਤੀ ਪਿਆਸ ਕਰਕੇ, ਫਿਰ ਪਿਆਸ ਹੁੰਦੀ ਬਹੁਤੀ ਪਦਾਰਥਾਂ ਦੀ, ਉਹਦੇ ਕਰਕੇ ਭੇਖਾਂ ਨੂੰ ਧਾਰਨ ਕਰਦਾ ਵੀ ਇਹ ਭੇਖ ਨਾਲ ਇੰਨੇ ਪੈਸੇ ਮਿਲਦੇ ਆ, ਫਲਾਨਾ ਭੇਖ ਧਾਰ ਲਈਏ ਫਿਰ ਇੰਨੇ ਪਦਾਰਥ ਮਿਲਦੇ ਆ। ਉਹ ਭੇਖਾਂ ਦੇ ਨਾਲ ਅਸਲ ਵਿੱਚ ਲੋਕ ਕਮਾਈ ਕਰਦੇ ਨੇ, ਕੋਈ ਧਰਮ ਦੀ ਗੱਲ ਨਹੀਂ ਕਰਦੇ। ਬਾਹਰਲੀ ਲਿਬਾਸ ਨੂੰ ਬਣਾ ਕੇ ਦੇਖਣ ਵਾਲਾ ਤਾਂ ਮੂਹਰੇ ਡੰਡੇ ਵਾਂਗੂ ਲੰਮਾ ਪੈ ਜਾਂਦਾ। ਬੱਲੇ ਬੱਲੇ ਬੜੇ ਵੱਡੇ ਸੰਤ ਆ ਗਏ। ਵਿਚਾਰੇ ਸੰਤ 'ਚ ਕੀ ਹੈ, ਉਹ ਤਾਂ ਇੱਕ ਠੱਗੀ ਠੋਰੀ ਮਾਰਨ ਨੂੰ ਨਿਕਲਿਆ ਹੋਇਆ। ਅਸਲ ਥੋੜੇ ਹੁੰਦੇ ਨੇ, ਨਕਲੀ ਜ਼ਿਆਦਾ ਹੁੰਦੇ ਨੇ। ਲੋਕ ਨਕਲੀਆਂ ਦੇ ਚੱਕਰ 'ਚ ਫਸ ਜਾਂਦੇ। ਫਿਰ ਅਸਲ ਵੀ ਹੁੰਦੇ ਨੇ। ਇਹ ਨਹੀਂ ਕਿ ਸਾਰਿਆਂ ਨੂੰ ਨਿੰਦਣਾ। ਪੂਰਨ ਮਹਾਤਮਾ ਵਿੱਚ ਬੈਠੇ ਨੇ, ਨਕਲੀ ਵੀ ਬੈਠੇ ਨੇ, ਕਈ ਚਲੋ ਠੀਕ ਠੀਕ ਵੀ ਨੇ। ਵਿਖਿਆ ਹੁੰਦੀ ਮਾਇਆ ਦੇ ਦੁੱਖ ਕਰਕੇ ਆਤਮ ਸੁੱਖ ਨੂੰ ਤਨ ਵਿੱਚੋਂ ਤਿਆਗ ਦਿੱਤਾ। ਮਾਇਆ ਕਰਕੇ ਸਰੀਰ 'ਚੋਂ ਆਤਮਿਕ ਸੁੱਖ ਨਹੀਂ ਲਿਆ, ਸਭਕਾ ਮਾਇਆ ਦੇ ਸੁੱਖਾਂ ਨੂੰ ਲੈਣ ਲੱਗ ਪਿਆ। ਵਾਹਿਗੁਰੂ ਰਾਖਾ ਹੈ। ਕਾਮ ਕ੍ਰੋਧ ਅੰਤਰ ਧਨ ਹਿਰੈ, ਦੁਬਿਧਾ ਛੋੜ ਨਾਮ ਨਿਸਤਰੈ। ਕਾਮ ਕ੍ਰੋਧ ਆਦਿਕ ਚੋਰੇ ਜੀਵ ਦੇ ਅੰਦਰਲੇ ਸ਼ੁਭ ਗੁਣਾ ਰੂਪੀ ਧਨ ਨੂੰ ਹਿਰੈ ਹੁੰਦਾ, ਚਰਾਉਂਦੇ ਨੇ। ਉਹਨਾਂ ਕਾਮ ਆਦਿਕਾਂ ਦੇ ਸਹਿਤ ਦੁਬਿਧਾ ਨੂੰ ਛੱਡ ਦੇਵੇ ਅਤੇ ਨਾਮ ਨੂੰ ਜਪੇ ਤਾਂ ਨਾਮੀ ਪਰਮੇਸ਼ਰ ਇਹਨੂੰ ਫਿਰ ਤਾਰ ਦਿੰਦਾ। ਸਿਫਤ ਸਲਾਹਣ ਸਹਿਜ ਆਨੰਦ,
ਸਖਾ ਸੈਨ ਪ੍ਰੇਮ ਗੋਬਿੰਦ। ਸਿਫਤੀ ਪ੍ਰਮਾਤਮਾ ਦੀ ਸ਼ਲਾਘਾ ਕਰੇ ਤਾਂ ਸੁਭਾਵਿਕ ਹੀ ਆਨੰਦ ਪ੍ਰਾਪਤ ਹੁੰਦਾ। ਗੋਬਿੰਦ ਪਰਮੇਸ਼ਰ ਵਿੱਚ ਪ੍ਰੇਮ ਕਰੇ, ਕਿਉਂਕਿ ਗੋਬਿੰਦ ਪਰਮੇਸ਼ਰ ਦਾ ਪ੍ਰੇਮ ਇਸ ਲੋਕ ਵਿੱਚ ਸਖਾ ਮਿੱਤਰ ਬਣ ਕੇ ਸਹਾਇਤਾ ਕਰਦਾ ਅਤੇ ਪਰਲੋਕ ਰਸਤੇ ਵਿੱਚ ਜੀਵ ਦਾ ਸੈਨ ਹੁੰਦਾ ਸਾਥੀ। ਸਖਾ ਤੇ ਸੈਨ, ਸੋ ਬਹੁਤਾ ਇਹ ਸੈਨ ਵੀ ਉਹੀ ਅੱਖਰ ਆ ਸਖਾ, ਮਿੱਤਰ ਹੁੰਦਾ ਸੈਨ, ਸਾਥੀ ਹੋ ਕੇ ਮਿੱਤਰਤਾ ਕਰਦਾ। ਆਪੇ ਕਰੇ ਆਪੇ ਬਖਸ਼ਿੰਦ, ਤਾਨ ਮਨ ਹਰ ਪਹਿ ਆਗੈ ਜਿੰਦ। ਹੁਣ ਜੀਵ ਰੂਪ ਹੋ ਕੇ ਆਪ ਹੀ ਕਰਮਾਂ ਨੂੰ ਕਰਦਾ, ਗੁਰੂ ਰੂਪ ਹੋ ਕੇ ਆਪ ਹੀ ਔਗਣਾਂ ਨੂੰ ਬਖਸ਼ਦਾ ਹੈ। ਸਾਰਿਆਂ 'ਚ ਰੱਬ ਹੀ ਹੈ, ਬਸ ਸ਼ੁੱਧਤਾ ਦਾ ਫਰਕ ਹੈ ਆਪਣਾ। ਹੁਣ ਗੁਰਮੁਖਾਂ ਨੇ ਆਪਣਾ ਤਨ ਮਨ ਹਰੀ ਕੋਲ ਅਰਪਣ ਕਰਤਾ ਤੇ ਆਪਣੀ ਜਿੰਦ ਜਿਹੜੀ ਬੁੱਧੀ ਸੀ, ਜੀਵਨ ਕਲਾ ਵੀ ਹਰੀ ਦੇ ਅੱਗੇ ਅਰਪਣ ਕਰ ਦਿੱਤੀ। ਸੋ ਜਦੋਂ ਆਪਾਂ ਆਪਣਾ ਆਪ ਸਮਰਪਣ ਕਰਦੇ ਹਾਂ ਪ੍ਰਮਾਤਮਾ ਨੂੰ, ਮੈਥੋਂ ਨਹੀਂ ਹੁੰਦਾ ਮਹਾਰਾਜ ਜੀ, ਮੈਂ ਤਾਂ ਜ਼ੋਰ ਲਾ ਕੇ ਦੇਖ ਲਿਆ, ਇਹ ਸਾਡੇ ਵੱਸ ਦੀ ਗੱਲ ਨਹੀਂ ਹੈਗੀ। ਮਹਾਰਾਜ ਫਿਰ ਉਦੋਂ ਆਪ ਕਰਦੇ ਨੇ, ਕਹਿੰਦੇ ਹੁਣ ਆਪਾਂ ਭਾਵ ਛੱਡਤਾ, ਹੰਕਾਰ ਇਹਨੇ ਛੱਡ ਦਿੱਤਾ। ਝੂਠ ਵਿਕਾਰ ਮਹਾ ਦੁੱਖ ਦੇਹ, ਭੇਖ ਵਰਨ ਦੀਸੈ ਸਭ ਖੇਹ। ਝੂਠ ਬੋਲਣ ਕਰਕੇ, ਝੂਠੇ ਪਦਾਰਥਾਂ 'ਚ ਲੱਗਣ ਕਰਕੇ ਅਤੇ ਜਿਹੜੇ ਵਿਸ਼ੇ ਵਿਕਾਰ ਕਾਮ ਕ੍ਰੋਧ ਆਦਿ ਨੇ ਭੋਗਣ ਕਰਕੇ ਜਮਦੂਤ ਜਿਹੜੇ ਮਹਾਂ ਦੁੱਖ ਦੇ, ਭਾਰੀ ਦੁੱਖ ਦੇਣਾ ਕਰਦੇ ਨੇ। ਕੁੱਟ ਬਹੁਤ ਪੈਂਦੀ ਫਿਰ ਜਾ ਕੇ। ਇਹ ਜੀਵ ਜਿਨ੍ਹਾਂ ਭੇਖਾਂ ਦਾ ਹੰਕਾਰ ਕਰਦਾ ਹੈ, ਇਹ ਭੇਖ ਅਤੇ 18 ਵਰਨ ਸਭ ਖੇਹ ਰੂਪ ਨਿਗਾਹ ਆਉਂਦੇ ਨੇ ਬ੍ਰਹਮ ਗਿਆਨੀ ਨੂੰ। ਜਾਂ ਜਦੋਂ ਕੁੱਟ ਪੈਂਦੀ ਹੈ ਉਦੋਂ ਕਹਿੰਦਾ ਕਾਹਨੂੰ ਭੇਖ ਧਾਰਨਾ ਸੀ, ਲੋਕਾਂ ਨੂੰ ਐਵੇਂ ਗੁੰਮਰਾਹ ਕੀਤਾ। ਲੋਗਨ ਕੋ ਬਸ ਕੀਨ, ਐ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ। ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋ ਲੀਨ। ਜੋ ਉਪਜੈ ਸੋ ਆਵੈ ਜਾਏ, ਨਾਨਕ ਅਸਥਿਰ ਨਾਮ ਰਜਾਏ। ਜੋ ਸੰਸਾਰ ਵਿੱਚ ਉਪਜਿਆ ਪੈਦਾ ਹੋਇਆ ਆਵੈ ਜਾਏ, ਆਉਂਦਾ ਤੇ ਜਾਂਦਾ। ਮਹਾਰਾਜ ਕਥਨ ਕਰਦੇ ਨੇ ਜੋ ਰਜਾਏ ਆ ਨਾ, ਰਜਾਏ ਹੁੰਦਾ ਪਰਮੇਸ਼ਰ, ਪਰਮੇਸ਼ਰ ਦੇ ਨਾਮ ਨੂੰ ਜਪਦਾ ਉਹੀ ਇਸਤਤ ਰੂਪ ਹੈ ਭਾਈ। ਆਸਾ ਮਹੱਲਾ ਪਹਿਲਾ, ਏਕੋ ਸਰਵਰ ਕਮਲ ਅਨੂਪ। ਸਦਾ ਵਿਗਾਸੈ ਪਰਮਲ ਰੂਪ। ਸੰਸਾਰ ਇੱਕ ਸਰੋਵਰ ਹੈ, ਮੰਨ ਲਓ ਇਹਦੇ ਵਿੱਚ ਅਨੂਪਮ ਕੌਲ ਜਿਹੜਾ ਨਾ, ਕਮਲ ਦਾ ਫੁੱਲ ਸਰੋਵਰ ਵਿੱਚ, ਜਿਵੇਂ ਕਮਲ ਦਾ ਫੁੱਲ ਨਿਰਲੇਪ ਜਿਹਾ ਹੁੰਦਾ ਹੈ, ਸੰਸਾਰ ਸਰੋਵਰ ਦੇ ਵਿੱਚ ਜਿਹੜਾ ਮਹਾਤਮਾ ਹੈ, ਅਨੂਪਮ ਕੌਲ ਹੈ, ਤਤਵੇਤਾ ਮਹਾਤਮਾ ਨੇ। ਤੇ ਜੋ ਪਰਮਲ ਹੁੰਦਾ, ਇੱਥੇ ਸੂਰਜ ਰੂਪ ਮਹਾਤਮਾ ਨੂੰ ਦੇਖ ਕੇ ਹਮੇਸ਼ਾ ਵਿਗਾਸਾ ਤੋਂ ਭਾਵ ਖਿੜੇ ਰਹਿੰਦੇ ਨੇ। ਸੋ ਇਸ ਤਰ੍ਹਾਂ ਸੂਰਜ ਰੂਪ ਪਰਮਾਤਮਾ ਨੂੰ ਦੇਖ ਕੇ ਮਹਾਤਮਾ ਖਿੜੇ ਰਹਿੰਦੇ ਨੇ। ਮਹਾਤਮਾ ਨੂੰ ਪਰਮਾਤਮਾ ਦਿਖਣ ਲੱਗ ਪੈਂਦਾ, ਉਹਨੂੰ ਦੇਖ ਦੇਖ ਕੇ ਹੱਸੀ ਜਾਂਦੇ ਨੇ। ਮਹਾਤਮਾ ਰੰਗ ਹੱਸੈ ਰੰਗ ਰੋਗ ਹੈ। ਸਤਸੰਗ ਇੱਕ ਸਰੋਵਰ ਹੈ, ਇਸ ਵਿੱਚ ਅਨੂਪਮ ਕੌਲ ਜਗਿਆਸੂ ਨੇ। ਪਰਮਲ ਪਰਾਈ ਮੈਲ ਕਿਹੜੀ ਹੁੰਦੀ ਹੈ? ਰਾਗ ਦਵੈਸ਼ ਵਿਦਿਆ ਰੂਪੀ ਮੈਲ ਤੋਂ ਪਰੇ ਜੋ ਗੁਰੂ ਸਾਹਿਬ ਜੀ ਹਨ, ਜਗਿਆਸੂ ਸੰਗਤ ਵਿੱਚ ਬਹਿ ਕੇ ਉਹਨਾਂ ਸਤਿਗੁਰਾਂ ਦੇ ਸੁੰਦਰ ਸਰੂਪ ਨੂੰ ਦੇਖ ਕੇ ਖਿੜੇ ਰਹਿੰਦੇ ਨੇ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਉਜਲ ਮੋਤੀ ਚੂਗਹਿ ਹੰਸ, ਸਰਬ ਕਲਾ ਜਗਦੀਸੈ ਅੰਸ। ਹੰਸ ਹੁੰਦਾ ਤਤਵੇਤਾ ਮਹਾਤਮਾ। ਤਤਵੇਤਾ ਮਹਾਤਮਾ ਸ਼ੁਭ ਗੁਣਾ ਰੂਪੀ ਉਜਲ ਮੋਤੀਆਂ ਦੀ ਚੋਗ ਚੁਗਦੇ ਰਹਿੰਦੇ ਨੇ। ਸੋ ਇਸ ਪ੍ਰਕਾਰ ਜਿਹੜੀਆਂ ਫਿਰ ਜਦੋਂ ਚੋਗ ਚੁਗਦੇ ਨੇ, ਸਭ ਸ਼ਕਤੀਆਂ ਸੰਪੰਨ ਜੋ ਪਰਮੇਸ਼ਰ ਹੈ, ਜੋ ਜਗਦੀਸ਼ਵਰ ਹੈ, ਮਹਾਤਮਾ ਉਹਦੀ ਅੰਸ਼ ਹਨ ਸਾਰੇ। ਮਹਾਤਮਾ ਵਿੱਚ ਉਹ ਬੈਠਾ ਤੇ ਆਪਾਂ ਮਖੌਲ ਕਰਦੇ ਰਹਿੰਦੇ ਮਹਾਤਮਾ ਨੂੰ। ਇਹ ਵੀ ਕਦੇ ਰੱਬ ਦੀ ਲੀਲਾ, ਨਕਲੀ ਵੀ ਬਣਾਏ ਅਸਲੀ ਬਣਾਏ ਆ। ਕਈ ਵਾਰ ਨਕਲੀ ਦੀ ਨਿੰਦਿਆ ਕਰਦੇ ਕਰਦੇ ਅਸਲੀ ਦੀ ਵੀ ਹੋ ਜਾਂਦੀ, ਫਿਰ ਮਾਰ ਪੈ ਜਾਂਦੀ ਹੈ। ਲੋੜ ਹੀ ਨਹੀਂ ਕਿਸੇ ਨਿੰਦਿਆ ਕਰਨ ਦੀ, ਸਭ ਚੰਗੇ ਹੀ ਠੀਕ ਹੀ ਆ। ਜੇ ਫਾਇਦਾ ਲੈਣਾ ਤਾਂ ਬਸ ਜੀਓ ਆਇਆ ਜੀ, ਨਮਸਕਾਰ ਕਰੋ ਬਸ। ਆਪਾਂ ਨੂੰ ਕਿਹੜਾ ਬ੍ਰਹਮ ਗਿਆਨੀ ਹੈ ਕਿ ਆਪਾਂ ਸਮਝ ਸਕਦੇ ਕਿਸੇ ਨੂੰ? ਆਪਾਂ ਨੂੰ ਕੀ ਪਤਾ ਅਗਲੇ ਦੇ ਅੰਦਰ ਦੀ ਅਵਸਥਾ ਕੀ ਆ, ਬਾਹਰਲੀ ਕੀ ਆ। ਬਾਹਲਾ ਜੇ ਆਪਾਂ ਆਪਣੇ ਆਪ ਨੂੰ ਸਮਝੀਏ ਮੈਂ ਬੜਾ ਸਿਆਣਾ, ਫਿਰ ਵੀ ਮਾਰ ਖਾ ਜਾਂਦੇ ਆ। ਸੋ ਸੰਸਾਰ ਵਿੱਚ ਜਿੰਨੀਆਂ ਕੁ ਕਲਾ ਹਨ, ਸ਼ਕਤੀਆਂ, ਉਹ ਸਾਰੀਆਂ ਜਗਦੀਸ਼ ਦੀਆਂ ਅੰਸ਼ਾਂ ਹਨ। ਜੋ ਦੀਸੈ ਸੋ ਉਪਜੈ ਬਿਨਸੈ, ਬਿਨ ਜਲ ਸਰਵਰ ਕਮਲ ਨਾ ਦੀਸੈ ਰਹਾਉ। ਸੰਸਾਰ ਵਿੱਚ ਜੋ ਵੀ ਦਿਸਦਾ ਹੈ ਉਹ ਉਪਜੈ ਬਿਨਸੈ, ਜੰਮਦਾ ਮਰਦਾ ਰਹਿੰਦਾ। ਪਦਾਰਥਾਂ ਰੂਪ ਜਲ ਤੋਂ ਬਿਨਾਂ ਸੰਸਾਰ ਸਰੋਵਰ ਨਹੀਂ ਦਿਸਦਾ। ਸੰਸਾਰ ਸਰੋਵਰ ਤੋਂ ਬਿਨਾਂ ਮਹਾਤਮਾ ਰੂਪ ਕੌਲ ਫੁੱਲ ਨਿਗਾਹ ਨਹੀਂ ਆਉਂਦੇ। ਤੋ ਨਾਮ ਜਲ ਤੋਂ ਬਿਨਾਂ ਸਤਸੰਗ ਰੂਪ ਸਰੋਵਰ ਨਹੀਂ ਦਿਸਦਾ। ਸਤਸੰਗ ਸਰੋਵਰ ਤੋਂ ਬਿਨਾਂ ਗੁਰਮੁਖਾਂ ਰੂਪੀ ਕੌਲ ਫੁੱਲ ਨਿਗਾਹ ਨਹੀਂ ਆਉਂਦੇ। ਕਿਉਂ? ਉਹ ਤਾਂ ਘਰੇ ਬੈਠੇ ਰਹਿੰਦੇ, ਜਦੋਂ ਸੰਗਤ ਹੁੰਦੀ ਹੈ ਉਦੋਂ ਆਉਂਦੇ ਨੇ ਉਹ।
ਉਦੋਂ ਆਪਾਂ ਫਿਰ ਉਹਨਾਂ ਦੇ ਦਰਸ਼ਨ ਕਰਦੇ ਹਾਂ, ਤਾਂ ਹੀ ਆਪਾਂ ਸੰਗਤ ਵਿੱਚ ਜਾਂਦੇ ਹਾਂ। ਸੰਗਤ ਵਿੱਚ ਪਹਿਲੀ ਕਲਾਸ ਤੋਂ ਲੈ ਕੇ MA ਤੱਕ ਵਾਲੇ ਵਿੱਚ ਹੀ ਬੈਠੇ ਹੁੰਦੇ ਆ। ਗੁਰਮੁਖਾਂ ਦੇ ਦਰਸ਼ਨ ਸਮੁੱਚੀ ਸੰਗਤ ਦੇ ਦਰਸ਼ਨੀ ਗੁਰੂ ਰੂਪ ਹੋ ਜਾਂਦੇ ਆ। ਬਿਰਲਾ ਬੂਝੈ ਪਾਵੈ ਭੇਦ, ਸਾਖਾਂ ਤੀਨ ਕਹੈ ਨਿਤ ਵੇਦ। ਇਸ ਭੇਦ ਨੂੰ ਕੋਈ ਬਿਰਲਾ ਹੀ ਗੁਰਮੁਖ ਸਮਝਦਾ ਹੈ, ਕਿਉਂਕਿ ਵੇਦ ਰੋਜ਼ ਇਹ ਕਹਿੰਦਾ ਕਿ ਸੰਸਾਰ ਬ੍ਰਿਸ਼ ਦੀਆਂ ਰਜੋ ਤਮੋ ਸਤੋ ਰੂਪ 3 ਸ਼ਾਖਾ ਨੇ, 3 ਟਾਹਣੀਆਂ ਨੇ। 3 ਟਾਹਣੀਆਂ ਕਿਹੜੀਆਂ? ਕਰਮ, ਉਪਾਸਨਾ, ਗਿਆਨ ਰੂਪ 3 ਸ਼ਾਖਾ ਵਾਲਾ ਜੋ ਵੇਦ ਹੈ, ਉਹ ਰੋਜ਼ ਇਉਂ ਕਹਿੰਦਾ ਹੈ ਕਿ ਕੋਈ ਬਿਰਲਾ ਹੀ ਗੁਰਮੁਖ ਇਸ ਭੇਦ ਨੂੰ ਸਮਝਦਾ ਹੈ। ਨਾਦ ਬਿੰਦ ਕੀ ਸੁਰਤ ਸਮਾਏ, ਸਤਿਗੁਰ ਸੇਵ ਪਰਮ ਪਦ ਪਾਏ। ਬਿੰਦ ਹੁੰਦਾ ਜਾਣਨ ਯੋਗ ਗੁਰਾਂ ਦੇ, ਜੋ ਨਾਦ ਹੁੰਦਾ ਨਾ ਉਪਦੇਸ਼ ਦੀ ਸੁਰਤ ਵਿੱਚ, ਬਿੰਦ ਹੁੰਦਾ ਬਿੰਦਕ ਮਾਤਰ, ਰੰਚਕ ਮਾਤਰ ਵੀ ਸਮਾਈ ਕਰੇ। ਜਿੰਨੀ ਕਥਾ ਸੁਣਦਾ, ਜੇ ਸਾਰੀ ਕਥਾ ਚੋਂ 5 ਪੈਸੇ ਭਰ ਵੀ ਕਮਾ ਲਵੇ, 100% ਕਮਾਉਣੀ ਔਖੀ ਆ, 5 ਪੈਸੇ ਵੀ ਕਮਾ ਲੇ ਨਾ ਕਥਾ, 5% ਵੀ, ਮਹਾਰਾਜ ਕਹਿੰਦੇ ਫੇਰ ਦੇਖ ਲਓ ਕਿਰਪਾ ਹੋ ਜਾਂਦੀ ਉਹ ਜੀਵ ਦੇ ਉੱਤੇ। ਜਾਣਵੇਂ ਯੋਗ ਜਿਹੜਾ ਨਾਦ ਹੈ, ਬ੍ਰਹਮ ਦੀ ਸੁਰਤ ਵਿੱਚ ਸਮਾਈ ਕਰੇ ਅਤੇ ਸਤਿਗੁਰਾਂ ਦੀ ਸੇਵਾ ਕਰੇ ਤਾਂ ਪਰਮ ਪਦ ਨੂੰ ਪ੍ਰਾਪਤ ਕਰਦਾ ਹੈ। ਕਿਉਂ? ਪੰਗਤੀਆਂ ਨੂੰ ਵੇਖੋ ਧਿਆਨ ਨਾਲ। ਨਾਦ ਬਿੰਦ ਕੀ ਸੁਰਤ ਸਮਾਏ। ਬਿੰਦ ਹੁੰਦਾ ਜਾਣਵੇਂ ਯੋਗ ਗੁਰਾਂ ਦੇ, ਨਾਦ ਹੁੰਦਾ ਉਪਦੇਸ਼ ਦੀ ਸੁਰਤ ਸਮਾਏ। ਸੁਰਤ ਵਿੱਚ ਰੰਚਕ ਮਾਤਰ ਵੀ ਸਮਾਈ ਕਰੇ ਜੇ ਤੇ ਸਤਿਗੁਰੂ ਦੀ ਸੇਵਾ ਕਰਕੇ ਪਰਮ ਪਦਵੀ ਦੀ ਪ੍ਰਾਪਤੀ ਮਿਲ ਜਾਂਦੀ ਹੈ। ਗੁਰੂ ਸਾਹਿਬ ਦੀ ਸੇਵਾ ਬੜੀ ਸੌਖੀ ਆ, ਥੋੜੀ ਜੀ ਸੇਵਾ 'ਚ ਬਹੁਤ ਕੁਝ ਦੇ ਦਿੰਦੇ ਮਹਾਰਾਜ। ਇੱਥੇ ਆਪਾਂ ਲੋਕਾਂ ਦੀ ਇੰਨੀ ਕਰਦੇ ਆ, ਫਿਰ ਵੀ ਲੋਕ ਨਿੰਦਾ ਕਰਦੇ ਆ। ਦਾਤੀ ਮਾਰਦਾ ਅਗਲਾ, ਕਹਿੰਦਾ ਹੁਣ ਕੰਮ ਲੈ ਲਿਆ ਭਜਾਓ ਪਰੇ। ਤਾਂ ਸਤਿਗੁਰੂ ਧੰਨ ਹੈ ਸੱਚੇ ਪਾਤਸ਼ਾਹ, ਜੇ ਕੋਈ ਮਾੜੀ ਜੀ ਸੇਵਾ ਕਰਦੇ ਉਹਨੂੰ ਬਹੁਤਾ ਹੀ ਮਾਣ ਦਿੰਦੇ ਆ, ਵਡਿਆਈ ਦਿੰਦੇ ਆ, ਤਾਰ ਦਿੰਦੇ ਆ। ਕਿਉਂ? ਵੱਡੇ ਜੋ ਹੋਏ ਬਾਹਲੇ ਵੱਡੇ ਆ, ਹਿਸਾਬ ਤੋਂ ਵੱਡੇ ਆ, ਜਿੱਥੇ ਤੱਕ ਅੰਦਾਜ਼ਾ ਵੀ ਨਹੀਂ ਲੱਗ ਸਕਦਾ ਆਪਣਾ। ਮੁਕਤੋ ਰਾਤੋ ਰੰਗ ਰਵਾਤੋ, ਰਾਜਨ ਰਾਜ ਸਦਾ ਬਿਗਸੰਤੋ। ਇੱਥੇ ਉੱਤੇ ਬਿੰਦੀਆਂ ਲੱਗੀਆਂ ਰਵੰਤੋ ਤੇ ਬਿਗਸੰਤੋ। ਜੋ ਗੁਰਮੁਖ ਪਰਮੇਸ਼ਰ ਦੇ ਰੰਗ ਤੋਂ ਭਾਵ ਪ੍ਰੇਮ ਵਿੱਚ ਆਪ ਤਦਾਕਾਰ ਹਨ ਅਤੇ ਹੋਰਨਾਂ ਨੂੰ ਪ੍ਰੇਮ ਵਿੱਚ ਜੋੜਦੇ ਹਨ, ਉਹ ਮੁਕਤ ਰੂਪ ਨੇ। ਮੁਕਤ ਰੂਪ ਪਰਮੇਸ਼ਰ ਦੇ ਪ੍ਰੇਮ ਵਿੱਚ ਜੋ ਆਪ ਰਤੇ ਨੇ ਅਤੇ ਹੋਰਨਾਂ ਨੂੰ ਰੰਗਦੇ ਨੇ, ਉਹ ਰਾਜਿਆਂ ਦੇ ਰਾਜੇ ਪਰਮੇਸ਼ਰ ਨੂੰ ਜਾਣ ਕੇ ਸਦਾ ਹੀ ਆਨੰਦ ਹੋਵੇ ਨੇ। ਜਿਸ ਤੂੰ ਰੱਖ ਹੈ ਕਿਰਪਾ ਤਾਰ, ਬੂੜਤ ਪਾਹਨ ਤਾਰ ਹੈ ਤਾਰ। ਇਹ ਵਾਹਿਗੁਰੂ ਆਪ ਕਿਰਪਾ ਦ੍ਰਿਸ਼ਟੀ ਧਾਰ ਕੇ ਜਿਹਦੀ ਰੱਖਿਆ ਕਰਦੇ ਹੋ, ਭਾਵੇਂ ਉਹ ਪਾਹਨ ਹੁੰਦਾ ਪੱਥਰਾਂ ਦੀ ਤਰ੍ਹਾਂ ਡੁੱਬ ਰਹੇ ਨੇ, ਬੂੜਤ ਪਾਹਨ, ਜਿਹਦੀ ਤੁਸੀਂ ਰੱਖਿਆ ਕਰਦੇ ਹੋ ਭਾਵੇਂ ਡੁੱਬ ਰਹੇ ਨੇ, ਤਾਂ ਵੀ ਉਹ ਭਗਤੀ ਰੂਪ ਤਾਰ, ਜਿਹੜੀ ਤਾਰਦਾਰ ਤੇ ਇੱਥੇ ਬੇੜੀ ਹੈ, ਬੇੜੀ ਦੇ ਕੇ ਤਾਰ ਲੈਂਦੇ ਹੋ। ਡੁੱਬਦੇ ਬੰਦੇ ਨੂੰ ਭੱਜ ਕੇ ਜਾ ਕੇ ਬੇੜੀ ਦੇ ਦਿਓ ਬਈ, ਇੱਕਦਮ ਬੇੜੀ ਪ੍ਰਾਪਤ ਹੋ ਜਾਵੇ, ਉਹ ਤਰ ਜਾਂਦਾ। ਨਾਮ ਦੀ ਬੇੜੀ ਦੇਤੀ ਤਾਰਨ ਵਾਹਿਗੁਰੂ, ਇਹ ਤਾਰਨਹਾਰ ਵਾਹਿਗੁਰੂ, ਉਸਨੂੰ ਆਪ ਤਾਰ ਲੈਂਦੇ ਹੋ। ਤ੍ਰਿਭਵਨ ਮਹਿ ਜੋਤ ਤ੍ਰਿਭਵਨ ਮਹਿ ਜਾਣਿਆ, ਉਲਟ ਭਈ ਘਰ ਮਹਿ ਆਣਿਆ। ਘਰ ਉਹਦੇ ਇੱਕ ਰਾਰੇ ਨੂੰ ਔਂਕੜਾ, ਇੱਕ ਘਰ ਮੁਕਤਾ ਰਾਰਾ। ਇਹਦਾ ਦੇਖਦੇ ਹਾਂ ਕੀ ਭਾਵ ਅਰਥ ਹੈ। ਜਿਨ੍ਹਾਂ ਨੇ 3 ਭਵਨਾਂ ਵਿੱਚ ਜੋਤੀ ਨੂੰ ਆਸਰਾ ਰੂਪ ਅਤੇ ਜੋਤੀ ਵਿਖੇ 3 ਭਵਨਾਂ ਨੂੰ ਕਲਪਤ ਜਾਣਿਆ ਅਤੇ ਸੰਸਾਰ ਵੱਲੋਂ ਬਿਰਤੀ ਦੇ ਉਲਟ ਹੋਣੇ ਤੇ ਘਾਰੋ ਹਰਾਰੇ ਔਂਕੜ ਵਾਲੇ ਨੂੰ ਕਹਿੰਦੇ ਹਿਰਦੇ ਨੂੰ ਸਰੂਪ ਘਰ ਵਿੱਚ ਲਿਆਂਦਾ ਹੈ। ਇਹ ਔਤਰੇ ਭਵਨ ਮਹਿ ਜੋਤ, ਤੇ ਇਹ ਜਿਹੜਾ 3 ਭਵਨਾਂ 'ਚ ਤਾਂ ਉਹਦੀ ਜੋਤ ਹੈ, ਇਹਨੂੰ ਤਾਂ ਜਾਣਿਆ ਜੋਤੀ ਨੂੰ ਆਸਰਾ ਰੂਪ, ਤੇ ਜਿਹੜੇ 3 ਭਵਨ ਹੈ ਇਹਨਾਂ ਨੂੰ ਕਲਪਤ ਜਾਣਿਆ ਉਹਦੇ ਵਿੱਚ। ਇਹ ਤਾਂ ਐਵੇਂ ਹੀ ਹੈ, ਅਸਲ ਉਹੀ ਹੈ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ। ਇਸ ਤਰ੍ਹਾਂ ਉਲਟ ਭਈ, ਸੰਸਾਰ ਵੱਲੋਂ ਬਿਰਤੀ ਦੇ ਉਲਟ ਹੋਣੇ ਤੇ ਘਰ ਤੋਂ ਭਾਵ ਹਿਰਦੇ ਨੂੰ ਸਰੂਪ ਘਰ ਵਿੱਚ ਲਿਆਂਦਾ, ਹਿਰਦੇ ਨੂੰ ਇਸ ਪ੍ਰਕਾਰ ਸਰੂਪ ਘਰ ਦੇ 'ਚ ਲੈ ਕੇ ਆਂਦਾ, ਹਿਰਦੇ ਮਨ ਨੂੰ ਟਿਕਾ ਲਿਆ ਹਿਰਦੇ ਦੇ ਅੰਦਰ ਲਿਆ ਕੇ। ਇਹ ਨਿਸ ਭਗਤ ਕਰੇ ਲਿਵ ਲਾਏ, ਨਾਨਕ ਤਿਨ ਕੈ ਲਾਗੈ ਪਾਏ। ਮਹਾਰਾਜ ਫਰਮਾਉਂਦੇ ਜੋ ਲਿਵ ਲਗਾ ਕੇ ਦਿਨ ਰਾਤ ਭਗਤੀ ਨੂੰ ਕਰਦਾ ਹੈ, ਸਤਿਗੁਰੂ ਕਥਨ ਕਰਦੇ ਉਹਨਾਂ ਦੇ ਪਾਏ ਤੋਂ ਭਾਵ ਚਰਨੀ ਲੱਗਣਾ ਕਰੇ। ਆਸਾ ਮਹੱਲਾ ਪਹਿਲਾ, ਗੁਰਮਤਿ ਸਾਚੀ ਹੁਜਤ ਦੂਰ, ਬਹੁਤ ਸਿਆਣਪ ਲਾਗੈ ਤੂਰ। ਸੱਚੀ ਗੁਰਸਿੱਖਿਆ ਗ੍ਰਹਿਣ ਕਰਨ ਨਾਲ ਨਾ
ਸਾਰੀਆਂ ਹੁਜਤਾਂ ਦੂਰ ਹੋ ਜਾਂਦੀਆਂ। ਸੱਚੀ ਗੁਰ ਸਿੱਖਿਆ ਬਹਿ ਕੇ ਕਥਾ 'ਚ ਪਿਆਰ ਨਾ ਸੁਣੇ, ਤਰਕ ਨਾ ਕਰੇ ਮੂਹਰੋਂ। ਅੱਜ ਕੱਲ੍ਹ ਲੋਕੀ ਕਥਾ ਤਾਂ ਸੁਣਦੇ ਆ, ਮੂਹਰੋਂ ਨਾਲ ਨਾਲ ਬੁੜ ਕਰੀ ਜਾਂਦੇ, ਲੈ ਆਹ ਗੱਲ ਬੋਲਦੇ, ਲੈ ਐਂ ਕਰਦਾ, ਲੈ ਉਹ ਗੱਲ ਐਂ ਹੋ ਗਈ, ਤੁਹਾਨੂੰ ਮਿਲਣਾ ਵੀ ਕੀ ਆ, ਕਟਾਪਾ ਹੀ ਚੜ੍ਹਨਾ ਮੁੜ ਕੇ। ਬਹੁਤੀਆਂ ਸੰਸਾਰਕ ਸਿਆਣਪ ਜਿਹੜੀਆਂ ਨਹੀਂ ਕਰਕੇ ਧੂਰ ਹੁੰਦਾ, ਕਲੰਕੀ ਲੱਗਦਾ, ਲਾਹਨਤਾਂ ਰੂਪ ਧੂੜੀ ਲੱਗਦੀ ਹੈ। ਨਾਲੇ ਦੱਸੀ ਦਾ ਵੀ ਜੋ ਕਥਾ ਹੁੰਦੀ ਹੈ, ਸਤਿਗੁਰੂ ਹਾਜ਼ਰ ਨਾਜ਼ਰ ਹੁੰਦੇ ਨੇ, ਬਹੁਤ ਸ਼ਕਤੀਆਂ ਕਥਾ ਦੇ ਵਿੱਚ ਹਾਜ਼ਰ ਹੁੰਦੀਆਂ ਨੇ। ਉਹ ਜਿਹੜਾ ਨਿੰਦਾ ਕਰਦਾ ਫਿਰ ਉਹਦੇ ਉੱਤੇ ਮਾੜਾ ਜਿਹਾ ਟਿੱਕਾ ਲਾ ਦਿੰਦੇ ਕਾਲਾ, ਕਹਿੰਦੇ ਹੁਣ ਤੂੰ ਬਾਅਦ 'ਚ ਤੈਨੂੰ ਦੇਖਾਂਗੇ। ਕਹਿੰਦੇ ਇਹ ਪੁਰਸ਼ਾ ਹੁਜਤਾਂ ਭਾਵ ਜਿਹੜੀਆਂ ਢੁੱਚਰਾਂ ਦੂਰ ਕਰਕੇ ਸੱਚੀ ਗੁਰ ਸਿੱਖਿਆ ਧਾਰਨਾ ਕਰ, ਕਿਉਂਕਿ ਬਹੁਤੀ ਸਿਆਣਪ ਕਰਕੇ ਹਿਰਦੇ ਰੂਪ ਕੱਪੜੇ ਨੂੰ ਹੰਕਾਰ ਰੂਪੀ ਮੈਲ ਲੱਗ ਜਾਂਦੀ। ਬਾਹਲੀ ਸਿਆਣਪ ਨਹੀਂ ਦਿਖਾਈ ਦੀ। ਕਹਿੰਦੇ ਸਿਆਣਪ ਗੁਰੂ ਮੂਹਰੇ ਕਾਹਦੀ ਦਿਖਾਉਣੀ ਹੈ, ਸਤਿਗੁਰੂ ਤਾਂ ਵੱਡੇ ਨੇ, ਸਾਡੀ ਤਾਂ ਸਿਆਣਪ ਹੀ ਹੈ ਨਹੀਂ ਤੁਹਾਡੇ ਮੂਹਰੇ ਕੁਛ। ਲੋਕਾਂ ਮੂਹਰੇ ਟਾਰਾਂ ਮਾਰ ਲਓ ਭਾਈ, ਇੱਥੇ ਮਹਾਰਾਜ ਕੋਲ ਨਾ ਕਰਿਆ ਕਰੋ। ਲਾਗੀ ਮੈਲ ਮਿਟੈ ਸਚ ਨਾਏ, ਗੁਰ ਪ੍ਰਸਾਦ ਰਹਿ ਲਿਵ ਲਾਏ। ਸੱਚ ਨਾਮ ਜਪਣ ਨਾਲ ਮੈਲ ਲੱਗੀ ਹੋਈ ਮਿਟ ਜਾਂਦੀ ਹੈ। ਕਹਿੰਦੇ ਮੈਲ ਨਾਮ ਜਪਣ ਨਾਲ ਕੀ ਹੋ ਜੂ, ਵਾਹਿਗੁਰੂ ਵਾਹਿਗੁਰੂ ਕਰਨ ਨਾਲ ਮੈਲ ਨਹੀਂ ਲਾਉਣੀ ਅੰਦਰੋਂ। ਕਹਿੰਦੇ ਪ੍ਰਸਾਦੀ ਗੁਰਾਂ ਦੁਆਰੇ ਭਾਵ ਕਿਰਪਾ ਕਰਨ ਵਾਲੇ ਜੋ ਸਤਿਗੁਰੂ ਹਨ, ਉਹਨਾਂ ਦੁਆਰੇ ਲਿਵ ਨੂੰ ਲਗਾ ਕੇ ਰੱਖੇ, ਫਿਰ ਮੈਲ ਹੌਲੀ ਹੌਲੀ ਸਤਿਗੁਰੂ ਲਾ ਦਿੰਦੇ ਨੇ। ਹੈ ਹਜੂਰ ਹਾਜ਼ਰ ਅਰਦਾਸ, ਦੁੱਖ ਸੁੱਖ ਸਾਚ ਕਰਤੇ ਪ੍ਰਭ ਪਾਸ ਰਹਾਓ। ਜੋ ਪਰਮੇਸ਼ਰ ਤੋਂ ਕਹਿਣ ਤੋਂ ਭਾਵ ਹਜੂਰ ਦਾ ਅਰਥ ਤੇ ਪ੍ਰਪੰਚ ਵਿੱਚ ਹਾਜ਼ਰ ਹੈ। ਇਹ ਹਾਜ਼ਰ ਹਜੂਰ ਹੈ, ਪ੍ਰਪੰਚ ਵਿੱਚ ਵੀ ਤੁਸੀਂ ਹਾਜ਼ਰ ਹਜੂਰ ਹੋ, ਸੰਸਾਰ ਵਿੱਚ ਵੀ। ਪੜੋ ਪਰਮੇਸ਼ਰ ਦੇ ਅੱਗੇ ਅਰਦਾਸ ਬੇਨਤੀਆਂ ਕਰੇ, ਆਪਣੇ ਦੁੱਖ ਸੁੱਖ ਸੱਚੇ ਵਾਹਿਗੁਰੂ ਦੇ ਕੋਲ ਬੇਨਤੀਆਂ ਕਰੋ ਕਿ ਮਹਾਰਾਜ ਮੇਰਾ ਦੁੱਖ ਸੁੱਖ ਹੈ ਜੀ ਆਪ ਦੇ ਕੋਲੇ, ਕਿਰਪਾ ਕਰੋ। ਸੱਚੇ ਵਾਹਿਗੁਰੂ ਕਰਤੇ ਨੂੰ ਕਰਮਾਂ ਅਨੁਸਾਰ ਦੁੱਖ ਸੁੱਖ ਜੀਵ ਦੇ ਪਾਸ ਕੀਤੇ ਹੋਏ ਨੇ, ਭਾਵ ਆਪਾਂ ਨੂੰ ਦਿੱਤੇ ਹੀ ਹੋਏ ਨੇ, ਤੇ ਦੁੱਖ ਸੁੱਖ ਉਹਨੇ ਕਰਮਾਂ ਅਨੁਸਾਰ ਲਿਖ ਦਿੱਤੇ ਨੇ। ਦੁੱਖ ਭੋਗਣ ਵੇਲੇ ਆਪਾਂ ਰੋਂਦੇ ਹਾਂ, ਸੁੱਖ ਭੋਗਦੇ ਹਾਂ ਤਾਂ ਖੁਸ਼ ਹੁੰਦੇ ਹਾਂ। ਸੋ ਇਸ ਕਰਕੇ ਧਿਆਨ ਰੱਖਣਾ ਕਿ ਦੁੱਖ ਵੀ ਤਾਂ ਆਪਣੇ ਬੀਜੇ ਹੋਏ ਕਰਮਾਂ ਅਨੁਸਾਰ ਹੀ ਆਇਆ। ਦੁੱਖ ਝੱਲਣਾ ਬਹੁਤ ਔਖਾ, ਦੂਜੇ ਨੂੰ ਦੁੱਖ ਦੇਣਾ ਬਹੁਤ ਸੌਖਾ ਹੁੰਦਾ। ਲੋਕ ਦੂਜੇ ਨੂੰ ਦੁੱਖ ਦੇ ਕੇ ਬੜੇ ਖੁਸ਼ ਹੁੰਦੇ ਨੇ, ਜਦੋਂ ਤੁਹਾਨੂੰ ਇਹ ਭੁਗਤਣਾ ਪਿਆ ਲੇਖਾ ਫਿਰ ਬਹੁਤ ਔਖੇ ਹੋਣਾ ਪੈਣਾ। ਇਸ ਕਰਕੇ ਆਪ ਸੁਖੀ ਹੋਣਾ, ਦੂਜੇ ਨੂੰ ਸੁੱਖ ਦਿਓ, ਕਿਸੇ ਨੂੰ ਦੁੱਖ ਨਾ ਦਿਓ। ਕਹਿੰਦੇ ਵਿਸ਼ਰਾਮ ਦੇ ਕੇ ਕਹਿੰਦੇ ਨੇ, ਕੂੜ ਕਮਾਵੈ ਆਵੈ ਜਾਵੈ, ਕਹਿਣ ਕਥਨ ਵਾਰਾ ਨਹੀਂ ਆਵੈ। ਕੂੜ ਕਮਾਵੈ ਉਹਨੇ ਝੂਠ ਦੇ ਬੋਲਣ ਕਰਕੇ ਜੀਵ ਜੰਮਦਾ ਮਰਦਾ ਹੈ। ਕਥਨੀਆਂ ਦੇ ਕਹਿਣ ਨਾਲੋਂ ਵਾਹਿਗੁਰੂ ਦਾ ਵਾਰਾ ਤੋਂ ਭਾਵ ਅੰਤ ਨਹੀਂ ਆਉਂਦਾ। ਜਿੰਨੀ ਮਰਜ਼ੀ ਕਥਾ ਕਰੀ ਜਾਓ, ਉਹਦਾ ਕਿਹੜਾ ਅੰਤ ਪਾ ਲੈਣਾ ਕਿਸੇ ਨੇ। ਕਿਆ ਦੇਖਾਂ ਸੂਝ ਬੂਝ ਨਾ ਪਾਵੈ, ਬਿਨ ਆਵੈ ਮਨ ਤ੍ਰਿਪਤ ਨਾ ਆਵੈ। ਇਹ ਜੀਵ ਨੇ ਗੁਰਾਂ ਪਾਸੋਂ ਬੁੱਝਿਆ ਹੀ ਨਹੀਂ, ਇਸ ਲਈ ਕੁਝ ਸੂਝ ਨਾ ਪਾਵੈ, ਸਮਝ ਨਹੀਂ ਪਾਉਂਦਾ। ਸਮਝ ਨਾ ਪਾਉਣ ਕਰਕੇ ਕਿਆ ਦੇਖਾਂ, ਇਹਨੇ ਪਰਮੇਸ਼ਰ ਨੂੰ ਕੀ ਦੇਖਣਾ। ਨਾਮ ਸਿਮਰਨ ਤੋਂ ਬਿਨਾਂ ਮਨ ਵਿੱਚ ਤ੍ਰਿਪਤੀ ਭਾਵ ਸੰਤੋਖ ਹੀ ਨਹੀਂ ਆਉਂਦਾ। ਜੋ ਜਨਮੇ ਸੇ ਰੋਗ ਵਿਆਪੇ, ਹਉਮੈ ਮਾਇਆ ਦੁਖ ਸੰਤਾਪੇ। ਸੰਸਾਰ ਵਿੱਚ ਜੋ ਵੀ ਜਨਮਿਆ ਉਹ ਪ੍ਰਤੱਖ ਜਨਮ ਮਰਨ ਰੂਪੀ ਰੋਗ ਵਿੱਚ ਵਿਆਪ ਰਹੇ ਸਾਰੇ ਜਾਣੇ। ਮਾਇਆ ਦੀ ਹੰਗਤਾ ਮਮਤਾ ਜੀਵ ਨੂੰ ਦੁੱਖਾਂ 'ਚ ਸੰਗ ਭਰੀ ਪ੍ਰਕਾਰ ਤਪਾਉਂਦੀ ਹੋਈ ਤਪਾਉਂਦੀ ਹੈ। ਸੇ ਜਨ ਬਾਚੇ ਜੋ ਪ੍ਰਭ ਰਾਖੇ, ਸਤਿਗੁਰ ਸੇਵ ਅੰਮ੍ਰਿਤ ਰਾਸੋ ਚਾਖੇ। ਮਹਾਰਾਜ ਨੇ ਵਚਨ ਕੀਤਾ ਵੀ ਜਿਨ੍ਹਾਂ ਨੂੰ ਵਾਹਿਗੁਰੂ ਨੇ ਰੱਖਿਆ ਉਹ ਇਨਸਾਨ ਜਮਦੂਤਾਂ ਤੋਂ ਬਚੇ ਨੇ। ਸੋ ਵਾਹਿਗੁਰੂ ਕਿਹਨਾਂ ਨੂੰ ਰੱਖਦੇ ਜੀ? ਕਹਿੰਦੇ ਜਿਹੜੇ ਸਤਿਗੁਰਾਂ ਨੂੰ ਸੇਵ ਕੇ ਨਾਮ ਅੰਮ੍ਰਿਤ ਰਸ ਨੂੰ ਚੱਖਦੇ ਨੇ ਉਹਨਾਂ ਨੂੰ ਵਾਹਿਗੁਰੂ ਰੱਖਦਾ। ਚਲਤਾ ਮਨ ਰਾਖੈ ਅੰਮ੍ਰਿਤ ਚਾਖੈ। ਇੱਥੇ ਐੜੇ ਤੇ ਟਿੱਪੀ ਆਉਣ ਕਰਕੇ ਅੰਮ੍ਰਿਤ ਚਾਖੈ ਤੋਂ ਪਾਠ ਇਉਂ ਕਰਦਾ ਅੰਮ੍ਰਿਤ। ਸਤਿਗੁਰ ਸੇਵ ਅੰਮ੍ਰਿਤ ਸ਼ਬਦ ਭਾਖੈ। ਨਾਮ ਅੰਮ੍ਰਿਤ ਨੂੰ ਚੱਕ ਕੇ ਚੰਚਲ ਮਨ ਨੂੰ ਰੋਕ ਰੱਖੇ। ਨਾਮ ਹੀ ਮਨ ਨੂੰ ਰੋਕਦਾ ਬਾਹਰ ਜਾਣ ਤੋਂ, ਨਹੀਂ ਤਾਂ ਮਨ ਐਵੇਂ ਕਮਲਿਆਂ ਵਾਂਗੂ ਮੂਰਖ ਮੁਗਧ ਜਿਹਾ ਭੱਜਿਆ ਹੀ ਰਹਿੰਦਾ। ਤੇ ਜੇ ਰੋਕੋ ਰੁਕਦਾ ਵੀ ਨਹੀਂ, ਅਵੈੜਾ ਬੜਾ ਨਿਆਣਿਆਂ ਵਾਂਗੂ ਬਾਹਲਾ ਜਿੱਦੀ ਹੈ। ਤੇ ਰੋਕ ਰੱਖੇ ਤੇ ਸਤਿਗੁਰਾਂ ਦੀ ਸੇਵਾ ਕਰਕੇ ਅੰਮ੍ਰਿਤ ਹੁੰਦਾ। ਆ ਮਿਰਤੂ ਤੋਂ ਜੋ ਹੈ ਨਾ, ਆ ਤੋਂ ਭਾਵ ਜਿਹੜਾ ਹੈ ਅੰਮ੍ਰਿਤ, ਮਿਰਤੂ ਤੋਂ ਰਹਿਤ ਜੋ ਸ਼ਬਦ ਬ੍ਰਹਮ ਹੈ ਉਹਨੂੰ ਭਾਖਿਆ ਤੋਂ ਭਾਵ ਉਚਾਰਨ ਕਰੇ। ਕਿਉਂਕਿ ਮਿਰਤੂ ਤੋਂ ਰਹਿਤ ਸਿਰਫ ਵਾਹਿਗੁਰੂ ਹੈ, ਬਾਕੀ ਸਾਰੀਆਂ ਚੀਜ਼ਾਂ ਮਿਰਤੂ 'ਚ ਆ ਜਾਂਦੀਆਂ ਨੇ। ਇਸ ਕਰਕੇ ਧਿਆਨ ਰੱਖਣਾ ਕਿ ਵਾਹਿਗੁਰੂ ਕਹਾਂਗੇ ਤਾਂ ਮੌਤ ਤੋਂ ਰਹਿਤ ਹੋਵਾਂਗੇ। ਸੱਚ ਹੈ ਸ਼ਬਦ ਮੁਕਤ ਗਤ ਪਾਏ, ਨਾਨਕ ਵਿੱਚੋਂ ਆਪ ਗਵਾਏ। ਹੁਣ ਮਹਾਰਾਜ ਕਥਨ ਕਰਦੇ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਹਿਰਦੇ 'ਚੋਂ ਜਿਹੜਾ ਆਪ ਪੱਪੇ ਨੂੰ ਔਂਕੜ ਹੁੰਦਾ ਨਾ, ਆਪ ਹੰਕਾਰ ਨੂੰ ਗਾਉਣਾ ਕਰੇ।
ਤਾਂ ਮੁਕਤੀ ਦੀ ਪ੍ਰਾਪਤੀ ਨੂੰ ਪ੍ਰਾਪਤ ਕਰਦਾ ਹੈ। ਆਸਾ ਮਹੱਲਾ ਪਹਿਲਾ। ਜੋ ਤਿਨ ਕੀਆ ਸੋ ਸਾਚੋ ਥੀਆ, ਅੰਮ੍ਰਿਤ ਨਾਮ ਸਤਿਗੁਰ ਦੀਆ। ਜਿਸ ਵੇਲੇ ਸਤਿਗੁਰਾਂ ਨੇ ਨਾਮ ਅੰਮ੍ਰਿਤ ਦਿੱਤਾ ਤਾਂ ਇਹ ਨਿਸ਼ਚੈ ਕੀਤਾ ਕਿ ਜੋ ਕੁਝ ਵੀ ਉਹ ਪਰਮੇਸ਼ਰ ਨੇ ਕੀਤਾ ਉਹ ਸੱਚਾ ਹੀ ਹੋਇਆ। ਇਹ ਸੋਝੀ ਦੇਰ ਬਾਅਦ ਪੈਂਦੀ ਜਾ ਕੇ। ਗੁਰੂ ਨਾਨਕ ਸਾਹਿਬ ਸਮਝਾਉਂਦੇ ਨੇ ਆਪਾਂ ਨੂੰ, ਹਿਰਦੈ ਨਾਮ ਨਾਹੀ ਮਨ ਭੰਗ, ਅਨ ਦਿਨ ਨਾਲ ਪਿਆਰੇ ਸੰਗ। ਜਿਹਦੇ ਹਿਰਦੇ 'ਚ ਪਰਮੇਸ਼ਰ ਦਾ ਨਾਮ ਹੈ ਉਹਦੇ ਮਨ ਵਿੱਚ ਕੋਈ ਭੰਗ ਹੁੰਦਾ, ਵਿਘਨ ਨਹੀਂ ਹੁੰਦਾ। ਜੋ ਪਿਆਰਾ ਵਾਹਿਗੁਰੂ ਹੈ ਉਹਦੇ ਸੰਗ ਨਾਲ ਉਹ ਰਾਤ ਦਿਨ ਹੀ ਰਹਿੰਦਾ ਹੈ ਪਰਮਾਤਮਾ ਨਾਲ। ਇੱਥੇ ਵਿਸ਼ਰਾਮ ਬੜਾ ਜ਼ਰੂਰੀ ਹੈ। ਹਿਰਦੈ ਨਾਮ ਨਾਹੀ ਜੇ ਕਹਿਤਾ ਫਿਰ ਤਾਂ ਮਨ ਭੰਗ ਹੋ ਗਿਆ, ਇਹ ਤਾਂ ਆਪੇ ਟੁੱਟ ਗਿਆ। ਹਿਰਦੈ ਨਾਮ ਨਾਹੀ ਮਨ ਭੰਗ, ਅਨ ਦਿਨ ਨਾਲ ਪਿਆਰੇ ਸੰਗ। ਸੋ ਇਸ ਕਰਕੇ ਜਿਹਦੇ ਹਿਰਦੇ 'ਚ ਨਾਮ ਨਹੀਂ ਹੈ ਉਹਦੇ ਮਨ ਵਿੱਚ ਕਈ ਤਰ੍ਹਾਂ ਦੇ ਵਿਘਨ ਪੈਂਦੇ ਨੇ ਅਤੇ ਉਹ ਰਾਤ ਦਿਨੇ ਪਿਆਰੇ ਵਾਹਿਗੁਰੂ ਨਾਲੋਂ ਸੰਗਤ ਭਾਵ ਸੰਗ ਦਾ ਸੰਕੋਚ ਕਰਦਾ ਰਹਿੰਦਾ ਹੈ। ਹਰ ਜੀਉ ਰੱਖੋ ਆਪਣੀ ਸਰਣਾਈ। ਇਹ ਵਾਹਿਗੁਰੂ ਜੀ ਕਿਰਪਾ ਕਰੋ, ਆਪਣੇ ਚਰਨਾਂ ਦੀ ਸ਼ਰਨ ਵਿੱਚ ਦਾਸ ਨੂੰ ਰੱਖਣਾ ਕਰੋ ਜੀ। ਸਾਡੇ ਉੱਤੇ ਮਿਹਰ ਭਰਿਆ ਹੱਥ ਰੱਖੋ ਮਹਾਰਾਜ ਜੀ। ਗੁਰ ਪ੍ਰਸਾਦੇ ਹਰਿ ਰਸ ਪਾਇਆ, ਨਾਮ ਪਦਾਰਥ ਨੌ ਨਿਧ ਪਾਈ ਰਹਾਉ। ਸੋ 353 ਅੰਗ ਦੇ ਉੱਪਰਲੀ ਪੰਕਤੀ ਉਚਾਰਨ ਕਰਦੇ ਨੇ ਕਿ ਗੁਰਾਂ ਦੀ ਕਿਰਪਾ ਦੁਆਰੇ ਜਿਨ੍ਹਾਂ ਨੇ 9 ਨਿਧੀਆਂ ਦੇ ਦਾਤੇ ਨਾਮ ਪਦਾਰਥ ਨੂੰ ਪਾਇਆ ਉਹਨੇ ਹਰੀ ਰਸ ਦੀ ਪ੍ਰਾਪਤੀ ਪਾਈ ਹੈ ਭਾਈ, ਪ੍ਰਾਪਤ ਕਰ ਲਈ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕਰਮ ਧਰਮ ਸੱਚ ਸਾਚਾ ਨਾਮ, ਤਾਕੈ ਸਦ ਬਲਿਹਾਰੈ ਜਾਉ। ਜਿਨ੍ਹਾਂ ਨੇ ਕਰਮ ਧਰਮ ਰੂਪ ਸੱਚ ਹੁੰਦਾ ਨਿਸ਼ਚੈ ਕਰਕੇ ਸੱਚ ਨੂੰ ਨਾਮ ਨੂੰ ਜਪਣਾ ਕੀਤਾ ਨਾ, ਉਹਨਾਂ ਤੋਂ ਸਦਾ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ। ਜੋ ਹਰ ਰਾਤੇ ਸੇ ਜਨ ਪਰਵਾਨ, ਤਿਨ ਕੀ ਸੰਗਤ ਪਰਮ ਨਿਧਾਨ। ਜਿਹੜੇ ਰੱਬ ਦੇ ਪਿਆਰੇ ਹਰੀ ਜਨ, ਜਿਹੜੇ ਰੱਬ ਦੇ ਪਿਆਰੇ ਨੇ, ਜਿਹੜੇ ਜਨ ਹਰੀ ਦੇ ਪਿਆਰੇ ਨੇ, ਨਾਮ ਜਪਣ ਵਿੱਚ ਤਦਾਕਾਰ ਹੋਏ ਨੇ, ਉਹ ਇਨਸਾਨ, ਉਹ ਗੁਰਮੁਖ ਪਿਆਰੇ ਪ੍ਰਮਾਣੀਕ ਨੇ, ਉਹਨੂੰ ਭਾਗੇ ਨੇ, ਉਹ ਚੰਗੇ ਲੱਗਦੇ ਨੇ, ਸੱਚਖੰਡ 'ਚ ਪ੍ਰਵਾਨ ਕਰ ਲਏ ਨੇ। ਉਹਨਾਂ ਗੁਰਮੁਖਾਂ ਦੀ ਸੰਗਤ ਕਰਕੇ ਪਰਮ ਨਿਧੀਆਂ ਦਾ ਖਜ਼ਾਨਾ ਪਰਮੇਸ਼ਰ ਮਿਲਦਾ। ਹਰ ਵਾਰ ਜਿਨ ਪਾਇਆ ਧਨ ਨਾਰੀ, ਹਰ ਸਿਉ ਰਾਤੀ ਸ਼ਬਦ ਵਿਚਾਰੀ। ਜਿਸ ਜੀਵ ਰੂਪ ਨਾਰੀ ਨੇ ਧਨਤਾ ਯੋਗ ਹਰੀ ਰੂਪ ਪਤੀ ਨੂੰ ਪਾਇਆ, ਸੋ ਜਿਸ ਨਾਰੀ ਨੇ ਹਰੀ ਰੂਪ ਪਤੀ ਨੂੰ ਪਾਇਆ, ਪ੍ਰਾਪਤ ਕੀਤਾ, ਉਹ ਧਨਤਾ ਯੋਗ ਹੈ। ਜੋ ਗੁਰ ਉਪਦੇਸ਼ ਨੂੰ ਵਿਚਾਰਦੀ ਹੈ ਜਗਿਆਸੂ ਰੂਪ ਇਸਤਰੀ, ਉਹ ਹਰੀ ਦੇ ਨਾਲ ਹੀ ਤਦਾਕਾਰ ਹੁੰਦੀ, ਇੱਕ ਮਿੱਕ ਹੋ ਗਈ, ਮਿਲ ਗਈ ਹੈ। ਆਪੇ ਤਰੈ ਸੰਗਤ ਕੁਲ ਤਾਰੈ, ਸਤਿਗੁਰ ਸੇਵੇ ਤਤ ਵਿਚਾਰੈ। ਉਹ ਆਪ ਤਰਦੀ ਹੈ ਤੇ ਕੁਲ ਸੰਗਤ ਨੂੰ ਤਾਰਦੀ ਹੈ। ਜੀਵਨ ਮੁਕਤੀ ਦੇ ਆਨੰਦ ਲਈ ਸਤਿਗੁਰਾਂ ਨੂੰ ਸੇਵ ਕੇ ਤਤ ਸਿਧਾਂਤ ਨੂੰ ਵਿਚਾਰਦੀ ਹੈ। ਹਮਰੀ ਜਾਤ ਪਤ ਸਚ ਨਾਉ, ਕਰਮ ਧਰਮ ਸੰਜਮ ਸਤ ਭਾਉ। ਸਾਡੀ ਜਾਤੀ ਅਤੇ ਜਿਹੜੀ ਪਤ ਪੰਗਤੀ ਹੈ, ਸੋ ਇਸੇ ਪ੍ਰਕਾਰ ਪਤ ਆਬਰੋ ਇੱਕ ਸੱਚਾ ਨਾਮ ਹੀ ਹੈ ਸਾਡਾ। ਜਾਤੀ ਪਾਤੀ ਆਬਰੋ ਪਤ ਪੰਗਤ ਸਭ ਨਾਮ। ਸਤ ਸਰੂਪ ਪਰਮਾਤਮਾ ਵਿੱਚ ਜਿਹੜਾ ਪ੍ਰੇਮ ਕਰਨ ਨਾਲ ਸਭ ਕਰਮ ਧਰਮ ਅਤੇ ਇੰਦਰੀਆਂ ਦਾ ਦਮਨ ਕਰਨਾ ਸਾਡਾ ਸਫਲ ਹੈ। ਸੰਜਮ ਦਾ ਬਾਰ-ਬਾਰ ਆਪਾਂ ਨਹੀਂ ਦੱਸਣਾ ਕਿ ਸੰਜਮ ਨਾਲ ਵੀ ਇੰਦਰੀਆਂ ਦਾ ਦਮਨ ਕਰਨਾ ਹੁੰਦਾ। ਭਾਵ ਹੁੰਦਾ ਪ੍ਰੇਮ। ਪਹਿਲਾਂ ਇਹ ਆਪਾਂ ਅਰਥ ਸਾਰੇ ਦੱਸਦੇ, ਹੁਣ ਆਪਾਂ ਜੇ ਨਾ ਵੀ ਦੱਸਾਂਗੇ, ਸਿੱਧੇ ਬੋਲ ਦਿਆਂਗੇ ਤਾਂ ਵੀ ਆਪ ਨੇ ਸਮਝ ਹੀ ਲੈਣੇ। ਨਾਨਕ ਬਖਸ਼ੇ ਪੂਛ ਨਾ ਹੋਏ, ਦੂਜਾ ਮੇਟੇ ਏਕੋ ਸੋਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਨੇ ਕਿ ਜਿਹਨੂੰ ਵਾਹਿਗੁਰੂ ਬਖਸ਼ਦਾ ਹੈ ਉਹਨੂੰ ਫਿਰ ਪੁੱਛ ਗਿੱਛ ਨਹੀਂ ਹੁੰਦੀ। ਫਿਰ ਉਸ ਦੀ ਜਿਹੜੀ ਆ ਨਾ ਕਿਸੇ ਪ੍ਰਕਾਰ ਪੂਛਾਂ ਵਾਲਾ ਨਹੀਂ ਬਣਾਉਂਦੇ। ਭਾਵ ਪੂਛ ਕਿਹਦੇ ਲੱਗੀ ਹੁੰਦੀ? ਜਾਨਵਰ ਦੇ। ਹੁਣ ਜਾਨਵਰ ਨਹੀਂ ਬਣਾਉਂਦੇ, ਕਹਿੰਦੇ ਤੈਨੂੰ ਪੁੱਛ ਗਿੱਛ ਨਹੀਂ ਹੁੰਦੀ ਤੇਰੀ। ਜੋ ਦਵੈਤ ਭਾਵ ਨੂੰ ਮੇਟਦਾ ਉਹ ਇੱਕ ਦਾ ਹੀ ਸਰੂਪ ਹੋ ਜਾਂਦਾ। ਪੂਛ ਅਸਲ ਵਿੱਚ ਦਵੈਸ਼ ਦੀ ਵੀ ਹੁੰਦੀ ਹੈ। ਰਾਗ ਦਵੈਸ਼ ਦੇ ਸਿੰਘ ਵੀ ਹੁੰਦੇ ਨੇ ਤੇ ਇਸੇ ਤਰ੍ਹਾਂ ਲਿਬੜੀ ਪੂਛ ਮਾਰਦਾ, ਜਿਹੜੀ ਈਰਖਾ ਦਵੈਸ਼ ਕਰਦਾ ਦੂਜੇ ਨਾਲ। ਕਹਿੰਦੇ ਫਿਰ ਜਿਉਂਦੇ ਜੀ ਵੀ ਕਈ ਮਨੁੱਖੇ ਲਿਬੜੀ ਪੂਛ ਮਾਰਦੇ ਰਹਿੰਦੇ ਆ, ਈਰਖਾ ਦਵੈਸ਼ ਵਾਲੀ। ਕਹਿੰਦੇ ਉਹ ਨਹੀਂ ਬਣਾਉਂਦਾ, ਜਿਉਂਦੇ ਹੀ ਜਾਨਵਰ ਹੁੰਦੇ ਕਈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨਾਨਕ ਬਖਸ਼ੇ ਪੂਛ ਨਾ ਹੋਏ। ਜਿਹਨੂੰ ਇੱਕ ਵਾਰ ਬਖਸ਼ ਲੈਂਦੇ ਨੇ ਫਿਰ ਨਹੀਂ ਪੁੱਛਦੇ। ਬਸ ਏਕਾ ਬਖਸ਼ ਫਿਰ ਬਹੁਰ ਨਾ ਬੁਲਾਵੇ। ਗੁਰੂ ਸਾਹਿਬ ਦੀ ਉਹ ਜੀਵ ਦੇ ਉੱਤੇ ਕਿਰਪਾ ਹੋ ਜਾਂਦੀ ਹੈ।